ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ। ਮੈਂ ਇਹ ਗੱਲ ਕਹਿਣੋਂ ਨਹੀਂ ਹਿਚਕਚਾਉਂਦਾ, ਚਾਹੇ ਉਹ ਆਰਥਿਕ ਤੌਰ ਤੇ ਲਾ ਲਓ, ਚਾਹੇ ਵਾਤਾਵਰਣ ਦੇ ਪੱਖ ਤੋਂ ਲਾ ਲਓ, ਕਿਸੇ ਪੱਖ ਤੋਂ ਵੀ ਲਾ ਲਓ। ਲੋਕਾਂ ਨੇ ਜਿਹੜਾ ਸਾਨੂੰ ਨਕਾਰਿਆ ਜੀ, ਸਾਰੀ ਪਾਰਟੀਆਂ ਨੂੰ ਨਕਾਰਿਆ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਮੌਕਾ ਦਿੱਤਾ ਪਰਮਜੀਤ ਜੀ, ਉਹ ਇਸ ਕਰਕੇ ਸੀਗਾ ਕਿਉਂਕਿ ਵੀ ਵਰ ਅ ਟੋਟਲ ਫੇਲੀਅਰ। ਉਦੋਂ ਤੁਹਾਡੀ ਪਾਰਟੀ ਦੀ ਸਰਕਾਰ ਸੀ, ਜਾਖੜ ਸਾਹਿਬ ਦੀ ਤੂਤੀ ਬੋਲਦੀ ਸੀ। ਆਪਣੇ ਹਲਕੇ ਦੇ ਵਿੱਚ ਉਹਨਾਂ ਕਿੰਨੇ ਕੁ ਲੋਕਾਂ ਦੇ ਉੱਤੇ ਪਰਚੇ ਕਰਾਏ ਜਿਹੜੇ ਤੁਹਾਡੇ ਨਾਲ ਨਹੀਂ ਸੀ ਤੁਰਦੇ? ਤੁਸੀਂ ਕਾਂਗਰਸ ਪਾਰਟੀ 'ਚ ਹੋ? ਜੇ ਉਹ ਨਹੀਂ ਤੁਸੀਂ ਮੈਨੂੰ ਚਾਹੁੰਦੇ ਜੀ ਤਾਂ ਮੈਨੂੰ ਕਲੀਅਰਲੀ ਦੱਸ ਦਿਓ ਜੀ, ਫਿਰ ਮੈਂ ਆਪਣੇ ਰਸਤੇ ਦਾ ਤਿਆਰ ਕਰਾਂ, ਆਪਣੇ ਰਸਤੇ ਬਣਾਵਾਂ। ਆਮ ਤੌਰ ਦੇ ਉੱਤੇ ਹਰ ਇੱਕ ਪਾਲਿਸੀ ਨੂੰ ਮਾੜੀ ਕਿਹਾ ਜਾਂਦਾ, ਤੁਹਾਨੂੰ ਕੀ ਲੱਗਦਾ ਕਿ ਪਹਿਲਾਂ ਨਾਲੋਂ ਇੱਕ ਕਦਮ ਅੱਗੇ ਪੱਟਿਆ ਗਿਆ ਜਾਂ ਫਿਰ ਉਹ ਗੱਲਾਂ ਬਾਤਾਂ? ਡੈਫੀਨੇਟਲੀ ਇਟਸ ਅ ਗੁੱਡ ਸਟਾਰਟ। ਤੇ ਮੈਨੂੰ ਇਹ ਲੱਗਦਾ ਕਿ ਜੇ ਤੁਹਾਡੇ ਇਲਾਕੇ ਦੇ ਵਿੱਚ ਇੰਨੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਸਾਲ ਕੁ ਪਹਿਲਾਂ ਚਾਚਾ ਜੀ ਨੂੰ ਕਹਿ ਕੇ, ਉਦੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਸੀ, ਉਹਨਾਂ ਦੀ ਉਹ ਸਰਕਾਰ ਸੀ, ਉਹਨੇ ਕੁ ਮੋਗੇ 'ਚ ਤਾਂ ਬੰਦ ਕਰਾਈ ਸਕਦੇ ਸੀ, ਕਦੇ ਯਤਨ ਨਹੀਂ ਕੀਤਾ? ਨਹੀਂ, ਡੈਫੀਨੇਟਲੀ ਕਦੇ ਯਤਨ ਵੀ ਨਹੀਂ ਕੀਤਾ ਤੇ ਨਾ ਕੋਈ ਇਸ ਪਾਸੇ ਧਿਆਨ ਗਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਬਹੁਤ ਸਾਰੇ ਅਹਿਮ ਮਸਲੇ ਜਿਹੜੇ ਕਿ ਇਸ ਵੇਲੇ ਚਰਚਾ ਦੇ ਵਿੱਚ ਰਹਿੰਦੇ ਆ, ਖਾਸ ਤੌਰ ਦੇ ਉੱਤੇ ਵਾਤਾਵਰਣ ਦਾ ਮੁੱਦਾ। ਰਾਜਨੀਤਿਕ ਮੁੱਦੇ ਤਾਂ ਹੁੰਦੇ ਹੀ ਆ, ਪਰ ਰਾਜਨੀਤੀ ਦੇ ਵਿੱਚ ਕਈ ਵਾਰੀ ਛੱਜ ਹੁੰਦਾ ਤੇ ਛੱਜ ਦੇ ਵਿੱਚ ਉਹ ਮੁੱਦੇ ਪਾ ਕੇ ਛੱਟੇ ਜਾਂਦੇ ਆ ਜਿਨ੍ਹਾਂ ਮੁੱਦਿਆਂ ਦਾ ਪੰਜਾਬ ਦੇ ਲੋਕਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਤੇ ਅੱਜ ਅਸੀਂ ਗੱਲਬਾਤ ਕਰਾਂਗੇ ਮੌਜੂਦਾ ਵਿਧਾਇਕ ਅਬੋਹਰ ਵਿਧਾਨ ਸਭਾ ਹਲਕੇ ਤੋਂ ਸੰਦੀਪ ਜਾਖੜ ਸਾਹਿਬ ਦੇ ਨਾਲ, ਕਿਉਂਕਿ ਉਹਨਾਂ ਦਾ ਹਲਕਾ ਬਹੁਤ ਵਿਸ਼ੇਸ਼ ਕਿਸਮ ਦਾ ਹੈ। ਇੱਕ ਤਾਂ ਪਾਕਿਸਤਾਨ ਦੇ ਨਾਲ ਲੱਗਦਾ, ਉਧਰਲੇ ਪਾਸੇ ਰਾਜਸਥਾਨ ਦੇ ਨਾਲ ਲੱਗਦਾ। ਬੁੱਢੇ ਨਾਲੇ ਦੀ ਚਰਚਾ ਆਪਾਂ ਅਕਸਰ ਕਰਦੇ ਹਾਂ ਤੇ ਨਾਲ ਇਹ ਕਹਿ ਦਿੰਦੇ ਹੁੰਦੇ ਬੁੱਢਾ ਨਾਲਾ ਜੀ ਸਤਲੁਜ 'ਚ ਡਿੱਗਦਾ ਜੀ, ਸਤਲੁਜ ਦੇ ਵਿੱਚੋਂ ਫਿਰ ਅੱਗੇ ਜਾ ਕੇ ਕੁਝ ਨਹਿਰਾਂ ਨਿਕਲਦੀਆਂ, ਕਿਉਂਕਿ ਜੇ ਬੁੱਢੇ ਨਾਲੇ ਦਾ ਪਾਣੀ ਖਰਾਬ ਹੈ, ਸਤਲੁਜ ਦੇ ਵਿੱਚ ਪੈਂਦਾ, ਤਾਂ ਫਿਰ ਇਹਦਾ ਮਤਲਬ ਕਿ ਪਾਣੀ ਕਿਤੇ ਨਾ ਕਿਤੇ ਵਰਤਿਆ ਜਾਂਦਾ ਹੋਊਗਾ, ਉਹਨਾਂ ਲੋਕਾਂ ਦੇ ਉੱਤੇ ਪ੍ਰਭਾਵ ਕੀ ਪੈਂਦੇ ਆ। ਉਹ ਸਾਰੀਆਂ ਚੀਜ਼ਾਂ ਅੱਜ ਆਪਾਂ ਅੱਗੇ ਲੈ ਕੇ ਜਾਣੀਆਂ। ਸੁਨੀਲ ਜਾਖੜ ਸਾਹਿਬ, ਬਲਰਾਮ ਜਾਖੜ ਸਾਹਿਬ, ਉਹ ਸਾਰੇ ਜ਼ਿਕਰ ਜਿਹੜੇ ਹੈ ਨਾਲੋਂ ਨਾਲ ਹੋਣਗੇ, ਕਿਉਂਕਿ ਇੱਕ ਲੰਬੀ ਚੌੜੀ ਜਿਹੜੀ ਹੈ ਉਹ ਪਰਿਵਾਰ ਦੀ ਪ੍ਰਤੀਨਿਧਤਾ ਵੀ ਕਰਦੀ ਹੈ। ਸਵਾਲ ਕੁਝ ਸਖਤ ਕੁਝ ਨਰਮ ਹੋਣਗੇ, ਪਰ ਗੱਲਾਂ ਕੱਢਣ ਦੀ ਕੋਸ਼ਿਸ਼ ਕਰਾਂਗੇ। ਜਾਖੜ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਪਰਮਜੀਤ ਜੀ। ਠੀਕ ਠਾਕ ਹੋ? ਵਧੀਆ ਜੀ, ਥੈਂਕ ਯੂ। ਅੱਜ ਆਪਣੀ ਪਹਿਲੀ ਮੁਲਾਕਾਤ ਹੈ ਜਾਖੜ ਸਾਹਿਬ, 10 ਕੁ ਮਿੰਟ ਹੋਏ ਆਪਾਂ ਨੂੰ ਟੱਕਰਿਆਂ ਨੂੰ। ਹਾਂਜੀ। ਮੈਂ ਸਭ ਤੋਂ ਪਹਿਲਾਂ, ਕਿਉਂਕਿ ਤੁਸੀਂ ਲੀਡਰ ਲੋਕ ਹੋ, ਸਾਨੂੰ ਤੁਹਾਡਾ ਪਿਛੋਕੜ ਜਾਣਨਾ ਬਹੁਤ ਜ਼ਰੂਰੀ ਹੈ। ਮੈਂ ਉਹ ਸਾਰੀ ਗੱਲ ਨੂੰ ਭੁੱਲ ਜਾਂਦਾ ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਹੜੇ ਬੰਦੇ ਲੀਡਰ ਹੋਏ ਸੀ, ਕੌਣ ਕੇਂਦਰ 'ਚ ਮੰਤਰੀ ਸੀ, ਕੌਣ ਸਪੀਕਰ ਰਿਹਾ ਸੀ, ਕੌਣ ਪੰਜਾਬ ਕਾਂਗਰਸ ਦਾ ਪ੍ਰਧਾਨ ਰਿਹਾ ਸੀ, ਸਾਰੀਆਂ ਗੱਲਾਂ ਭੁੱਲ ਜਾਂਦਾ। ਮੈਂ ਇਹ ਚਾਹੁੰਦਾ ਕਿ ਤੁਸੀਂ ਪੰਜਾਬ ਦੇ 117 ਹਲਕਿਆਂ ਦੇ ਵਿੱਚੋਂ ਇੱਕ ਹਲਕੇ ਦੇ ਵਿਧਾਇਕ ਹੋ। ਸੰਦੀਪ ਜਾਖੜ ਕੀ ਹੈ, ਉਹ ਬਚਪਨ ਕਿਵੇਂ ਬੀਤਿਆ, ਪੜ੍ਹਾਈ ਕੀ ਕੀਤੀ, ਹੁਣ ਤੱਕ ਕੰਮ ਦਾ ਤਜਰਬਾ ਕੀ ਹੈ ਇੱਕ ਵਿਧਾਇਕ ਤੋਂ ਬਿਨਾਂ? ਪਰਮਜੀਤ ਜੀ, ਮੈਂ 3 ਕਲਾਸ ਤੱਕ ਤਾਂ ਅਬੋਹਰ ਪੜ੍ਹਦਾ ਸੀਗਾ ਅਜ਼ੰਪਸ਼ਨ ਕਨਵੈਂਟ ਸਕੂਲ ਦੇ ਵਿੱਚ। ਉਹਦੇ ਬਾਅਦ ਮੇਰੇ ਪੇਰੈਂਟਸ ਨੇ, ਘਰਦਿਆਂ ਨੇ ਮੈਨੂੰ ਅਜਮੇਰ, ਮੇਓ ਕਾਲਜ ਅਜਮੇਰ, ਉੱਥੇ ਭੇਜਿਆ ਹੋਸਟਲ ਦੇ ਵਿੱਚ। ਠੀਕ ਹੈ ਜੀ। ਤੇ ਮੈਂ ਆਪਣੀ ਸਕੂਲਿੰਗ ਅਜਮੇਰ ਤੋਂ ਕੀਤੀ। ਹੋਸਟਲ 'ਚ ਰਹੇ ਅਸੀਂ। ਸਿਰਫ ਛੁੱਟੀਆਂ ਦੇ ਵਿੱਚ, ਸਾਲ ਦੇ ਵਿੱਚ 3 ਮਹੀਨੇ ਅਸੀਂ ਪਿੰਡ ਆਉਂਦੇ ਸੀਗੇ, ਘਰੇ ਆਉਂਦੇ ਸੀ, ਬਾਕੀ ਸਕੂਲ ਦੇ ਵਿੱਚ ਰਹਿੰਦੇ ਸੀ। ਤੇ ਮੇਰਾ ਮੰਨਣਾ, ਮੇਰੀ ਫਾਊਂਡੇਸ਼ਨ ਜਿਹੜੀ ਹੈ ਉਹ ਹੋਸਟਲ ਦੇ ਵਿੱਚ ਰਹਿ ਕੇ, ਮੇਰੀ ਨੀਂਵ ਜਿਹੜੀ ਹੈ ਉੱਥੇ ਮਤਲਬ ਦੁਨੀਆਦਾਰੀ ਅਸੀਂ ਉੱਥੇ ਸਿੱਖੀ। ਮੈਂ ਇੱਥੇ ਹੀ ਰੋਕਦਾ। ਹਾਂਜੀ। ਜਾਣੀ ਇਹਦਾ ਮਤਲਬ ਹੈ ਤੁਹਾਨੂੰ ਚਾਦਰ ਦੀ ਤਹਿ ਲਾਉਣੀ ਆਉਂਦੀ ਹੋਊਗੀ, ਤੁਹਾਨੂੰ ਆਪਣੇ ਬੂਟ ਆ ਪੋਲਿਸ਼ ਕਰਨੇ ਆਉਂਦੇ ਹੋਣਗੇ। ਇਹਦਾ ਮਤਲਬ ਮੈਂ ਮੰਨ ਕੇ ਚੱਲਦਾ ਕਿ ਜਦੋਂ ਹੋਸਟਲ ਦੇ ਵਿੱਚ ਨਹਾਉਣਾ ਹੁੰਦਾ ਤਾਂ ਕਈ ਵਾਰੀ ਬਾਲਟੀ ਆਪ ਹੀ ਚੱਕ ਕੇ ਪਹਿਲਾਂ ਧੋਈਦੀ ਹੈ ਤੇ ਫਿਰ ਪਾਣੀ ਭਰੀ। ਨਹੀਂ, ਸਾਰਾ ਕੁਝ ਜਿਵੇਂ ਮੈਂ ਕਹਿ ਰਿਹਾ ਸੀ, ਸਾਰਾ ਕੁਝ ਪਰਮੇਸ਼ ਜੀ ਮੈਂ ਆਪ ਕੀਤਾ ਹੈ। ਐਂਡ ਇੱਕ ਸਾਡੇ ਪਰਿਵਾਰ ਦੇ ਵਿੱਚ ਮੈਨੂੰ ਯਾਦ ਹੈ, ਜਦੋਂ ਅਸੀਂ ਛੁੱਟੀਆਂ ਦੇ ਬਾਅਦ ਜਾਂਦੇ ਸੀ ਜੀ, ਰੱਬ ਨੇ ਬਹੁਤ ਕੁਝ ਦਿੱਤਾ ਹੈ, ਬਹੁਤ ਮਿਹਰ ਹੈ ਰੱਬ ਦੀ। ਲੇਕਿਨ ਜਦੋਂ ਅਸੀਂ ਸਕੂਲ ਜਾਂਦੇ ਸੀ, ਅਸੀਂ ਗੰਗਾ ਨਗਰ ਬੱਸ ਅੱਡੇ 'ਤੇ ਉੱਥੇ ਜਿਹੜੀ ਲੋਕਲ ਬੱਸ
ਬੱਸ ਹੈ ਜੀ। ਉਹਦੇ ਵਿੱਚ ਅਸੀਂ ਸਕੂਲ ਵਾਪਸ ਜਾਇਆ ਕਰਦੇ ਸੀ। ਤੇ ਮੈਨੂੰ ਯਾਦ ਹੈ ਉਸ ਟਾਈਮ ਦੀ ਸੜਕਾਂ, ਟਿੱਬੇ ਦਾ ਇਲਾਕਾ ਸੀ। ਜਦੋਂ ਅਸੀਂ ਅਜਮੇਰ ਤੱਕ ਪਹੁੰਚਦੇ ਸੀ ਰਾਤ ਨੂੰ ਬੱਸ ਫਸਦੀ ਸੀ। ਤੇ ਉਹਦੇ ਬਾਅਦ ਉਹ ਬੱਸਾਂ ਦੇ ਉਸ ਟਾਈਮ ਸੜਕਾਂ ਛੋਟੀ ਸੀ ਤੇ ਉਹ ਪਲੇਟਾਂ ਜੀ ਕੱਢ ਕੇ ਉਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ ਸੀ, ਟਾਇਰਾਂ ਦੇ ਥੱਲੇ ਲਾ ਕੇ ਸਾਰੀ ਸਵਾਰੀਆਂ ਉਤਰਦੀ ਸੀ ਬੱਸ ਦੇ। ਅਸੀਂ ਧੱਕੇ ਲਾਉਂਦੇ ਸੀ। ਤੇ ਕਦੇ ਵੀ ਮੇਰੇ ਪੇਰੈਂਟਸ ਨੇ, ਘਰਦਿਆਂ ਨੇ ਮਤਲਬ ਆਹੀ ਸਿੱਖਿਆ ਦਿੱਤੀ ਵੀ ਆਪਣੀ ਪਛਾਣ ਆਪ ਬਣਾਓ। ਤੇ ਸਕੂਲ ਦੇ ਵਿੱਚ ਜਿਵੇਂ ਤੁਸੀਂ ਕਿਹਾ ਬੋਰਡਿੰਗ ਸਕੂਲ, ਹੋਸਟਲ ਲਾਈਫ, ਸਾਰਾ ਕੁਝ ਆਪ ਕੀਤਾ। ਡਿਸਪਲਿਨਡ ਲਾਈਫ ਸੀ। ਤੇ ਉੱਥੇ ਸਾਰੇ ਜਿਹੜੇ ਬੈਚਮੇਟ ਸੀ, ਕਦੇ ਵੀ ਸਾਨੂੰ ਸਾਡੀ ਸਕੂਲਿੰਗ ਇਸ ਟਾਈਪ ਦੀ ਸੀ ਵੀ ਕਦੇ ਵੀ ਨਹੀਂ ਸੀਗਾ ਵੀ ਹਾਂ ਅਸੀਂ ਕੋਈ ਵੱਡੇ ਘਰ ਤੋਂ ਬਿਲੋਂਗ ਕਰਦੇ ਹਾਂ। ਉਸ ਟਾਈਪ ਦਾ ਕਦੇ ਵੀ ਨਾ ਘਰ ਦੇ ਵਿੱਚ ਵਾਤਾਵਰਣ ਸੀ ਨਾ ਸਕੂਲ ਦੇ ਵਿੱਚ। ਉਹ ਮੇਰਾ ਬੈਕਗਰਾਊਂਡ ਹੈ। ਉਹਦੇ ਬਾਅਦ ਮੈਂ ਅਮਰੀਕਾ ਗਿਆ ਪੜ੍ਹਾਈ ਕਰਨ ਵਾਸਤੇ, ਗ੍ਰੈਜੂਏਸ਼ਨ ਉੱਥੇ ਕੀਤੀ। 10 ਸਾਲ ਮੈਂ ਅਮਰੀਕਾ ਦੇ ਵਿੱਚ ਨੌਕਰੀ ਕੀਤੀ। ਫਲੋਰੀਡਾ, ਬੋਕਾ ਰਟੋਨ ਸ਼ਹਿਰ ਸੀ, ਬੋਕਾ ਵੈਸਟ ਕੰਟਰੀ ਕਲੱਬ ਦੇ ਵਿੱਚ। ਉੱਥੇ ਮੈਂ ਮੈਨੇਜਮੈਂਟ ਦੇ ਵਿੱਚ ਸੀਗਾ। 10 ਸਾਲ ਉੱਥੇ ਨੌਕਰੀ ਕੀਤੀ, ਆਪਣੇ ਆਪ ਨੂੰ ਸਟੈਂਡ ਕੀਤਾ ਜੀ। ਐਂਡ ਪਰਮੀ ਜੀ, ਮੈਂ ਰਾਜਨੀਤੀ ਤੋਂ ਭੱਜ ਕੇ ਗਿਆ ਸੀ ਵੀ ਰਾਜਨੀਤੀ ਦੇ ਨੇੜੇ ਤੇੜੇ ਹੀ ਨਹੀਂ ਆਣਾ। ਲੇਕਿਨ ਜੋ ਮਰਜ਼ੀ ਕਰ ਲਓ, ਰਾਜਨੀਤੀ ਨਹੀਂ ਕਰਨੀ। ਤੇ ਇੱਥੋਂ ਗਏ, ਸਟੈਂਡ ਹੋਏ। ਬਟ ਜਿਵੇਂ ਜਿਹੜਾ ਵੀ ਕੁਝ ਲਿਖਿਆ ਸੀਗਾ, ਫਿਰ ਘੁੰਮ ਫਿਰ ਕੇ ਵਾਪਸ ਆਏ। ਐਂਡ ਫਿਰ ਸੁਨੀਲ ਜੀ ਨਾਲ, ਜਾਖੜ ਸਾਹਿਬ ਨਾਲ ਮੈਂ ਕੰਮ ਕਰਨਾ ਸ਼ੁਰੂ ਕੀਤਾ। ਐਂਡ ਅੱਜ ਇੱਥੇ ਤੁਹਾਡੇ ਨਾਲ ਬੈਠੇ ਹਾਂ। ਅੱਛਾ, ਮੈਂ USA ਦੀ ਵੀ ਗੱਲ ਥੋੜ੍ਹੀ ਜਿਹੀ ਪੁੱਛ ਲਾਂ, ਕਿਉਂਕਿ ਆਮ ਬੰਦਾ, ਹੁਣ ਮੈਂ 2.5-3 ਸਾਲ ਬਾਅਦ ਕੈਨੇਡਾ ਤੋਂ ਵਾਪਸ ਮੁੜਿਆ। ਆਮ ਬੰਦਾ ਬੱਸ 'ਚ ਵੀ ਸਫ਼ਰ ਕਰਦਾ ਹੈ, ਟ੍ਰੇਨ 'ਚ ਵੀ ਸਫ਼ਰ ਕਰਦਾ। ਆਮ ਬੰਦਾ ਉੱਥੇ ਆਮ ਕੰਮ ਵੀ ਕਰਦਾ। ਪਰ ਤੁਸੀਂ ਤਾਂ ਵੱਡੇ ਘਰ, ਤੁਹਾਨੂੰ ਤਾਂ ਡਾਲਰ ਘਰੋਂ ਦੇ ਕੇ ਭੇਜਿਆ ਹੋਣਾ ਕਿ ਭਾਈ ਇੱਦਾਂ ਦੀ ਗੱਲ ਹੀ ਕੋਈ ਨਹੀਂ, ਸਧਾਰਨ ਕੰਮ ਤਾਂ ਨਹੀਂ ਕਰਨਾ ਪਿਆ ਉੱਥੇ? ਨਹੀਂ, ਮੈਂ ਜਿਵੇਂ ਮੈਂ ਕਹਿ ਰਿਹਾ ਸੀ, ਸਕੂਲਿੰਗ ਮੇਰੀ ਹੋਸਟਲ ਦੇ ਵਿੱਚ ਗਏ ਤੇ ਮੇਰੇ ਘਰਦਿਆਂ ਨੇ, ਸਾਰਿਆਂ ਨੇ, ਸਪੈਸ਼ਲੀ ਮੇਰੇ ਫਾਦਰ ਸਾਹਿਬ ਨੇ, ਉਹਨਾਂ ਨੇ ਹਮੇਸ਼ਾ ਮੈਨੂੰ ਆਹੀ ਸਿੱਖਿਆ ਦਿੱਤੀ। ਮੇਰੇ ਦਾਦਾ ਜੀ ਆਹੀ ਵੀ ਗੱਲ ਕਰਦੇ ਵੀ ਜਿਹੜਾ ਵੀ ਕੰਮ ਕਰੋ ਆਪਣੀ ਪਛਾਣ ਆਪ ਬਣਾਓ, ਆਪਣੇ ਆਪ ਨੂੰ ਸਟੈਂਡ ਖੁਦ ਕਰੋ। ਤੇ ਉੱਥੇ ਅਮਰੀਕਾ ਦੇ ਵਿੱਚ ਵੀ ਮੈਂ ਮਿਹਨਤ ਕੀਤੀ, ਆਪਣੇ ਆਪ ਨੂੰ ਸਟੈਂਡ ਕੀਤਾ। ਵਧੀਆ ਉੱਥੇ ਮੈਂ ਕੰਮਕਾਜ ਕਰ ਰਿਹਾ ਸੀ। ਜਿਵੇਂ ਮੈਂ ਕਿਹਾ, ਸਭ ਤੋਂ ਵੱਡਾ ਬੋਕਾ ਵੈਸਟ ਕੰਟਰੀ ਕਲੱਬ, ਜਿੱਥੇ ਮੈਂ ਕੰਮ ਕਰਦਾ ਸੀ, ਅਮਰੀਕਾ ਦਾ ਸਭ ਤੋਂ ਵੱਡਾ ਕੰਟਰੀ ਕਲੱਬ ਸੀ। ਸਾਡੇ ਜਿਹੜੇ GM ਹੁੰਦੇ ਸੀ ਉਸ ਟਾਈਮ ਦੇ ਅਮਰੀਕਾ ਦੇ ਵਿੱਚ, ਹੀ ਵਾਸ ਦਾ ਹਾਈਐਸਟ ਪੇਡ ਜਨਰਲ ਮੈਨੇਜਰ। ਉਹਨਾਂ ਤੋਂ ਮਿਸਟਰ JD ਪੀਟਰੋ ਉਹਨਾਂ ਦਾ ਨਾਂ ਸੀ। ਬਹੁਤ ਕੁਝ ਸਿੱਖਿਆ। ਐਂਡ ਦੈਨ ਅਲਟੀਮੇਟਲੀ ਜਦੋਂ ਮੇਰੀ ਬੇਟੀ ਪੈਦਾ ਹੋਈ, ਮੀਰਾ ਜੀ, ਉਸ ਤੋਂ ਪਹਿਲੇ ਮੇਰੀ ਵਾਈਫ ਤੇ ਅਸੀਂ ਕਾਫੀ ਡਿਸਕਸ਼ਨਸ ਕਰਦੇ ਸੀ ਵੀ ਜੇ ਇੱਥੇ ਰਵਾਂਗੇ ਤਾਂ ਆਪਾਂ ਦੋ, ਤੇ ਆਪਣੀ ਬੇਟੀ ਤੇ ਮੇਰੀ ਵਾਈਫ ਵੀ ਇੱਕ ਵੱਡੀ ਫੈਮਿਲੀ ਦੇ ਵਿੱਚ। ਉਹਨੇ ਕਿਹਾ ਵੀ ਫਿਰ ਤਾਂ ਉਹ ਨਾ ਤਾਂ ਘਰਦਿਆਂ ਨੂੰ ਜਾਂ ਆਪਣੇ ਦਾਦਾ ਦਾਦੀ, ਨਾਨਾ ਨਾਨੀ, ਮਾਮਾ, ਭੂਆ, ਫੁੱਫੜ ਕਿਸੇ ਨੂੰ ਨਹੀਂ ਜਾਣੂਗੀ। ਤੇ ਅਸੀਂ ਫਿਰ ਉਸ ਟਾਈਮ ਫੈਸਲਾ ਕੀਤਾ ਵੀ ਜਦੋਂ ਵੀ ਫੈਮਿਲੀ ਸਾਡੀ ਅੱਗੇ ਵਧੂਗੀ, ਅਲਟੀਮੇਟਲੀ ਆਪਾਂ ਫਿਰ ਵਾਪਸ ਚੱਲਾਂਗੇ। ਠੀਕ ਹੈ ਜੀ। ਸੋ ਇਸ ਵੇਲੇ ਅਬੋਹਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੰਦੀਪ ਜਾਖੜ ਸਾਹਿਬ ਦੇ ਨਾਲ ਸਾਡੀ ਗੱਲਬਾਤ ਜਿਹੜੀ ਉਹ ਚੱਲ ਰਹੀ ਹੈ। ਹੁਣ ਤੱਕ ਤੁਸੀਂ ਪਿਛੋਕੜ ਜਾਣ ਲਿਆ ਕਿ ਭਾਈ ਕਿਵੇਂ ਪੜ੍ਹੇ, ਕਿਵੇਂ ਕੰਮ ਕੀਤਾ ਤੇ ਮੁੜ ਕੇ ਇਧਰਲੇ ਪਾਸੇ ਕਿਵੇਂ ਆ ਗਿਆ। ਤੁਹਾਡੀ ਜਿਗਿਆਸਾ ਹਮੇਸ਼ਾ ਰਹਿੰਦੀ ਹੈ ਕਿ ਉਹਨਾਂ ਦੀ ਪਾਰਟੀ ਕਿਹੜੀ ਹੈ। ਜੇ ਕਾਗਜ਼ੀ ਪੱਤਰੀ ਦੇਖੀਏ ਤਾਂ ਕਾਂਗਰਸ ਹੈ। ਸਵਾਲ ਆਪਾਂ ਇਹ ਵੀ ਕਰਾਂਗੇ, ਪਰ ਅਜੇ ਥੋੜ੍ਹੇ ਜਿਹੇ ਸਵਾਲ ਹੋਰ ਰਹਿੰਦੇ ਆ, ਕਿਉਂਕਿ ਸੁਨੀਲ ਜਾਖੜ ਸਾਹਿਬ ਦਾ ਜ਼ਿਕਰ ਕੀਤਾ, ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਚੁੱਕੇ ਆ ਤੇ ਬਹੁਤ ਰੌਲਾ ਰੱਪਾ ਪਿਛਲੇ ਦਿਨੀ ਪੈਂਦਾ। ਵੜਿੰਗ ਸਾਹਿਬ ਗਏ ਸੀ ਇਹਨਾਂ ਦੇ ਹਲਕੇ ਦੇ ਵਿੱਚ, ਮੁੜ ਕੇ ਵੀ ਤੱਤੀਆਂ ਠੰਡੀਆਂ ਕਈ ਹੋਈਆਂ। ਅਗਲੇ ਹਿੱਸੇ ਦੇ ਵਿੱਚ ਕਰਾਂਗੇ। ਜਾਖੜ ਸਾਹਿਬ, ਤੁਸੀਂ ਮੈਨੇਜਮੈਂਟ ਦੇ ਵਿੱਚ ਸੀ, ਤੁਸੀਂ ਵਿਦੇਸ਼ ਦੇ ਵਿੱਚ ਰਹੇ, ਸਾਰਾ ਕੁਛ ਕੀਤਾ, ਵਾਪਸ ਆ ਗਏ। ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ, ਮੈਂ ਇਹ ਗੱਲ ਕਹਿਣੋਂ ਨਹੀਂ ਹਿਚਕਚਾਉਂਦਾ, ਚਾਹੇ ਉਹ ਆਰਥਿਕ ਤੌਰ 'ਤੇ ਲਾ ਲਓ, ਚਾਹੇ ਵਾਤਾਵਰਣ ਦੇ ਪੱਖ ਤੋਂ ਲਾ ਲਓ, ਕਿਸੇ ਪੱਖ ਤੋਂ ਵੀ ਲਾ ਲਓ। ਬੱਚੇ ਬਾਹਰ ਜਾਈ ਜਾਂਦੇ ਆ, ਕੰਮ ਘਰ ਇੱਥੇ ਲੱਭਦਾ ਕੋਈ ਨਹੀਂ, ਖੇਡਾਂ 'ਚ ਅਸੀਂ ਪਛੜੇ ਹੋਏ ਹਾਂ। ਹਾਲਾਂਕਿ ਜਿਸ ਪਾਰਟੀ ਦੇ ਵਿੱਚ ਤੁਸੀਂ ਇਸ ਲਈ ਕਾਗਜ਼ੀ ਪੱਤਰੀ ਹੋ, ਉਹਨਾਂ ਦੀ 5 ਸਾਲ ਸਰਕਾਰ ਰਹੀ, ਦਾਅਵੇ ਉਹਨਾਂ ਨੇ ਵੀ ਬੜੇ ਕੀਤੇ ਕਿ ਅਸੀਂ ਕੰਮ ਕੀਤਾ, ਹੋਣ ਵਾਲੇ ਵੀ ਕਰੀ ਜਾਂਦੇ ਆ। ਮੈਂ ਇਮਾਨਦਾਰੀ ਨਾਲ ਪੁੱਛਣਾ ਚਾਹੁੰਦਾ, ਤੁਹਾਨੂੰ ਲੱਗਦਾ ਕਿ ਜੋ ਦਾਅਵੇ ਕੀਤੇ ਜਾਂਦੇ ਆ, ਵਾਅਦੇ ਕੀਤੇ ਜਾਂਦੇ ਆ, ਉਹ ਜ਼ਮੀਨ ਦੇ ਉੱਤੇ ਬਹੁਤੇ ਹੁੰਦੇ ਨਹੀਂ? ਨਹੀਂ, ਬਿਲਕੁਲ ਪਰਮੀ ਜੀ, ਤੁਸੀਂ ਜਿਹੜੀ ਗੱਲ ਕੀਤੀ ਇਹਦੇ ਵਿੱਚ ਅਸੀਂ ਵੀ ਇੰਕਲੂਡਿੰਗ, ਅਸੀਂ ਜਿਵੇਂ ਪਿਛਲੇ 5 ਸਾਲ ਦੀ ਜੇ ਮੈਂ ਗੱਲ ਕਰਾਂ ਜੀ, ਕਾਂਗਰਸ ਪਾਰਟੀ ਦੀ ਸਰਕਾਰ ਸੀ, ਜਾਖੜ ਸਾਹਿਬ ਉਸ ਟਾਈਮ ਕਾਂਗਰਸ ਪਾਰਟੀ ਦੇ ਪ੍ਰਧਾਨ ਸੀਗੇ। ਲੋਕਾਂ ਨੇ ਜਿਹੜਾ ਸਾਨੂੰ ਨਕਾਰਿਆ ਜੀ, ਸਾਰੀ ਪਾਰਟੀਆਂ ਨੂੰ ਨਕਾਰਿਆ, ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਮੌਕਾ ਦਿੱਤਾ ਪਰਮੀ ਜੀ, ਉਹ ਇਸ ਕਰਕੇ ਸੀਗਾ ਕਿਉਂਕਿ ਵੀ ਵਰ ਅ ਟੋਟਲ ਫੇਲੀਅਰ। ਮਤਲਬ ਤੁਸੀਂ ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ ਇਸ ਤੋਂ ਪਹਿਲੇ ਜਿੰਨੀ ਵੀ ਸਰਕਾਰਾਂ ਆਈ, ਜਿੰਨਾ ਕੁਝ ਅਸੀਂ ਕਰਨਾ ਚਾਹੀਦਾ ਸੀ। ਤੁਸੀਂ ਵਾਤਾਵਰਣ ਦੀ ਗੱਲ ਕੀਤੀ, ਕੋਈ ਇਹਦੇ ਬਾਰੇ ਗੱਲ ਨਹੀਂ ਕਰਦਾ। ਤੁਸੀਂ ਖੇਡਾਂ ਦੀ ਗੱਲ ਕੀਤੀ, ਆਪਣੇ ਨਾਲ ਵਾਲਾ ਸੂਬਾ ਹਰਿਆਣਾ ਹੈ। ਅੱਜ ਦੇ ਦਿਨ ਜਦੋਂ ਵੀ ਗੇਮਸ, ਖੇਡਾਂ ਹੁੰਦੀ ਹੈ,
ਹਰਿਆਣਾ ਦੇ ਮੈਡਲ ਮਤਲਬ ਉਹਦੇ ਵਿੱਚ ਬਾਕਸਿੰਗ ਤੁਸੀਂ ਵੇਖ ਲਓ, ਰੈਸਲਿੰਗ ਵੇਖ ਲਓ, ਔਰ ਐਥਲੈਟਿਕਸ ਵੇਖ ਲਓ। ਹਰਿਆਣਾ ਦਾ ਸੂਬਾ, ਹਰਿਆਣਾ ਦੇ ਐਥਲੀਟਸ ਕਿੱਥੇ ਪਹੁੰਚ ਗਏ। ਆਪਾਂ ਪੰਜਾਬ ਦੇ ਜਿਹੜੇ ਐਥਲੀਟਸ ਆ, ਆਪਾਂ ਕਿਸੇ ਕੋਈ ਲਿਸਟ ਦੇ ਵਿੱਚ ਆਪਾਂ ਨਹੀਂ ਹੈਗੇ। ਆਰਥਿਕ ਵਿਵਸਥਾ ਦੀ ਤੁਸੀਂ ਗੱਲ ਕੀਤੀ, ਬੱਚੇ ਬਾਹਰ ਜਾ ਰਹੇ ਹੈ ਤੇ ਯੈਸ ਬਹੁਤ ਗੰਭੀਰ ਮੁੱਦੇ। ਇੱਕ ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਣ ਦਿੰਦਾ, ਜਿਵੇਂ ਅੱਜ ਇੱਕ ਟ੍ਰਿਬਿਊਨ ਦੇ ਵਿੱਚ ਦੂਜੇ ਪੇਜ ਦੇ ਵਿੱਚ ਇੱਕ ਛੋਟੀ ਜੀ ਖਬਰ ਲੱਗੀ ਸੀ, ਮੈਂ ਉਹਨੂੰ ਅੱਜ ਟਵੀਟ ਵੀ ਕੀਤਾ। ਉਹ ਖਬਰ ਸੀ ਵੀ ਆਪਣੇ ਜਿਹੜੇ ਟਿਊਬਵੈਲਸ ਹੈ, ਮਤਲਬ ਕਿਸਾਨ ਜਿਹੜੇ ਉਹ ਪਤਾ ਨਹੀਂ ਹਰ ਸਾਲ ਕਿੰਨੇ ਆਪਾਂ ਡੂੰਘੇ ਉਹਨੂੰ ਲੈ ਕੇ ਜਾ ਰਹੇ। ਤੇ ਅਬੋਹਰ ਦਾ ਹਲਕਾ ਜਿਹੜਾ ਸਾਡਾ, ਜਦੋਂ ਅਸੀਂ ਬਚਪਨ ਦੇ ਵਿੱਚ ਅਸੀਂ ਟਿੱਬੇ ਉੱਥੇ ਵੇਖੇ ਹੋਏ ਆ, ਮੈਨੂੰ ਯਾਦ ਹੈ। ਅੱਜ ਦੇ ਦਿਨ ਅਬੋਹਰ ਦੇ ਵਿੱਚ ਇੱਕ ਵੀ ਟਿੱਬਾ ਨਹੀਂ ਹੈ। ਠੀਕ ਹੈ, ਲੇਕਿਨ ਜਿੱਥੇ ਪੰਜਾਬ ਜਾ ਰਿਹਾ, ਜਿਸ ਪਾਸੇ ਜਾ ਰਿਹਾ, ਜਿਸ ਮੁੱਦੇ ਦੇ ਉੱਤੇ ਗੱਲ ਆਪਾਂ ਨੂੰ ਕਰਨੀ ਚਾਹੀਦੀ। ਅੱਜ ਮੈਂ ਟਵੀਟ ਕੀਤੀ ਸੀ, ਮੈਂ ਕਿਹਾ ਭਗਵੰਤ ਮਾਨ ਸਾਹਿਬ, ਆਪਾਂ ਨੂੰ ਜਿਸ ਚੀਜ਼ ਦੇ ਮਗਰ ਆਪਾਂ ਨੂੰ ਇੱਕ ਸਪੈਸ਼ਲ ਸੈਸ਼ਨ ਕਾਲ ਕਰਨਾ ਚਾਹੀਦਾ ਹੈ, ਉਹ ਵਿਸ਼ਾ ਆ ਹੈ ਵੀ ਆਪਾਂ ਕਿੱਥੇ ਜਾ ਰਹੇ। ਕਿਉਂਕਿ ਇੱਕ ਰਾਜਨੀਤਿਕ ਲੋਕ ਅਸੀਂ ਜਿਹੜੇ ਹੈਗੇ, ਸਾਡੀ ਸੋਚ ਸਿਰਫ 5 ਸਾਲ ਤੱਕ ਸੀਮਿਤ ਰਹਿੰਦੀ ਹੈ। ਲੇਕਿਨ ਇਹ ਜਿਹੜੇ ਗੰਭੀਰ ਮੁੱਦੇ ਪੰਜਾਬ ਦੇ, ਆਰਥਿਕ ਸਥਿਤੀ ਜਿਹੜੀ ਹੈ, ਵਾਤਾਵਰਣ ਵਾਲਾ, ਪਾਣੀ ਜਿਹੜਾ ਪੰਜਾਬ, ਆਪਾਂ ਮਤਲਬ ਅੱਜ ਪੰਜਾਬ ਦੇ ਕੋਲੇ ਪਾਣੀ ਹੈ ਨਹੀਂ, ਤੇ ਇਹ ਜਿਹੜੇ ਮੁੱਦੇ ਹੈ, ਮੇਰਾ ਮੰਨਣਾ, ਆਈ ਕੁਡ ਬੀ ਰੋਂਗ, ਮੈਂ ਗਲਤ ਹੋ ਸਕਦਾ, ਪਰ ਇਹ ਮੁੱਦੇ ਹੈ, ਇਹਦੇ ਵਿੱਚ ਲੌਂਗ ਟਰਮ ਅਪਰੋਚ ਚਾਹੀਦੀ ਹੈ। ਤੇ ਲੌਂਗ ਟਰਮ ਅਪਰੋਚ ਜਦੋਂ ਹੀ ਹੋ ਸਕਦੀ ਹੈ ਜਦੋਂ ਆਪਾਂ ਸਾਰੇ ਸਟੇਕ ਹੋਲਡਰਸ ਵੀ, ਅੱਜ ਦੇ ਦਿਨ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਸਾਹਿਬ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਤੇ ਉਹਨਾਂ ਨੂੰ ਅੱਜ ਸਾਰਿਆਂ ਨੂੰ ਇਕੱਠਾ ਕਰਨਾ ਚਾਹੀਦਾ ਹੈ, ਜਿਹੜੇ ਵੀ ਆਗੂ ਹੈ ਹਰ ਪਾਰਟੀ ਦੇ, ਐਂਡ ਬਹਿ ਕੇ ਇੱਕ ਡਿਬੇਟ ਕਰਕੇ ਵੀ ਆਓ ਰਲ ਮਿਲ ਕੇ ਆਪਾਂ ਪਾਲਿਸੀਜ਼ ਇਹ ਜੀ ਬਣਾਈਏ। ਰਾਜਨੀਤੀ ਚੱਲਦੀ ਰਹੂਗੀ, ਉਹ ਨਾ ਕਦੇ ਖਤਮ ਹੋਈ ਨਾ ਖਤਮ ਹੋਊਗੀ, ਲੇਕਿਨ ਐਟਲੀਸਟ ਪੰਜਾਬ ਦੇ ਜਿਹੜੇ ਅਹਿਮ ਮੁੱਦੇ, ਪਾਣੀ ਦੇ ਮੁੱਦੇ ਹੈ, ਆਰਥਿਕ ਸਥਿਤੀ ਦਾ ਜਿਹੜਾ ਮੁੱਦਾ ਹੈ, ਐਜੂਕੇਸ਼ਨ ਦਾ ਹੈ, ਉਹਦੇ ਉੱਤੇ ਲੈਟਸ ਗੈਟ ਟੂਗੇਦਰ, ਲੌਂਗ ਟਰਮ ਪਾਲਿਸੀਜ਼ ਬਣਾਈਏ ਤੇ ਉਹਦੇ ਨਾਲ ਛੇੜਖਾਨੀ ਨਾ ਕਰੀਏ, ਛੇੜਛਾੜ ਨਾ ਕਰੀਏ। ਜੇ ਆਪਾਂ ਉਸ ਗੱਲ ਤੇ ਉੱਥੇ ਨਹੀਂ ਆਵਾਂਗੇ ਤਾਂ ਐਵੇਂ ਚੱਲਦਾ ਰਹੂ। ਠੀਕ ਹੈ ਜਾਖੜ ਸਾਹਿਬ, ਤੁਹਾਡੀ ਗੱਲ ਇਹ ਬਿਲਕੁਲ ਠੀਕ ਹੈ ਕਿ ਸਾਨੂੰ 30-40 ਸਾਲ ਦੀ ਪਾਲਿਸੀ ਬਣਾਉਣੀ ਪਊਗੀ। ਸਾਰੀਆਂ ਸਰਕਾਰਾਂ ਅੱਗੇ ਪਿੱਛੇ ਨਾ ਹੁਣ, ਫਿਰ ਉਹਦੇ ਉੱਤੇ ਤੁਰਨ। ਹਾਂ, ਮਾੜੀ ਮੋਟੀ ਅਮੈਂਡਮੈਂਟ ਹੁੰਦੀ ਰਹੇ ਸਮੇਂ ਦੇ ਨਾਲ। ਮੈਂ ਇੱਕ ਗੱਲ ਤੁਹਾਡੇ ਤੋਂ ਹੋਰ ਜ਼ਰੂਰ ਪੁੱਛਣੀ ਹੈ। ਆਮ ਤੌਰ ਤੇ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨਾ, ਜੇ ਤਾਂ ਉਹਨਾਂ ਦੀ ਆਪਣੀ ਸਰਕਾਰ ਹੈ, ਉਹਨਾਂ ਨੇ ਪਿੱਠ ਥਾਪੜਨੀ ਹਰ ਕੰਮ ਦੀ, ਚਾਹੇ ਮਾੜਾ ਹੈ ਚਾਹੇ ਚੰਗਾ ਹੈ। ਜੇ ਵਿਰੋਧੀ ਪਾਰਟੀ ਦੀ ਸਰਕਾਰ ਹੈ ਤਾਂ ਉਹਨਾਂ ਨੇ ਕਹਿਣਾ ਕਿ ਭਾਈ ਗਲਤ ਹੈ, ਵਿਰੋਧ ਹੀ ਹੈ ਸਾਰਾ ਕੁਝ। ਪਰ ਮੈਂ ਤੁਹਾਡੀ ਇੱਕ ਗਤੀਵਿਧੀ ਪਿਛਲੇ ਦਿਨ ਹੀ ਦੇਖੀ ਸੀ ਕਿ ਇੱਕ ਪੰਜਾਬ ਸਰਕਾਰ ਦੇ, ਕਿਉਂਕਿ ਤੁਹਾਡੀ ਵਿਰੋਧੀ ਪਾਰਟੀ ਦੀ ਸਰਕਾਰ ਹੈ, ਉਹ ਮੰਤਰੀ ਤੁਹਾਡੇ ਹਲਕੇ 'ਚ ਆਏ ਸੀ, ਤੁਸੀਂ ਉਹਨਾਂ ਨੂੰ, ਹਾਂਜੀ, ਤੁਸੀਂ ਉਹਨਾਂ ਨੂੰ ਮਿਲੇ। ਪਹਿਲੀ ਗੱਲ ਹੈ ਕਿ ਉਹ ਵਿਰੋਧੀ ਪਾਰਟੀ ਦੇ ਮੰਤਰੀ ਆ, ਤੁਸੀਂ ਕਿਉਂ ਮਿਲੇ? ਦੂਸਰੀ ਗੱਲ ਹੈ, ਪਤਾ ਨਹੀਂ ਉਹਨਾਂ ਨੇ ਮੰਗ ਤੁਹਾਡੀ ਮੰਨੀ ਕਿ ਤੁਸੀਂ ਮੁੜ ਕੇ ਧੰਨਵਾਦ ਕਰਦੇ ਫਿਰਦੇ ਸੀ। ਜਾਣੀ ਇਹ ਕੀ ਪੇਚਾ? ਨਹੀਂ ਪਰਮੇਸ਼ ਜੀ, ਮੈਂ ਸ਼ੁਰੂ ਤੋਂ ਹੀ ਮੇਰੀ ਜਿਹੜੀ ਸੋਚ ਹੈ, ਮੈਂ ਹਮੇਸ਼ਾ ਲੋਕਾਂ ਨੂੰ ਆਹੀ ਗੱਲ ਕਹੀ ਵੀ ਮੈਂ ਇੱਕ ਅਲੱਗ ਟਾਈਪ ਦੀ ਰਾਜਨੀਤੀ ਕਰਨਾ ਚਾਹੁੰਦਾ, ਕੋਸ਼ਿਸ਼ ਕਰਨਾ ਚਾਹੁੰਦਾ। ਕਾਮਯਾਬ ਹੋਵਾਂਗੇ ਨਹੀਂ ਹੋਵਾਂਗੇ ਉਹ ਲੋਕਾਂ ਨੇ ਦੱਸਣਾ ਹੈ, ਉਹ ਟਾਈਮ ਦੱਸੂਗਾ। ਲੇਕਿਨ ਜਿਵੇਂ ਤੁਸੀਂ ਆ ਛੋਟਾ ਜਿਹਾ ਉਦਾਹਰਣ ਦਿੱਤਾ, ਚੇਤਨ ਜੀ ਜਿਹੜੇ ਹੈਲਥ ਮਿਨਿਸਟਰ, ਉਹ ਅਬੋਹਰ, ਉਹਨਾਂ ਨੇ ਆਉਣਾ ਸੀ, ਸਾਡੇ ਕੋਲੇ ਕੋਈ ਇਨਫੋਰਮੇਸ਼ਨ ਨਹੀਂ ਸੀ ਜਿਵੇਂ ਰੂਟੀਨ ਦੇ ਵਿੱਚ ਹੁੰਦਾ ਹੈ। ਲੇਕਿਨ ਨੈਚੁਰਲੀ ਸਾਨੂੰ ਪਤਾ ਸੀ ਅਖਬਾਰਾਂ ਦੇ ਰਾਹੀਂ, ਪ੍ਰੈਸ ਦੇ ਰਾਹੀਂ, ਤੇ ਮੈਂ ਕਿਹਾ ਵੀ ਨਹੀਂ, ਆਪਾਂ ਜਾਵਾਂਗੇ ਜੀ, ਆਪਾਂ ਆਪਣੀ ਗੱਲ ਰੱਖਾਂਗੇ। ਉਹ ਪੰਜਾਬ ਦੇ ਹੈਲਥ ਮਿਨਿਸਟਰ ਹੈ। ਨਹੀਂ ਫਿਰ ਤੁਸੀਂ ਕਾਲੀਆਂ ਝੰਡੀਆਂ ਲੈ ਕੇ ਗਏ? ਨਹੀਂ, ਕੋਈ ਕਾਲੀਆਂ ਝੰਡਾ ਨਹੀਂ, ਅਸੀਂ ਗੁਲਾਬ ਦੇ ਗੁਲਦਸਤੇ ਲੈ ਕੇ ਗਏ ਜੀ। ਉਸ ਤੋਂ ਪਹਿਲੇ ਮੈਂ ਸਾਡੇ ਐਸਡੀਐਮ ਨੂੰ, ਸਾਡੇ ਐਸਪੀ ਸਾਹਿਬ ਨੂੰ ਫੋਨ ਕੀਤਾ ਕਿ ਅਸੀਂ ਆ ਰਹੇ ਹਾਂ ਜੀ, ਕੋਈ ਵਿਰੋਧ ਕਰਨ ਨਹੀਂ ਆ ਰਹੇ ਜੀ, ਅਸੀਂ ਉਹਨਾਂ ਦਾ ਵੈਲਕਮ ਵੀ ਕਰਾਂਗੇ। ਮੈਂ ਅਬੋਹਰ ਦਾ ਵਿਧਾਇਕ ਹਾਂ ਜੀ, ਉਹ ਅਬੋਹਰ ਆਏ ਹੈ, ਐਂਡ ਇਟ ਇਜ਼ ਮਾਈ ਡਿਊਟੀ ਜੀ, ਮੈਂ ਉਹਨਾਂ ਨੂੰ ਵੈਲਕਮ ਕੀਤਾ। ਅਸੀਂ ਇੱਕ ਮੈਮੋਰੈਂਡਮ ਬਣਾਇਆ ਸੀ, ਐਂਡ ਈਵਨ ਉਹਦੇ ਇਲਾਵਾ ਮੈਂ ਉਹਨਾਂ ਨੂੰ ਦੱਸਿਆ ਵੀ ਆਹ ਸਾਡੀ ਦਿੱਕਤਾਂ ਹੈਗੀ ਹੈ ਤੇ ਉਮੀਦ ਹੈ ਮੰਤਰੀ ਸਾਹਿਬ ਵੀ ਤੁਸੀਂ ਸਾਡੀ ਜਿਹੜੀ ਦਿੱਕਤਾਂ ਦੂਰ ਕਰੋਗੇ। ਐਂਡ ਮੈਂ ਆਹ ਗੱਲ ਉਹਨਾਂ ਨੂੰ ਕਹੀ ਵੀ ਜਿੱਥੇ ਸਾਡੀ ਮਦਦ, ਅਸੀਂ ਮਦਦ ਕਰ ਸਕਦੇ, ਸਾਨੂੰ ਦੱਸੋ, ਵੀ ਆਰ ਦੇਅਰ। ਕੋਈ ਪੋਜ਼ਿਟਿਵ ਗੱਲ ਹੋਵੇ ਹਲਕੇ ਵਾਸਤੇ, ਜਿਸ ਚੀਜ਼ ਦਾ ਫਾਇਦਾ ਹੋ ਸਕਦਾ ਹੈ, ਮਤਲਬ ਆਈ ਐਮ ਰੈਡੀ। ਤੇ ਉਹ ਮੇਰੀ ਹਮੇਸ਼ਾ ਦੀ ਸੋਚ ਰਹੀ ਹੈ ਤੇ ਮੈਂ ਕੋਸ਼ਿਸ਼ ਆਈ ਕਰੂੰਗਾ ਵੀ ਅੱਗੇ ਵੀ ਅਸੀਂ ਇਸ ਟਾਈਪ ਦੀ ਸੋਚ ਨੂੰ ਲੈ ਕੇ ਚੱਲੀਏ, ਕਿਉਂਕਿ ਜਦੋਂ ਤੱਕ ਆਪਾਂ ਆਹ ਸੋਚ ਨਹੀਂ ਲੈ ਕੇ ਆਵਾਂਗੇ, ਪੰਜਾਬ ਨਹੀਂ, ਆਪਾਂ ਮਤਲਬ ਸੁਧਾਰ ਨਹੀਂ ਕਰ ਸਕਦੇ। ਤੁਸੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੌੜੇ ਮਾਜਰਾ ਸਾਹਿਬ ਨੂੰ ਮਿਲੇ,
ਉਹਨਾਂ ਨੂੰ ਗੁਲਦਸਤੇ ਦਿੱਤੇ, ਆਪਣੀ ਮੰਗ ਰੱਖੀ, ਪੂਰੀ ਵੀ ਹੋਈ ਕਿ ਸੁਣ ਕੇ ਚਲੇ ਗਏ? ਦੇਖੋ ਮੈਂ ਉਹਨਾਂ ਨੂੰ ਵਕਤ ਦੇਵਾਂਗਾ ਜੀ। ਅਗੇਨ ਮੈਂ ਥੋੜਾ ਜਿਹਾ ਤੁਹਾਨੂੰ ਦੱਸਣਾ ਚਾਹੁੰਦਾ, ਅਰਾਊਂਡ 15-20 ਦਿਨ ਪਹਿਲੇ ਸਾਡਾ ਬਲੱਡ ਬੈਂਕ ਬੰਦ ਹੋ ਗਿਆ ਸੀਗਾ ਅਬੋਹਰ ਦਾ, ਕਿਸੇ ਵਜ੍ਹਾ ਨਾਲ ਇੱਕ ਡਾਕਟਰ ਜਿਹੜੇ ਸੀ ਉਹਨਾਂ ਨੂੰ ਟ੍ਰਾਂਸਫਰ ਕਰਤਾ ਤੇ ਉਹ ਬੰਦ ਹੋ ਗਿਆ। ਮੈਂ ਅਗੇਨ ਮੰਤਰੀ ਸਾਹਿਬ ਨੂੰ ਫੋਨ ਕੀਤਾ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਐਂਡ ਵਿਦਿਨ 2 ਡੇਜ਼ 2 ਦਿਨ ਬਾਅਦ ਉਹਨਾਂ ਨੇ ਮੈਨੂੰ ਫੋਨ ਕੀਤਾ। ਯੈਸ, ਉਹਨਾਂ ਦੇ ਦਫ਼ਤਰ ਤੋਂ ਫੋਨ ਆਇਆ, ਫਿਰ ਮੈਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਵੀ ਸੰਦੀਪ ਜੀ ਜਿਹੜਾ ਤੁਹਾਡਾ ਮਸਲਾ ਹੈ ਉਹ ਹੱਲ ਹੋ ਚੁੱਕਿਆ। ਠੀਕ ਹੈ। ਐਂਡ ਆਈ ਐਪਰੀਸ਼ੀਏਟ ਦੈਟ। ਮੈਂ ਉਹਨਾਂ ਨੂੰ ਐਪਰੀਸ਼ੀਏਟ ਕੀਤਾ, ਮੈਂ ਪ੍ਰੈਸ ਦੇ ਰਾਹੀਂ ਵੀ ਐਪਰੀਸ਼ੀਏਟ ਕੀਤਾ ਵੀ ਥੈਂਕ ਯੂ, ਤੁਸੀਂ ਸਾਡਾ ਮਸਲਾ ਹੱਲ ਕਰਕੇ ਦਿੱਤਾ। ਐਂਡ ਮੈਨੂੰ ਇਸ ਚੀਜ਼ ਦੇ ਵਿੱਚ ਕੋਈ ਜਿੱਥੇ ਕੰਮ ਵਾਸਤੇ ਜਾਣਾ ਪਵੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਜਿਹਦੇ ਕੋਲੇ ਜਾਣਾ ਮੈਂ ਜਾਊਂਗਾ। ਐਂਡ ਆਹ ਗੱਲ ਮੈਂ ਸਿੱਖੀ ਸੁਨੀਲ ਜਾਖੜ ਜੀ ਤੋਂ। ਇੱਕ ਵਾਰੀ ਜਦੋਂ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਜੀ ਪੰਜਾਬ ਦੇ, ਮਨਮੋਹਨ ਸਿੰਘ ਜੀ, ਸਰਦਾਰ ਮਨਮੋਹਨ ਸਿੰਘ ਜੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸੀ, ਜਾਖੜ ਸਾਹਿਬ CLP ਲੀਡਰ ਸੀ ਪੰਜਾਬ ਦੇ ਵਿੱਚ। ਐਂਡ ਵੱਡੇ ਬਾਦਲ ਸਾਹਿਬ ਨੇ ਸੁਨੀਲ ਜੀ ਨੂੰ ਕਿਹਾ ਵੀ ਆਪਾਂ ਪੰਜਾਬ ਦੇ ਵਿੱਚ ਸੇਮ ਦੀ, ਸਪੈਸ਼ਲੀ ਸਾਡੇ ਮੁਕਤਸਰ ਫਾਜ਼ਿਲਕੇ ਜ਼ਿਲ੍ਹੇ ਦੇ ਵਿੱਚ ਸੇਮ ਦੀ ਬੜੀ ਵੱਡੀ ਦਿੱਕਤ ਹੈ। ਉਹਨਾਂ ਨੇ ਕਿਹਾ ਵੀ ਸੁਨੀਲ ਜੀ ਸਾਡੇ ਨਾਲ ਚੱਲੋ, ਮੇਰੇ ਨਾਲ ਚੱਲੋ, ਆਪਾਂ ਪ੍ਰਧਾਨ ਮੰਤਰੀ ਕੋਲੇ ਜਾ ਕੇ ਉਹਦੇ ਵਾਸਤੇ ਕੁਝ ਫੰਡਸ ਲੈ ਕੇ ਆਈਏ, ਕੁਝ ਆਪਾਂ ਸੈਂਟਰ ਦੀ ਮਦਦ ਚਾਹੀਦੀ ਹੈ। ਐਂਡ ਜਾਖੜ ਸਾਹਿਬ ਨੇ ਇਮੀਡੀਏਟਲੀ ਉਹਨਾਂ ਨੂੰ ਕਿਹਾ ਵੀ ਯੈਸ, ਪੰਜਾਬ ਦਾ ਮੁੱਦਾ ਹੈ ਐਂਡ ਮੈਂ ਤੁਹਾਡੇ ਨਾਲ ਚੱਲੂੰਗਾ। ਪਾਰਟੀ ਦੇ ਵਿੱਚ ਉਹਨਾਂ ਦੀ ਇਸ ਗੱਲ ਦੇ ਉੱਤੇ ਵਿਰੋਧਤਾ ਵੀ ਹੋਈ, ਬਟ ਦੈਟਸ ਵੇਅਰ ਆਈਵ ਲਰਨਡ ਮਾਈ ਪੋਲਿਟਿਕਸ ਫਰੋਮ। ਐਂਡ ਕੰਮ ਵਾਸਤੇ, ਪੰਜਾਬ ਵਾਸਤੇ ਜਿੱਥੇ ਵੀ ਜਾਣਾ ਪਵੇ ਮੈਂ ਹਮੇਸ਼ਾ ਤਿਆਰ ਹਾਂ। ਅੱਛਾ, ਸਾਨੂੰ ਕਲੀਅਰ ਹੋ ਗਿਆ ਸੀ ਥੋੜੇ ਮਹੀਨੇ ਪਹਿਲਾਂ ਹੀ, ਪੰਜਾਬ ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ, ਕਿ ਐਤਕੀ ਤੁਸੀਂ ਜਾਣੀ ਪੇ ਅੱਗੇ ਆਓਗੇ, ਸਾਨੂੰ ਲੱਗਦਾ ਸੀ। ਉਦੋਂ ਤੁਹਾਡੀ ਪਾਰਟੀ ਦੀ ਸਰਕਾਰ ਸੀ, ਹਾਂਜੀ, ਜਾਖੜ ਸਾਹਿਬ ਦੀ ਤੂਤੀ ਬੋਲਦੀ ਸੀ, ਹਾਂਜੀ। ਆਪਣੇ ਹਲਕੇ ਦੇ ਵਿੱਚ ਉਹਨਾਂ ਕਿੰਨੇ ਕੁ ਲੋਕਾਂ ਦੇ ਉੱਤੇ ਪਰਚੇ ਕਰਾਏ ਜਿਹੜੇ ਤੁਹਾਡੇ ਨਾਲ ਨਹੀਂ ਸੀ ਤੁਰਦੇ? ਨਹੀਂ ਦੇਖੋ ਮਨਮੀਤ ਜੀ, ਆ ਤਾਂ ਹੁਣ ਤੁਸੀਂ ਤੁਹਾਡਾ ਕੰਮ ਹੈ, ਮਤਲਬ ਪ੍ਰੈਸ ਜਿਹਨੂੰ ਆਪਾਂ ਕਹਿੰਦੇ ਚੌਥਾ ਸਤੰਭ, ਉਹਦਾ ਤੁਸੀਂ ਹੁਣ ਚੈੱਕ ਕਰੋ ਵੀ ਕਿਹੜੇ ਅਸੀਂ ਪਰਚੇ ਕਰਾਏ ਨਹੀਂ ਕਰਾਏ। ਮੈਂ ਤਾਂ ਪਬਲਿਕਲੀ ਜਦੋਂ ਆਮ ਆਦਮੀ ਪਾਰਟੀ ਨੂੰ ਵੀ ਮੈਂ ਕਿਹਾ, ਕਿਉਂਕਿ ਇਲੈਕਸ਼ਨਾਂ ਦੇ ਦੌਰਾਨ ਇਹ ਪਰਚਿਆਂ ਦੀ ਗੱਲ ਕਾਫੀ ਚੱਲਦੀ ਸੀ, ਚਰਚਾ ਸੀ, ਤੇ ਮੈਂ ਪਬਲਿਕਲੀ ਇਲੈਕਸ਼ਨ ਦੇ ਟਾਈਮ ਵੀ ਕਹਿੰਦਾ ਸੀ। ਹੁਣ 6 ਮਹੀਨੇ ਹੋ ਚੁੱਕੇ ਹੈ ਤੇ ਮੈਂ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਅਬੋਹਰ ਦੇ ਵਿੱਚ ਪ੍ਰਤੀਨਿਧੀ ਹੈ, ਜਿਹੜਾ ਉਹਨਾਂ ਦੇ ਪਾਰਟੀ ਨਾਲ ਇਨਵੋਲਵ ਹੈ, ਮੈਂ ਤਾਂ ਉਹਨਾਂ ਨੂੰ ਕਹਿੰਦਾ ਤੁਸੀਂ ਵਾਈਟ ਪੇਪਰ ਲੈ ਕੇ ਆਓ, ਜਾਂ ਤੁਸੀਂ 6 ਮਹੀਨੇ ਹੋ ਗਏ ਤੁਸੀਂ ਲੋਕਾਂ ਨੂੰ ਦੱਸ ਦਿਓ ਕਿੰਨੇ ਕੁ ਅਸੀਂ ਪਰਚੇ ਕੀਤੇ ਸੀ ਜਾਂ ਨਹੀਂ ਕੀਤੇ ਸੀ। ਐਂਡ ਕੰਮਾਂ ਦੀ ਜੇ ਆਪਾਂ ਗੱਲ ਕਰੀਏ, ਅਬੋਹਰ ਹਲਕਾ ਜਿਹੜਾ ਹੈ, ਸਪੈਸ਼ਲੀ ਜਦੋਂ ਅਕਾਲੀ ਸਰਕਾਰ ਸੀ, ਅਸੀਂ ਕਾਫੀ ਪਿਛੜ ਗਏ ਸੀ ਫॉर ਵਟ ਐਵਰ ਰੀਜ਼ਨ। ਮੈਂ ਉਸ ਗੱਲਾਂ 'ਚ ਹੁਣ ਨਹੀਂ ਜਾਣਾ ਚਾਹੁੰਦਾ, ਜਿਹੜੀ ਹੋਣੀ ਹੈ ਹੋ ਗਈ। ਲੇਕਿਨ ਸੁਨੀਲ ਜਾਖੜ ਜੀ ਦੀ ਬਦੌਲਤ, ਕੈਪਟਨ ਸਾਹਿਬ ਦੀ ਬਦੌਲਤ, ਚਲੋ ਅੱਜ ਉਹ ਮਤਲਬ ਭਾਰਤੀ ਜਨਤਾ ਪਾਰਟੀ 'ਚ ਹੈ, ਲੇਕਿਨ ਪਿਛਲੇ 5 ਸਾਲਾਂ 'ਚ ਅਬੋਹਰ ਦੇ ਵਿੱਚ ਸਾਡੀ ਨਹਿਰਾਂ, ਇਰੀਗੇਸ਼ਨ, ਸਾਡੀ ਲਾਈਫ ਲਾਈਨ, ਪੀਣ ਦਾ ਪਾਣੀ, ਸਾਨੂੰ ਸਿੰਚਾਈ ਦਾ ਪਾਣੀ, ਸਾਡੇ ਅਬੋਹਰ ਦੀ ਸਾਰੀ ਮੰਡੀ ਖੇਤੀਬਾੜੀ ਦੇ ਉੱਤੇ ਨਿਰਭਰ ਹੈ। ਨਹਿਰਾਂ ਸਾਡੀ ਨਵੀਂ ਬਣੀ, ਸਰਕਾਰੀ ਕਾਲਜ ਦਾ ਬਹੁਤ ਸਾਲਾਂ ਤੋਂ ਡਿਮਾਂਡ ਸੀ, ਨया ਬਣਿਆ। ਇੱਕ ਵੈਟਨਰੀ ਰਿਸਰਚ ਸੈਂਟਰ ਪੰਜਾਬ ਦੇ ਵਿੱਚ ਤੀਜਾ ਜਿਹੜਾ ਉਹ ਕੰਮ ਚੱਲ ਰਿਹਾ ਹੈ। ਸਕੂਲਸ ਅਪਗ੍ਰੇਡ ਹੋਏ, ਸਾਡੇ ਪਾਰਕਸ ਬਣੇ, ਸਟੇਡੀਅਮਸ ਬਣੇ, ਸ਼ਹਿਰ ਦਾ ਜਿਹੜਾ ਬੁਰਾ ਹਾਲ ਸੀ ਉਹਦਾ ਵਾਪਸ ਨਿਰਮਾਣ ਹੋਇਆ। ਸਾਡਾ ਸੀਵਰੇਜ ਸਿਸਟਮ ਜਿਹੜਾ ਠੱਪ ਸੀਗਾ ਉਹਨੂੰ ਅਸੀਂ ਸੁਧਾਰਿਆ, ਤੇ ਪਿਛਲੇ 5 ਸਾਲਾਂ 'ਚ ਡਿਵੈਲਪਮੈਂਟ ਜਿਹੜੀ ਹੈ ਉਹ ਬਹੁਤ ਹੋਈ, ਤੇ ਉਹਦਾ ਸ਼੍ਰੇ ਮੈਂ ਜਾਖੜ ਸਾਹਿਬ ਤੇ ਕੈਪਟਨ ਸਾਹਿਬ ਨੂੰ ਦੇਵਾਂਗਾ ਜੀ। ਠੀਕ ਹੈ ਜੀ। ਇੱਕ ਮੈਨੂੰ ਹੋਰ ਦੱਸਿਓ ਸੰਦੀਪ ਜੀ, ਕਹਾਣੀ ਤੁਸੀਂ ਦੱਸਿਓ ਕਿ ਕਿੱਥੇ ਇੱਕ ਖੜਦੀ ਹੈ। ਰਾਜਾ ਵੜਿੰਗ ਸਾਹਿਬ ਤੁਹਾਡੀ ਪਾਰਟੀ ਦੇ ਇਸ ਵੇਲੇ ਸੂਬਾ ਪ੍ਰਧਾਨ ਨੇ, ਹਾਂਜੀ। ਜਾਖੜ ਸਾਹਿਬ, ਸੁਨੀਲ ਜਾਖੜ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ। ਉਹਨਾਂ ਨੇ ਤੁਹਾਡੇ ਹਲਕੇ ਦੇ ਵਿੱਚ ਜਾ ਕੇ ਤੁਹਾਡੇ ਖਿਲਾਫ ਕਾਫੀ ਬੋਲਿਆ ਕਿ ਉਹ ਪਾਰਟੀ ਦੀਆਂ ਮੀਟਿੰਗਾਂ 'ਚ ਨਹੀਂ ਆਉਂਦੇ, ਪਾਰਟੀ ਦੇ ਵਿਰੋਧ ਦੇ ਵਿੱਚ ਚੱਲਦੇ ਆ, ਹੋਣਾ ਚਾਹੀਦਾ, ਅਸਤੀਫਾ ਦੇ ਦੇਣ। ਤੁਸੀਂ ਕਾਂਗਰਸ ਪਾਰਟੀ 'ਚ ਹੋ? ਨਹੀਂ, ਮੌਕੇ ਤੇ ਮੈਂ ਡੈਫੀਨੇਟਲੀ ਕਾਂਗਰਸ ਪਾਰਟੀ 'ਚ ਹਾਂ ਪਰਮਜੀਤ ਜੀ। ਐਂਡ ਇੱਕ ਜਿਵੇਂ ਤੁਸੀਂ ਸਾਡੇ ਜਿਹੜੇ ਪ੍ਰਧਾਨ ਹੈ ਕਾਂਗਰਸ ਦੇ ਪੰਜਾਬ ਦੇ, ਵੜਿੰਗ ਸਾਹਿਬ ਦੀ ਗੱਲ ਕੀਤੀ, ਜਦੋਂ ਜਾਖੜ ਸਾਹਿਬ ਪਾਰਟੀ ਛੱਡਦੇ, ਜਾਖੜ ਸਾਹਿਬ ਨੇ ਅੱਜ ਤੱਕ ਮੈਨੂੰ ਨਹੀਂ ਕਿਹਾ ਵੀ ਸੰਦੀਪ ਤੁਸੀਂ ਇੱਧਰ ਆਉਣਾ ਉੱਧਰ ਆਉਣਾ, ਉਹਨਾਂ ਨੇ ਕਿਹਾ ਤੁਸੀਂ ਆਪਣੇ ਫੈਸਲੇ ਆਪ ਲਿਓ। ਲੇਕਿਨ ਹੁਣ 6 ਮਹੀਨੇ ਹੋ ਚੁੱਕੇ ਹੈ ਜੀ, ਅੱਜ ਵੀ ਜਾਂ ਤਾਂ ਪਾਰਟੀ ਮੇਰੇ ਨਾਲ ਗੱਲ ਕਰੇ ਜੀ, ਕਿਉਂਕਿ ਅੱਜ ਵੀ ਸਾਡੀ CLP ਦੀ ਮੀਟਿੰਗ ਸੀ, ਬਾਜਵਾ ਸਾਹਿਬ ਨੇ ਮੈਨੂੰ ਸੱਦਿਆ। ਅਨਫੋਰਚੂਨੇਟਲੀ ਅੱਜ ਮੈਂ ਸਵੇਰੇ ਥੋੜਾ ਲੇਟ ਹੋ ਗਿਆ। ਅੱਛਾ, ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਤੁਹਾਨੂੰ ਸੱਦਿਆ? ਉਹ ਮੈਨੂੰ ਮਤਲਬ ਹਰ ਮੀਟਿੰਗ 'ਚ ਸੱਦੇ, CLP ਦੀ ਮੀਟਿੰਗ 'ਚ ਮੀਟਿੰਗ 'ਚ ਗਏ ਸੀ? ਜਾਂਦਾ ਹੂੰ, ਯੈਸ ਡੈਫੀਨੇਟਲੀ। ਵੜਿੰਗ ਸਾਹਿਬ ਉੱਥੇ ਬੈਠੇ ਹੁੰਦੇ ਆ? ਵੜਿੰਗ ਸਾਹਿਬ ਬੈਠੇ ਹੁੰਦੇ ਜੀ। ਲੇਕਿਨ ਇਸੇ ਗੱਲ ਦਾ ਪਿਛਲੀ ਵਾਰ ਜਦੋਂ ਬਜਟ ਸੈਸ਼ਨ ਸੀ ਪੰਜਾਬ ਵਿਧਾਨ ਸਭਾ ਦਾ ਜੀ, ਮੈਂ ਵੀ ਉੱਥੇ ਹੁੰਦਾ ਸੀ, ਵੜਿੰਗ ਸਾਹਿਬ ਵੀ ਉੱਥੇ ਹੁੰਦੇ ਸੀ। ਐਂਡ ਐਜ਼ ਅ ਪ੍ਰੈਜ਼ੀਡੈਂਟ ਮੈਨੂੰ ਉਮੀਦ ਸੀ ਵੀ ਮੈਨੂੰ ਪੁੱਛਣਗੇ
ਮੈਨੂੰ ਬਤਲਾਣਗੇ ਵੀ ਸੰਦੀਪ ਕੀ ਅੱਗੇ ਤੇਰਾ ਕੀ ਵਿਚਾਰ ਹੈ, ਅੱਗੇ ਕੀ ਕਰਨਾ ਚਾਹੁੰਦੇ ਹੋ। ਲੇਕਿਨ ਉਹਨਾਂ ਨੇ ਸਿਰਫ ਪ੍ਰੈਸ ਦੇ ਰਾਹੀਂ ਜਿਹੜੀ ਗੱਲਾਂ ਉਹਨਾਂ ਨੇ ਕੀਤੀ ਉਹ ਕੀਤੀ। ਮੇਰੇ ਨਾਲ ਨਾ ਤਾਂ ਉਹਨਾਂ ਨੇ ਕੋਈ ਗੱਲ ਕੀਤੀ, ਨਾ ਕੋਈ ਜਿਹੜੇ ਸੈਕਟਰੀ ਇੰਚਾਰਜ ਹੈ ਪੰਜਾਬ ਦੇ ਉਹਨਾਂ ਨੇ ਕੋਈ ਗੱਲ ਕੀਤੀ। ਫਿਰ ਮੈਂ ਦਿੱਲੀ ਗੱਲ ਕੀਤੀ ਸੋਨੀਆ ਜੀ ਨਾਲ, ਉਹਦੇ ਬਾਅਦ ਉਹਨਾਂ ਦੀ ਸਵਾਸਥ ਹੈਲਥ ਉਹ ਚੈੱਕਅਪ ਵਗੈਰਾ ਕਰਾਉਣ ਚਲੇ ਗਏ। ਫਿਰ ਸਾਰਾ ਸਿਸਟਮ ਥੋੜਾ ਜਿਹਾ ਵਿਗੜ ਗਿਆ। ਫਿਰ ਉਹ ਦੂਜੀ ਯਾਤਰਾ ਚੱਲ ਗਈ ਕਾਂਗਰਸ ਪਾਰਟੀ ਦੀ। ਤੇ ਜਦੋਂ ਨੈਕਸਟ ਮੰਥ ਨਵਾਂ ਪ੍ਰਧਾਨ ਬਣਨਾ ਹੈ ਕਾਂਗਰਸ ਪਾਰਟੀ ਦਾ, ਜਦੋਂ ਵੀ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਬਣਨਗੇ ਮੈਂ ਜਾ ਕੇ ਉਹਨਾਂ ਨੂੰ ਮੇਰੇ ਗੱਲ ਜ਼ਰੂਰ ਰੱਖੂੰਗਾ ਵੀ ਜਾਂ ਤਾਂ ਮੈਨੂੰ ਕਲੀਅਰ ਕਰ ਦਿਓ ਜੀ, ਡਸ ਦ ਪਾਰਟੀ ਵਾਂਟ ਮੀ ਔਰ ਨਾਟ। ਜੇ ਉਹ ਨਹੀਂ ਤੁਸੀਂ ਮੈਨੂੰ ਚਾਹੁੰਦੇ ਤਾਂ ਮੈਨੂੰ ਕਲੀਅਰਲੀ ਦੱਸ ਦਿਓ, ਫਿਰ ਮੈਂ ਆਪਣੇ ਰਸਤੇ ਦਾ ਤਿਆਰ ਕਰਾਂ, ਆਪਣੇ ਰਸਤੇ ਬਣਾਵਾਂ। ਕਿਉਂਕਿ ਅਬੋਹਰ ਦੇ ਲੋਕਾਂ ਨੇ ਮੈਨੂੰ ਚੁਣ ਕੇ ਭੇਜਿਆ। ਮੈਂ ਅੱਜ ਕੱਲ ਰੋਜ਼ ਮੈਂ ਮੇਰੇ ਹਲਕੇ 'ਚ ਰਹਿੰਦਾ, ਜਦੋਂ ਵੀ ਚੰਡੀਗੜ੍ਹ ਨਹੀਂ ਆਉਂਦੇ, ਐਂਡ ਮੇਰੇ ਕੋਲੇ ਜਿਹੜਾ ਫੀਡਬੈਕ ਅਬੋਹਰ ਦੇ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ, ਉਹਨਾਂ ਨੇ ਕਿਹਾ ਵੀ ਸੰਦੀਪ ਮੈਜੋਰਿਟੀ ਆਫ ਦ ਪੀਪਲ ਉਹਨਾਂ ਨੇ ਕਿਹਾ ਅਸੀਂ ਤੇਰੇ ਨਾਲ ਹੈਗੇ ਆ, ਜਿਹੜਾ ਵੀ ਫੈਸਲਾ ਤੁਸੀਂ ਲਿਓਗੇ ਤੁਹਾਡੇ ਨਾਲ ਖੜੇ ਆ। ਤੇ ਪਾਰਟੀ ਨਾਲ ਮੈਂ ਪਹਿਲੇ ਗੱਲ ਕਰੂੰਗਾ, ਮੈਂ ਆਪਣੀ ਗੱਲ ਦੱਸੂੰਗਾ ਵੀ ਮੇਰੇ ਨਾਲ ਕੀ ਦਿੱਕਤ ਹੈ, ਮੈਨੂੰ ਕਲੀਅਰ ਕਰੋ। ਡਬਲ ਸਟੈਂਡਰਡਸ ਕਿਉਂ ਹੈ, ਮਤਲਬ ਮੇਰੇ ਨਾਲ ਹਰ ਚੀਜ਼ ਦੇ ਵਿੱਚ ਸੁਨੀਲ ਜਾਖੜ ਜੀ ਨਾਲ ਵੀ ਆਹੀ ਗੱਲ ਹੋਈ, ਮੇਰੇ ਨਾਲ ਵੀ ਤੁਸੀਂ ਆਹੀ ਗੱਲ ਕਰ ਰਹੇ ਹੋ। ਮਤਲਬ ਮੈਨੂੰ ਮੇਰੇ ਨਾਲ ਤਾਂ ਗੱਲ ਕਰੋ। ਤੁਹਾਡੀ ਵੜਿੰਗ ਸਾਹਿਬ ਨਾਲ ਕੋਈ ਪੁਰਾਣੀ ਲੜਾਈ ਆ? ਨਹੀਂ, ਮੇਰੀ ਤਾਂ ਕੋਈ ਲੜਾਈ ਨਹੀਂ ਉਹਨਾਂ ਨਾਲ। ਪਹਿਲਾਂ ਤੁਸੀਂ ਬੋਲਦੇ ਚੱਲਦੇ ਸੀ? ਨਹੀਂ, ਯੂਥ ਕਾਂਗਰਸ ਜਦੋਂ ਮੈਂ ਸ਼ੁਰੂਆਤ ਕੀਤੀ, ਅਸੀਂ ਇਕੱਠੇ ਸ਼ੁਰੂਆਤ ਕੀਤੀ। ਮੈਂ ਜ਼ਿਲ੍ਹੇ ਦਾ ਪ੍ਰਧਾਨ ਜਿਹੜਾ ਪਹਿਲਾ ਇਲੈਕਸ਼ਨ ਹੋਇਆ ਸੀ, ਮੇਰੀ ਤਾਂ ਅੱਜ ਵੀ ਕੋਈ ਉਹਨਾਂ ਨਾਲ ਰਾਂਦ ਨਹੀਂ ਹੈ। ਜੇ ਉਹਨਾਂ ਨੂੰ ਮੇਰੇ ਨਾਲ ਕੋਈ ਡਿਫਰੈਂਸਿਸ ਹੈ, ਮੈਂ ਕਹਿ ਨਹੀਂ ਸਕਦਾ ਮੇਰੇ ਉਹਨਾਂ ਨਾਲ ਕੋਈ ਡਿਫਰੈਂਸਿਸ ਨਹੀਂ ਹੈ। ਲੇਕਿਨ ਐਜ਼ ਬਤੌਰ ਪ੍ਰੈਜ਼ੀਡੈਂਟ ਆਈ ਥਿੰਕ ਇੰਨਾ ਦਾ ਬਣਦਾ ਵੀ ਮਤਲਬ ਟੀਮ ਵਰਕ ਆਪਾਂ ਨੂੰ ਇਸੇ ਨੂੰ ਕਹਿੰਦੇ ਵੀ ਮੈਨੂੰ ਪੁੱਛੋ ਤਾਂ ਸਹੀ ਵੀ ਕੀ ਇਸ਼ੂ ਕੀ ਹੈ, ਵੀ ਮਤਲਬ ਇਲਜ਼ਾਮ ਲਾਣੇ। ਲੇਕਿਨ ਮੇਰਾ ਜਿਹੜਾ ਅਗੇਨ ਸਟਾਈਲ ਆਫ ਪੋਲਿਟਿਕਸ ਹੈ, ਮੈਂ ਇਸ ਗੱਲਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਵੀ ਕਿਸੇ ਨੂੰ ਮਾੜਾ ਪਬਲਿਕਲੀ ਕੋਈ ਗੱਲਾਂ ਕਰਾਂ। ਕੋਈ ਮੈਨੂੰ ਜਿਸ ਦਿਨ ਪੁੱਛਣਗੇ, ਮੈਨੂੰ ਮੌਕਾ ਮਿਲੂਗਾ ਮੇਰੀ ਗੱਲ ਰੱਖਣ ਦਾ, ਪਹਿਲੇ ਮੈਂ ਮੇਰੀ ਗੱਲ ਰੱਖੂੰਗਾ। ਫਿਰ ਲੈਟਸ ਸੀ ਉਹ ਫਿਰ ਕੀ ਅੱਗੇ ਜਵਾਬ ਆਉਂਦਾ, ਬਿਲਕੁਲ ਉਸ ਹਿਸਾਬ ਨਾਲ ਕਰਾਂਗੇ। ਅੱਛਾ, ਮੈਨੂੰ ਇੱਕ ਗੱਲ ਜ਼ਰੂਰ ਦੱਸਿਓ, ਤੁਹਾਡਾ ਕਿਉਂਕਿ ਵਿਧਾਨ ਸਭਾ ਹਲਕਾ ਬਾਰਡਰ ਦੇ ਨਾਲ ਲੱਗਦਾ। ਹਾਂਜੀ, ਅਸੀਂ ਜਿੱਥੇ ਰਹਿੰਦੇ ਹਾਂ ਸਾਡੇ ਨਾਲ ਬਾਰਡਰ ਨਹੀਂ ਲੱਗਦਾ, ਸਾਨੂੰ ਬਾਰਡਰ ਏਰੀਆਜ਼ ਦੀਆਂ ਦਿੱਕਤਾਂ ਨਹੀਂ ਪਤਾ। ਪਿਛਲੇ ਸਮੇਂ ਦੇ ਵਿੱਚ ਬੜੀ ਵੱਡੀ ਚਰਚਾ ਚੱਲਦੀ ਸੀ ਕਿ ਕੰਡਿਆਲੀ ਤਾਰ ਤੋਂ ਪਾਰ ਜਿਨ੍ਹਾਂ ਦੇ ਖੇਤ ਨੇ ਉਹਨਾਂ ਨੂੰ ਫਸਲਾਂ ਵੱਢਣ ਦੇ ਵਿੱਚ ਉੱਚੀਆਂ ਫਸਲਾਂ ਨਹੀਂ ਬੀਜ ਸਕਦੇ, ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ। ਹੋ ਸਕਦਾ ਕਿ ਉਰਲੇ ਪਾਸੇ ਵੀ ਕਈ ਤਰ੍ਹਾਂ ਦਿੱਕਤਾਂ। ਹੁਣ ਉਸ ਏਰੀਏ ਦੇ ਵਿੱਚ ਸਾਨੂੰ ਆਮ ਤੌਰ 'ਤੇ ਲੱਗਦਾ ਹੁੰਦਾ ਉੱਥੇ ਕੋਈ ਸਕੂਲ ਨਹੀਂ ਬਹੁਤੇ ਵਧੀਆ ਹੋਣਗੇ, ਉੱਥੇ ਕੋਈ ਇੰਡਸਟਰੀ ਨਹੀਂ ਹੋਏਗੀ। ਸੱਚੀ ਮੁੱਚੀ ਬਾਰਡਰ ਏਰੀਆ ਜਿਹੜਾ ਤੁਹਾਡਾ ਹਲਕਾ ਹੈ, ਉੱਥੇ ਬੇਰੁਜ਼ਗਾਰੀ ਦਾ ਜਾਂ ਐਜੂਕੇਸ਼ਨ ਦਾ ਉਸ ਬੈਲਟ ਦੇ ਵਿੱਚ ਆਮ ਪੰਜਾਬ ਦੇ ਨਾਲੋਂ ਥੋੜ੍ਹੇ ਜਿਹੇ ਮੁਸ਼ਕਲ ਹਾਲਾਤ? ਇਹ ਜਿਹੜੀ ਤੁਸੀਂ ਗੱਲਾਂ ਕੀਤੀ ਫੈਂਸਿੰਗ ਵਾਲੀ ਤੇ ਨੋ ਮੈਨਸ ਲੈਂਡ, ਉਹ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ, ਉਹ ਯੈਸ ਡੈਫੀਨਿਟਲੀ ਫਾਜ਼ਿਲਕਾ ਜਿਹੜਾ ਸਾਡਾ ਫਾਜ਼ਿਲਕਾ, ਜਲਾਲਾਬਾਦ, ਗੁਰੂ ਅਰਸਾ, ਉਸ ਏਰੀਏ ਦੇ ਵਿੱਚ ਦਿੱਕਤਾਂ ਹੈਗੀਆਂ ਕਿਉਂਕਿ ਟਾਈਮ ਦੀ ਪਾਬੰਦੀ ਹੈ ਵੀ ਇੰਨੇ ਵਕਤ। ਫਿਰ ਕਈ ਵਾਰੀ ਜਦੋਂ ਥੋੜਾ ਜਿਹਾ ਮਾਹੌਲ ਬਾਰਡਰ ਦੇ ਉੱਤੇ ਗਰਮਾ ਜਾਂਦਾ ਹੈ, ਫਿਰ ਰਿਸਟ੍ਰਿਕਸ਼ਨ। ਯੈਸ, ਇਹ ਮੁੱਦੇ ਹੈ। ਇੰਡਸਟਰੀ ਦਾ ਮੁੱਦਾ ਡੈਫੀਨੇਟਲੀ ਹੈਗਾ। ਬੇਰੋਜ਼ਗਾਰੀ ਤਾਂ ਮੈਂ ਕਹੂੰਗਾ ਵੀ ਸਾਰੇ ਏਰੀਏ ਦੇ, ਆਪਣੇ ਪੂਰੇ ਪੰਜਾਬ ਦੇ ਵਿੱਚ ਅੱਜ ਦੇ ਦਿਨ ਇੱਕ ਬਹੁਤ ਵੱਡਾ ਵਿਸ਼ਾ ਹੈ। ਐਂਡ ਸਾਡੇ ਅਬੋਹਰ ਦੀ ਜੇ ਮੈਂ ਗੱਲ ਕਰਾਂ, ਜਿਓਗ੍ਰਾਫਿਕਲੀ ਵੀ ਮਤਲਬ ਅਸੀਂ ਇੱਕ ਕਾਰਨਰ ਦੇ ਵਿੱਚ ਹੈਗੇ ਹਾਂ, ਸਭ ਮੁਸ਼ਕਿਲਾਂ ਹੈਗੀ ਹੈ। ਤੇ ਇਹੀ ਚੀਜ਼ਾਂ ਜਿਹੜੀ ਹੈਗੀ ਹੈ, ਹੁਣ ਮੌਜੂਦਾ ਸਰਕਾਰ ਨੂੰ ਭੁੱਲ ਜਾਓ, ਕਲੀਨ ਸਲੇਟ ਹੈ ਉਹਨਾਂ ਕੋਲੇ। ਬਾਕੀ ਜਿਹੜੀ ਪਾਰਟੀਆਂ ਹੈਗੀ ਹੈ, ਰਵਾਇਤੀ ਪਾਰਟੀਆਂ, ਉਹਨਾਂ ਦੇ ਬੈਗੇਜ ਜਿਵੇਂ ਆਪਾਂ ਕਹਿੰਦੇ ਨਾ, ਬੜਾ ਉਹਨਾਂ ਨਾਲ ਚੀਜ਼ਾਂ ਹੈਗੇ, ਤੇ ਪਰ ਇਹਨਾਂ ਕੋਲੇ ਸਲੇਟ ਸਾਫ਼ ਹੈ। ਤੇ ਇਨਵੋਲਵ ਕਰੋ, ਸਾਰਿਆਂ ਨੂੰ ਇਨਵੋਲਵ ਕਰਕੇ ਕੋਈ ਸੋਲਿਡ ਪੋਲਿਸੀਜ਼ ਬਣਾਓ। ਕੋਈ ਦਿੱਕਤਾਂ ਬਹੁਤ ਹੈਗੀ ਹੈ, ਪਰ ਮੇਰਾ ਮੰਨਣਾ ਹੈ ਅੱਜ ਦੇ ਦਿਨ ਜੇ ਤੁਸੀਂ ਆਮ ਆਦਮੀ ਪਾਰਟੀ ਪਬਲਿਕ ਡਾਇਲੋਗ ਦੇ ਵਿੱਚ ਬਹੁਤ ਵਿਸ਼ਵਾਸ ਰੱਖਦੀ ਹੈ, ਹਰ ਚੀਜ਼ ਦੇ ਵਿੱਚ ਵੀ ਅਸੀਂ ਲੋਕਾਂ ਤੋਂ ਫੀਡਬੈਕ ਲੈਣਾ ਲੋਕਾਂ ਤੋਂ। ਤੇ ਤੁਸੀਂ ਐਟਲੀ ਜਿਹੜੇ ਲੋਕਾਂ ਦੇ ਦੂਜੇ ਬਣਾਏ ਹੋਏ ਨੁਮਾਇੰਦੇ ਹੈ, ਉਹਨਾਂ ਨੂੰ ਬੁਲਾਓ, ਉਹਨਾਂ ਨਾਲ ਵਾਰਤਾਲਾਪ ਕਰੋ, ਗੱਲਬਾਤ ਕਰੋ, ਐਂਡ ਪਬਲਿਕਲੀ ਕਰੋ, ਤੁਹਾਡੇ ਰਾਹੀਂ ਕਰੋ। ਐਂਡ ਦੈਨ ਲੈਟਸ ਕਮ ਅਪ ਵਿਦ ਅ ਪੋਲਿਸੀ ਵੀ ਆਹ ਪੰਜਾਬ ਦੀ ਇੰਡਸਟਰੀਅਲ ਪੋਲਿਸੀ ਹੈ। ਨਥਿੰਗ ਇਜ਼ ਪਰਫੈਕਟ ਪਰਮਵੀਰ ਜੀ, ਲੇਕਿਨ ਐਟਲੀਸਟ ਡਾਇਲੋਗ ਤਾਂ ਸ਼ੁਰੂ ਕਰੀਏ। ਮੈਨੂੰ 6 ਮਹੀਨੇ ਹੋ ਗਏ, ਮੈਨੂੰ ਬਹੁਤ ਉਮੀਦਾਂ ਸੀਗੀ ਵੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਹੋਊਗਾ, ਕਿਉਂਕਿ ਨੈਚੁਰਲ ਹੈ, ਐਕਸਪੈਕਟੇਸ਼ਨ ਸੀ ਜਿਸ ਟਾਈਪ ਦੀ ਉਹਨਾਂ ਨੇ ਗੱਲਾਂ ਕੀਤੀ ਸੀ ਇਲੈਕਸ਼ਨਾਂ ਦੇ ਦੌਰਾਨ, ਬਟ ਹੁਣ ਵੇਖਣ ਨੂੰ ਨਹੀਂ ਮਿਲ ਰਿਹਾ। ਅੱਛਾ ਜਾਖੜ ਸਾਹਿਬ, ਇੱਕ ਚੀਜ਼ ਹੋਰ ਦੱਸਿਓ, ਤੁਹਾਡੇ ਕਿੰਨੂੰ ਬਹੁਤ ਹੁੰਦਾ? ਹਾਂਜੀ, ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਫੂਡ ਪ੍ਰੋਸੈਸਿੰਗ ਮਿਨਿਸਟਰ ਬਣੇ ਸੀ, ਉਦੋਂ ਐਂ ਲੱਗਿਆ ਮਹਿਕਮਾ ਵੀ ਮਿਲ ਗਿਆ
ਤੇ ਸਾਨੂੰ ਤਾਂ ਚਾਹੀਦਾ ਇਹ ਹੈ ਕਿ ਜਿਹੜੀ ਚੀਜ਼ ਸਾਡੇ ਪੰਜਾਬ ਦੇ ਵਿੱਚ ਪੈਦਾ ਹੁੰਦੀ ਹੈ ਉਹਦੀ ਇੰਡਸਟਰੀ ਲੱਗੇ। ਅਸੀਂ ਰਾ ਮਟੀਰੀਅਲ ਕਿਉਂ ਭੇਜੀਏ, ਅਸੀਂ ਪ੍ਰੋਡਕਟ ਤਿਆਰ ਕਰਕੇ ਪੈਕ ਕਰਕੇ ਭੇਜੀਏ, ਸਾਨੂੰ 4 ਰੁਪਏ ਵੱਧ ਪੰਜਾਬ ਨੂੰ ਬਚਣ, ਕਿਸਾਨ ਨੂੰ ਵੀ, ਮਜ਼ਦੂਰ ਨੂੰ ਵੀ, ਪ੍ਰੋਸੈਸਰ ਨੂੰ ਵੀ, ਸਰਕਾਰ ਨੂੰ ਵੀ। ਤੁਹਾਡੇ ਪਰਿਵਾਰ ਦੇ ਵਿੱਚੋਂ ਕੇਂਦਰ ਸਰਕਾਰ ਦੇ ਵਿੱਚ ਮਿਨਿਸਟਰੀਆਂ ਤੱਕ ਰਹੀਆਂ, ਮੈਨੂੰ ਅਜੇ ਤੱਕ ਇਹ ਨਹੀਂ ਸਮਝ ਆਉਂਦੀ ਕਿ ਹੁਸ਼ਿਆਰਪੁਰ ਵਾਲੇ ਪਾਸੇ, ਤੁਹਾਡੇ ਵਾਲੇ ਪਾਸੇ ਭਈ ਹਮੇਸ਼ਾ ਅਸੀਂ ਇਹੀ ਕਿਉਂ ਸੁਣਦੇ ਆ ਜੇ ਕਿੰਨੂ ਦਾ ਭਾਅ ਡਿੱਗ ਪਿਆ ਜੀ, ਐਤਕੀ ਕਿੰਨੂ ਦਾ ਭਾਅ ਚੱਕ ਹੋ ਗਿਆ ਜੀ, ਅਸੀਂ ਉਸ ਚੀਜ਼ ਨੂੰ ਪ੍ਰੋਸੈਸ ਕਰਕੇ ਅੱਗੇ ਕਿਉਂ ਨਹੀਂ ਭੇਜ ਸਕੇ? ਕਿਉਂਕਿ ਜਿੱਥੇ ਆਪਾਂ ਭੇਜਦੇ ਉਹ ਵੀ ਤਾਂ ਪ੍ਰੋਸੈਸ ਹੀ ਕਰਦੇ ਹੋਣੇ ਆ। ਕਹਿਣੀ ਕਹਾਣੀ ਕਿੱਥੇ, ਘਾਟ ਕਿੱਥੇ ਰਹਿ ਗਈ? ਭਵਿੰ ਜੀ ਕਈ ਚੀਜ਼ਾਂ ਦੇ ਵਿੱਚ ਤੁਸੀਂ ਕਿਹਾ ਵੀ ਸਾਡੇ ਜਦੋਂ ਮੇਰੇ ਦਾਦਾ ਜੀ ਐਗਰੀਕਲਚਰ ਮਿਨਿਸਟਰ ਬਣੇ ਸੀ, ਉਸ ਤੋਂ ਪਹਿਲੇ ਸਪੀਕਰ ਜਦੋਂ ਬਣੇ ਸੀ, ਸਭ ਤੋਂ ਪਹਿਲਾਂ ਹਿੰਦੁਸਤਾਨ ਦਾ ਟੈਟਰਾ ਪੈਕਿੰਗ ਦਾ ਪਲਾਂਟ ਸਾਡੇ ਉੱਥੇ ਲੱਗਿਆ ਸੀ। ਠੀਕ ਹੈ ਜੀ। ਵੋਲ ਫਾਰਮ ਮੈਨੂੰ ਹੁਣ ਤੱਕ ਯਾਦ ਹੈ, ਮਤਲਬ ਉਹਦੀ ਐਡ ਆਂਦੀ ਸੀ, ਵੋਲ ਫਾਰਮ ਇਸਮੇ ਨਹੀਂ ਹੈ ਕੱਦੂ ਬਰਾ, ਕੈਚਅਪ ਬਣਦੀ ਸੀ। ਠੀਕ ਹੈ। ਤੇ ਲੇਕਿਨ ਇਟ ਵਾਸ ਵੇ ਅहेड ਆਫ ਹਿਸ ਟਾਈਮਸ। ਉਹ ਲੱਗਿਆ ਪਲਾਂਟ ਬਟ ਉਹ ਨਹੀਂ ਸਕਸੈਸਫੁਲ ਹੋ ਪਾਇਆ। ਫਿਰ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ, ਸਾਡੇ ਉੱਥੇ ਕਿੰਨੂਆਂ ਵਾਸਤੇ, ਕਿੰਨੂ ਨੂੰ ਪ੍ਰੋਸੈਸ ਕਰਨ ਵਾਸਤੇ ਇੰਡਸਟਰੀ ਲੱਗੀ, ਉਹ ਫॉर ਸਮ ਉਹ ਨਹੀਂ ਸਕਸੈਸਫੁਲ ਹੋ ਪਾਈ। ਹੁਣ ਹਰਸਿਮਰਤ ਕੌਰ ਜੀ ਸੀ, ਉਹਨਾਂ ਨੇ ਕਿੰਨੂ ਵਾਸਤੇ ਇੱਕ ਵਾਰ ਟ੍ਰੇਨ ਚਲਾਈ ਸੈਂਟਰਲ ਗਵਰਨਮੈਂਟ ਦੇ ਵਿੱਚ, ਜਦੋਂ ਫੂਡ ਪ੍ਰੋਸੈਸਿੰਗ ਮੰਤਰੀ ਸੀਗੇ, ਕਿਉਂਕਿ ਟਰਾਂਸਪੋਰਟੇਸ਼ਨ ਦੇ ਵਿੱਚ ਬਹੁਤ ਕੋਸਟ ਮਹਿੰਗਾ ਪੈਂਦਾ ਹੈ। ਸਾਰੇ ਕਿਸਾਨਾਂ ਦਾ ਤੇ ਵਪਾਰੀਆਂ ਦਾ ਸੀਗਾ ਵੀ ਜੇ ਟ੍ਰੇਨ ਚੱਲ ਜੇ, 에ਅਰ ਕੰਡੀਸ਼ਨ ਟ੍ਰੇਨ ਬੋਗੀਜ਼ ਹੋਣ ਉਹਦੇ ਵਿੱਚ, ਤੇ ਸਾਡਾ ਜਿਹੜਾ ਕਿੰਨੂ ਹੈ ਹਰ ਥਾਂ ਪਹੁੰਚ ਸਕਦਾ ਹੈ, ਸਾਨੂੰ 2 ਰੁਪਏ ਬਚ ਜਾਣਗੇ। ਉਹ ਚੱਲੀ ਟ੍ਰੇਨ, ਬਟ ਇੱਕ ਵਾਰ ਚੱਲ ਕੇ ਉਹਨੂੰ ਅਸੀਂ ਫੋਲੋ ਅਪ ਨਹੀਂ ਕਰ ਪਾਏ। ਤੇ ਅਗੇਨ ਮੇਰਾ ਕਹਿਣ ਦਾ ਭਾਵ ਹੈ ਵੀ ਕੰਸਿਸਟੈਂਟ ਪੋਲਿਸੀਜ਼ ਨਹੀਂ ਰਹੀ। ਉਹੀ ਗੱਲ ਕਿ ਲੰਬੀ ਪਾਲਿਸੀ ਚਾਹੀਦੀ, ਪਾਲਿਸੀਜ਼ ਨਹੀਂ ਰਹੀ। ਤੇ ਉਹ ਜਦੋਂ ਵੀ ਕੋਈ ਚੇਂਜ ਆਫ ਗਵਰਨਮੈਂਟਸ ਹੁੰਦੀ ਸੀ, ਉਹ ਉਸ ਹਿਸਾਬ ਨਾਲ ਵੀ ਪਹਿਲਿਆਂ ਦਾ ਢਾਹ ਦੋ ਆਪਣਾ ਬਣਾ ਲਓ। ਯੈਸ। ਤੇ ਮਤਲਬ ਅਗੇਨ ਇਹਦੇ ਵਿੱਚ ਮੈਂ ਜਿਵੇਂ ਮੈਂ ਕਿਸੇ ਦੇ ਤੇ ਬਲੇਮ ਨਹੀਂ ਲਾ ਰਿਹਾ, ਲੇਕਿਨ ਹੁਣ ਮੌਕਾ ਹੈ ਕਿ ਆਪਾਂ ਇਹ ਜਿਹੜੀ ਗਲਤੀਆਂ ਆਪਾਂ ਇੰਨੇ ਸਾਲੋਂ ਸਾਲ ਕਰਦੇ ਆ ਰਹੇ ਸੀ, ਹੁਣ ਇਹਨੂੰ ਬਦਲੀਏ ਤਾਂ ਸਹੀ। ਇਹਨੂੰ ਮਤਲਬ ਜਦੋਂ ਤੱਕ ਕੋਈ ਪੋਜ਼ਿਟਿਵ ਸਟਾਰਟ ਲਈਏ, ਕੋਈ ਇੱਕ ਕਦਮ ਤਾਂ ਵਧਾਈਏ, ਨਹੀਂ ਤਾਂ ਫਿਰ ਉਵੇਂ ਹੀ ਚੱਲਦਾ ਰਹੂਗਾ। ਫਿਰ 5 ਸਾਲਾਂ ਬਾਅਦ ਫਿਰ ਆਮ ਆਦਮੀ 'ਚ ਬਾਕੀਆਂ 'ਚ ਕੋਈ ਫਰਕ ਹੀ ਨਹੀਂ ਰਹਿਣਾ। ਜਾਖੜ ਸਾਹਿਬ, ਇੱਕ ਨਾ ਪਿਛਲੇ ਦਿਨੀ ਗੁਰਮੀਤ ਸਿੰਘ ਮੀਥੇਰ ਜਿਹੜੇ ਸਪੋਰਟਸ ਮਿਨਿਸਟਰ ਨੇ, ਉਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਪੂਰਾ 1 ਮਹੀਨਾ ਖੇਡਾਂ ਕਰਾਉਣੀਆਂ, ਸਾਰੇ ਬਲਾਕਸ ਦੇ ਵਿੱਚ ਹੋਣਗੀਆਂ, ਵੱਧ ਤੋਂ ਵੱਧ ਖਿਡਾਰੀ ਲੈ ਕੇ ਆਵਾਂਗੇ। ਫਿਰ ਸੈਂਕੜੇ ਖਿਡਾਰੀਆਂ ਦੇ ਲਈ ਉਹਨਾਂ ਨੇ ਵਜ਼ੀਫਿਆਂ ਦਾ ਐਲਾਨ ਕਰ ਦਿੱਤਾ। 14-14 ਹਜ਼ਾਰ ਰੁਪਈਆ ਮਹੀਨੇ ਦਾ ਵੀ ਮਿਲਣਾ ਜੇ ਸਾਰੀ ਡਾਈਟ ਵਗੈਰਾ ਵਿੱਚ ਪਾ ਲਈਏ। ਤੁਸੀਂ ਵਿਰੋਧੀ ਧਿਰ 'ਚੋਂ ਆਮ ਤੌਰ ਦੇ ਉੱਤੇ ਹਰ ਇੱਕ ਪਾਲਿਸੀ ਨੂੰ ਮਾੜੀ ਕਿਹਾ ਜਾਂਦਾ, ਤੁਹਾਨੂੰ ਕੀ ਲੱਗਦਾ ਕਿ ਪਹਿਲਾਂ ਨਾਲੋਂ ਇੱਕ ਕਦਮ ਅੱਗੇ ਪੱਟਿਆ ਗਿਆ ਜਾਂ ਫਿਰ ਉਹ ਗੱਲਾਂ ਬਾਤਾਂ? ਡੈਫੀਨੇਟਲੀ ਇਟਸ ਅ ਗੁੱਡ ਸਟਾਰਟ। ਮਤਲਬ ਕਿਉਂਕਿ ਅਲਟੀਮੇਟਲੀ ਜਿਵੇਂ ਸਪੋਰਟਸ ਵਾਲਾ ਵੀ ਹੈ, ਆ ਕੋਈ ਇੱਕ ਵਾਰੀ ਜਾਂ 2 ਵਾਰ ਕਰਾਉਣ ਨਾਲ ਨਹੀਂ ਮਸਲਾ ਲਾਉਣਾ, ਆ ਤਾਂ ਲਗਾਤਾਰ ਐਵਰੀ ਈਅਰ, ਆ ਮਤਲਬ ਮੈਂ ਤਾਂ ਕਹਿੰਦਾ ਸਾਲ ਦੇ ਵਿੱਚ 2-3 ਵਾਰ ਹੋਣਾ ਚਾਹੀਦਾ। ਬਟ ਸ਼ੁਰੂਆਤ ਤਾਂ ਕੀਤੀ ਉਹਨਾਂ ਨੇ। ਉਮੀਦ ਹੈ ਵੀ ਮੀਥੇਰ ਜੀ ਵੀ ਯੰਗ ਹੈ, ਐਨਰਜੈਟਿਕ ਹੈ, ਨਵੀਂ ਸੋਚ ਹੈ, ਤੇ ਉਮੀਦ ਹੈ ਵੀ ਇਹਨੂੰ ਹੋਰ ਅੱਗੇ ਐਕਸਪੈਂਡ ਕਰਨਗੇ। ਆਪਾਂ ਜੇ ਗੱਲ ਕਰੀਏ ਜਿਵੇਂ ਹਾਕੀ ਹੈ, ਇੰਡੀਆ ਦੀ ਜਿਹੜੀ ਹਾਕੀ ਟੀਮ ਹੈ, ਉਹਦੇ ਵਿੱਚ ਲਗਭਗ 6-7-8 ਪਲੇਅਰ ਹਮੇਸ਼ਾ ਪੰਜਾਬ ਦੇ ਹੁੰਦੇ, ਉਹਨੂੰ ਡਿਵੈਲਪ ਕੀਤਾ ਜਾਵੇ ਆਪਾਂ ਨੂੰ, ਕਿਉਂਕਿ ਅੱਜ ਕੱਲ੍ਹ ਹਾਕੀ ਐਸਟ੍ਰੋਟਰਫਸ ਦੇ ਉੱਤੇ ਖੇਡੀ ਜਾਂਦੀ ਹੈ। ਕੋਈ ਨਵੀਂ ਐਸਟ੍ਰੋਟਰਫ ਦੀ ਫੀਲਡਸ ਬਣਾਓ, ਕੋਚਿਸ, ਮਤਲਬ ਜਿਵੇਂ ਕੋਚਿਸ ਦੀ ਬਹੁਤ ਘਾਟ ਹੈ ਜੀ। ਤੁਸੀਂ ਪਰਮੀ ਜੀ, ਸਾਡੇ ਉੱਥੇ ਅਬੋਰ ਜਿਹੜੇ ਬੱਚੇ ਹੈ, ਉਹ ਰੈਸਲਿੰਗ ਦੇ ਜਿਹੜੇ ਖਿਡਾਰੀ ਹੈ ਜੀ, ਉਹਨਾਂ ਦੇ ਮੈਂ ਹਾਲਾਤ ਵੇਖ ਕੇ, ਮਤਲਬ ਮੈਂ ਤਾਂ ਕਹਿੰਦਾ ਵੀ ਹਿੰਦੁਸਤਾਨੀ ਤਕੜੇ ਹੈ, ਦੁਨੀਆ ਦੇ ਵਿੱਚ ਸਭ ਤੋਂ ਤਕੜੇ ਹੈ। ਵੀ ਜਿਹੜੀ ਕੰਡੀਸ਼ਨਸ ਦੇ ਵਿੱਚ ਆਪਾਂ ਟ੍ਰੇਨ ਕਰਦੇ ਆ, ਉਹਦੇ ਬਾਵਜੂਦ ਆਪਾਂ ਮੈਡਲ ਜਿੱਤ ਕੇ ਆ ਰਹੇ ਆ। ਜੇ ਆਪਾਂ ਨੂੰ ਥੋੜਾ ਜਿਹਾ ਇਨਫਰਾਸਟ੍ਰਕਚਰ ਜੇ ਮਿਲ ਜੇ ਤੇ ਆਪਾਂ ਮਤਲਬ ਵੀ ਕੈਨ ਬੀ ਦ ਟੌਪ, ਮਤਲਬ ਦੁਨੀਆ ਦੇ ਵਿੱਚ ਆਪਾਂ ਟੌਪ ਕਰ ਸਕਦੇ। ਲੇਕਿਨ ਇਨਫਰਾਸਟ੍ਰਕਚਰ ਦੀ ਕਮੀ ਹੈ। ਐਂਡ ਜਿਵੇਂ ਮੈਂ ਬਾਰ-ਬਾਰ ਕਹਿ ਰਿਹਾ, ਲੌਂਗ ਟਰਮ ਪਾਲਿਸੀਜ਼ ਚਾਹੀਦੀ ਹੈ। ਇੱਕ ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਨ ਦਿੰਦਾ, ਸਾਡੇ ਨਾਲ ਵਾਲਾ ਪਿੰਡ ਹੈ ਤੇਲੂਪੁਰਾ, ਉੱਥੇ ਇੱਕ ਮੁੰਡਾ ਹੈ, ਉਹਦਾ ਨਾਮ ਸੰਜੀਵ ਕੁਮਾਰ, ਉਹ ਹੈਂਡੀਕੈਪ ਹੈ, ਪੈਰਾ ਬੈਡਮਿੰਟਨ ਖੇਡਦਾ ਹੈ। ਕੁਝ ਸਾਲ ਪਹਿਲੇ ਉਹ, ਮਤਲਬ ਜਦੋਂ ਮੈਂ ਪਹਿਲੀ ਵਾਰ ਮੇਰੀ ਮੁਲਾਕਾਤ ਹੋਈ ਉਹਦੇ ਨਾਲ, ਉਹਦੀ ਜਿਹੜੀ ਵੀਲ ਚੇਅਰ ਸੀ, ਉਹਨੇ ਮੈਨੂੰ ਕਿਹਾ, ਸੰਦੀਪ ਮੇਰੀ ਜਿਹੜੀ ਵੀਲ ਚੇਅਰ ਹੈ, ਤੇ ਮੈਂ ਜਦੋਂ ਕੰਪੀਟੀਸ਼ਨ ਦੇ ਵਿੱਚ ਜਾਂਦਾ, ਉਹ ਮਤਲਬ ਮੇਰੀ ਵੀਲ ਚੇਅਰ 10 ਕਿਲੋ ਮਤਲਬ ਜ਼ਿਆਦਾ ਭਾਰੀ ਹੈ ਉਹਨਾਂ ਨਾਲ ਮੂਵਮੈਂਟ ਚੌਖਾ। ਹਾਂਜੀ, ਮੂਵਮੈਂਟ ਭਾਰੀ ਹੈ, ਤੇ ਉਹ ਫਿਰ ਕਿਵੇਂ ਕੰਪੀਟ ਕਰਦਾ। ਉਹਦੇ ਬਾਵਜੂਦ ਇਹ ਮਤਲਬ ਉਹ ਵਧੀਆ ਖਿਡਾਰੀ ਸੀਗਾ। ਤੇ ਅਸੀਂ ਮਤਲਬ ਸਾਡਾ ਜਿਹੜਾ ਸਕੂਲ ਫਰੈਂਡਸ ਹੈਗੇ, ਅਸੀਂ ਮੇਓ 94 ਬੈਚ ਹੈ ਸਾਡਾ, ਅਸੀਂ ਇਕੱਠੇ ਹੋ ਕੇ, ਮੈਂ ਉਹਨੂੰ ਪੁੱਛਿਆ ਕਿੰਨਾ ਖਰਚਾ, ਉਹਨੇ ਕਿਹਾ ਜੀ 4-1 ਲੱਖ ਦੀ ਵੀਲ ਚੇਅਰ ਹੈ ਜਿਹੜੀ ਮੈਨੂੰ ਚਾਹੀਦੀ ਹੈ। ਅਸੀਂ ਮਤਲਬ ਸਕੂਲ ਵਾਲਿਆਂ ਨੇ ਇਕੱਠੇ ਹੋ ਕੇ ਉਹਨੂੰ ਵੀਲ ਚੇਅਰ ਦੇਤੀ। ਅੱਜ ਉਹਦੀ ਰੈਂਕਿੰਗ ਇੰਡੀਆ, ਮਤਲਬ ਵਰਲਡ ਦੇ ਵਿੱਚ ਉਹ 10th ਰੈਂਕ ਹੈ ਉਹਦਾ, ਮਤਲਬ ਉਹਦੇ ਪੈਰਾ ਬੈਡਮਿੰਟਨ ਦੇ ਵਿੱਚ। ਉਹਨੇ ਮੈਨੂੰ 3 ਦਿਨ ਪਹਿਲੇ ਹੀ ਉਹ ਭੇਜਿਆ ਸੀ, ਉਹਨੇ ਕਿਹਾ ਸਰ ਮੈਂ 10ਵੇਂ ਰੈਂਕ
'ਚ ਆ ਗਿਆ ਵਰਲਡ ਦੇ ਵਿੱਚ। ਹੁਣ ਮੈਂ ਟੋਕੀਓ ਜਾ ਰਿਹਾ ਖੇਡਣ, ਕੋਈ ਟੂਰਨਾਮੈਂਟ ਹੈ, ਤੇ ਕਹਿਣ ਦਾ ਭਾਵ ਹੈ ਵੀ ਇਨਫਰਾਸਟ੍ਰਕਚਰ ਜਿਹੜੀ ਮਤਲਬ ਚੀਜ਼ਾਂ ਚਾਹੀਦੀ ਹੈ। ਸ਼ੂਟਿੰਗ ਅੱਜ ਕੱਲ੍ਹ ਇੰਨੀ ਪੋਪੂਲਰ ਹੈ ਪੰਜਾਬ ਦੇ ਵਿੱਚ, ਐਂਡ ਈਵਨ ਹਿੰਦੁਸਤਾਨ। ਆਰਚਰੀ ਬੜੀ ਪੋਪੂਲਰ ਹੈ, ਮਤਲਬ ਆਪਾਂ ਮੈਡਲਸ ਵੀ ਜਿੱਤ ਰਹੇ ਹਾਂ, ਲੇਕਿਨ ਉਹਦਾ ਸਮਾਨ ਬਹੁਤ ਮਹਿੰਗਾ ਹੈ। ਆਰਚਰੀ ਜਿਹੜੀ ਬੋ ਹੈ ਬਹੁਤ ਮਹਿੰਗੀ ਹੈ, ਜਿਹੜੀ ਸ਼ੂਟਿੰਗ ਵਾਲੀ ਰਾਈਫਲਸ ਹੈ ਉਹ ਬਹੁਤ ਮਹਿੰਗੀ ਹੈ। ਇਹ ਜਿਹੜੇ ਬੱਚੇ ਹੈਂਡੀਕੈਪ ਬੱਚੇ ਵੀ ਜਿਹੜਾ ਦੇਸ਼ ਦਾ ਨਾਂ ਰੋਸ਼ਨ ਕਰ ਰਹੇ ਹੈ, ਵੀਲ ਚੇਅਰਸ, ਤੇ ਇਹਦੇ ਨਾਲ ਇੱਕ ਫੰਡ ਕ੍ਰੀਏਟ ਕਰਕੇ ਇਹ ਵੀ ਚੀਜ਼ਾਂ ਉਪਲਬਧ ਕਰਾਉਣੀ ਚਾਹੀਦੀ ਹੈ। ਐਂਡ ਇਟ ਇਜ਼ ਅ ਗੁੱਡ ਸਟਾਰਟ, ਮੈਂ ਕਹੂੰਗਾ ਵਧੀਆ ਸਟਾਰਟ ਹੈ, ਇਹਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੀਦਾ। ਚੰਗਾ ਲੱਗਿਆ ਜਾਖੜ ਸਾਹਿਬ ਕਿ ਜਦੋਂ ਜੇ ਕੋਈ ਚੀਜ਼, ਕਿਉਂਕਿ ਰਿਜ਼ਲਟ ਕੀ ਹੈ ਸਾਨੂੰ ਨਹੀਂ ਪਤਾ, ਲਗਾਤਾਰ ਚੱਲ ਪਾਊ ਸਾਨੂੰ ਨਹੀਂ ਪਤਾ, ਪਰ ਜੇ ਚੱਲਿਆ ਤੁਰਿਆ ਤਾਂ ਫਿਰ ਠੀਕ ਕਹਿਣਾ ਚਾਹੀਦਾ। ਅੱਛਾ ਜਾਖੜ ਸਾਹਿਬ ਇੱਕ ਚੀਜ਼ ਦੱਸਿਓ, ਤੁਹਾਡੀਆਂ ਕਈ ਵਾਰੀ ਰਿਪੋਰਟਾਂ ਛਪਦੀਆਂ ਹੁੰਦੀਆਂ ਕਿ ਤੁਸੀਂ ਪਿੰਡਾਂ 'ਚ ਜਾਂਦੇ ਹੋ ਜਾਂ ਕਿੱਥੇ, ਆਮ ਬੰਦੇ ਦਾ MLA ਸੰਦੀਪ ਜਾਖੜ ਨੂੰ ਮਿਲਣਾ ਕਿੰਨਾ ਕੁ ਸੌਖਾ ਤੇ ਕਿੰਨਾ ਕੁ ਔਖਾ? ਕਿੰਨੇ ਕੁ ਸਿਕਿਉਰਿਟੀ ਵਾਲੇ ਮੂਹਰੇ ਰੋਕਦੇ ਆ, ਕਿੰਨੇ ਕੁ ਜਿਹੜੇ ਤੁਹਾਡੇ ਅਸਿਸਟੈਂਟ ਆ ਉਹ ਮੂਹਰੇ ਰੋਕਦੇ ਆ, ਜਾਣੀ ਕਿ ਟੈਲੀਫੋਨ ਤੁਹਾਡੇ ਤੱਕ ਪਹੁੰਚਣਾ, ਕਿਸੇ ਦੇ ਨਾਲ ਗੱਲ ਕਰਨੀ? ਜਾਣੀ ਸੰਦੀਪ ਜਾਖੜ ਹੈ ਨਹੀਂ ਹੁੰਦੇ ਲੀਡਰ, ਕਹਿੰਦੇ ਹੁੰਦੇ ਕਿ ਅਸੀਂ ਮਿਲ ਜਾਂਦੇ ਆ ਪਰ ਮਿਲਦੇ ਘੱਟੇ ਹੁੰਦੇ ਆ। ਨਹੀਂ ਪਰਮੀਤ ਜੀ, ਆ ਤਾਂ ਤੁਸੀਂ ਅਬੋਹਰ ਦੇ ਲੋਕਾਂ ਨੂੰ ਪੁੱਛੋ, ਪਰ ਆਈ ਥਿੰਕ ਜਿੰਨਾ ਸੌਖਾ ਸੰਦੀਪ ਜਾਖੜ ਨੂੰ ਮਿਲਣਾ ਕਿਸੇ ਨੂੰ ਨਹੀਂ ਹੋਣਾ। ਇੱਕ ਸਿਕਿਉਰਿਟੀ ਵਾਲਾ ਹੁੰਦਾ ਮੇਰੇ ਨਾਲ, ਤੇ ਮੈਨੂੰ ਵੈਸੇ ਸਿਕਿਉਰਿਟੀ ਪਸੰਦ ਨਹੀਂ ਹੈ, ਪਰ ਉਹ ਮੈਨੂੰ ਤਾਂ ਉਹਨਾਂ ਨੇ ਰਿਕੁਐਸਟ ਕੀਤਾ, ਮਹਿਕਮੇ ਨੇ ਵੀ, ਹੁਣ ਜਿਹੜਾ ਥੋੜਾ ਜਿਹਾ ਮਾਹੌਲ ਜਿਹਾ ਬਣਿਆ ਹੋਇਆ ਵੀ ਇੱਕ ਬੰਦਾ ਤਾਂ ਜ਼ਰੂਰ ਰੱਖਿਆ ਕਰੋ। ਇੱਕ ਉਹ ਵੀ ਜਦੋਂ ਅਸੀਂ ਪਿੰਡ ਹੁੰਦੇ ਆ ਲੋਕਲ, ਉਹ ਸਿਵਲ ਵਰਦੀ ਦੇ ਵਿੱਚ ਮੇਰੇ ਨਾਲ ਹੀ ਹੁੰਦਾ ਹੈ, ਪਰ ਕੋਈ ਔਖਾ ਨਹੀਂ ਹੈ, ਕਿਉਂਕਿ ਅਸੈਸਿਬਿਲਿਟੀ ਮੇਰਾ ਮੰਨਣਾ ਹੈ ਵੀ ਜੇ ਲੀਡਰ ਅਸੈਸਿਬਲ ਹੀ ਨਹੀਂ ਹੋਊਗਾ ਤੇ ਆਪਾਂ ਅੱਗੇ ਕਾਮਯਾਬ ਨਹੀਂ ਹੋ ਸਕਦੇ। ਐਂਡ ਮੈਂ ਤਾਂ ਮਤਲਬ ਆਈ ਥਿੰਕ ਆਈ ਐਮ ਵੈਰੀ ਈਜ਼ੀ ਟੂ ਐਕਸੈਸ। ਬਾਕੀ ਹੁਣ ਤੁਸੀਂ ਲੋਕਾਂ ਤੋਂ ਪੁੱਛੋ ਵੀ ਯਾਰ ਸੰਦੀਪ ਨੂੰ ਮਿਲਣਾ ਕਿੰਨਾ ਸੌਖਾ ਹੈ। ਲਓ ਜੀ, ਹੁਣ ਤੁਸੀਂ ਦੱਸ ਦਿਓ ਅਬੋਹਰ ਵਾਲਿਓ ਜਾਂ ਆਲੇ ਦੁਆਲੇ ਵਾਲਿਓ, ਰਿਸ਼ਤੇਦਾਰੀਆਂ ਵੀ ਹੁੰਦੀਆਂ ਅਬੋਹਰ ਦੇ ਵਿੱਚ। ਸਾਡੀ ਇਸ ਵੇਲੇ MLA ਸੰਦੀਪ ਜਾਖੜ ਸਾਹਿਬ ਦੇ ਨਾਲ ਗੱਲਬਾਤ ਹੋ ਰਹੀ ਹੈ। ਜੇ ਤੁਸੀਂ ਕਹੋ ਅਸੀਂ ਤੱਤੀਆਂ ਪੁੱਛ ਸਕਦੇ ਹਾਂ ਜਿਹਦੇ ਵਿੱਚ ਸਵਾਦ ਬੜਾ ਆਉਂਦਾ, ਪਰ ਮੈਨੂੰ ਸੀਗਾ ਵੀ ਕੁਛ ਚੱਜ ਦੀ ਗੱਲ ਜਿਹੜੀ ਆ ਰਾਜਨੀਤੀ ਦੇ ਪੱਖ ਤੋਂ ਹੋ ਜਾਏ। ਜਾਖੜ ਸਾਹਿਬ ਮੈਨੂੰ ਇੱਕ ਚੀਜ਼ ਦੱਸਿਓ ਕਿ ਆਮ ਤੌਰ ਤੇ ਲੀਡਰਾਂ ਦੀ ਜਿਹੜੀ ਧਾਰਨਾ ਹੁੰਦੀ ਹੈ ਨਾ, ਹਾਂਜੀ, ਉਹ ਹੁੰਦੀ ਆ ਕਿ ਚਿੱਟਾ ਕੁੜਤਾ ਪਜਾਮਾ ਪਾ ਲੈਣਾ ਹੀ, ਮਹਿੰਗੀ ਜੁੱਤੀ ਪਾ ਲੈਣੀ ਹੈ, ਉਹਦੇ ਤੋਂ ਬਾਅਦ ਫਿਰ 3 ਕੁੰਗਲਾਂ ਕੱਢ ਕੇ ਹੱਥ ਮਿਲਾ ਕੇ ਸਟੇਜ ਤੇ ਬਹਿ ਜਾਣਾ। ਤੁਹਾਡੀਆਂ ਕਈ ਪੋਸਟਾਂ ਦੇਖੀਆਂ, ਤੁਸੀਂ ਇੱਕ ਆਪਣੇ ਇਲਾਕੇ ਦੇ ਵਿੱਚ ਮੁਹਿੰਮ ਚਲਾਈ ਹੈ, ਉਹ ਇਲੈਕਸ਼ਨ ਤੋਂ ਪਹਿਲਾਂ ਦੀਆਂ ਹੋਣੀਆਂ, ਵੋਟਾਂ ਪੈ ਗਈਆਂ, ਮੁੜ ਕੇ ਤਾਂ ਸਫਾਈ ਸੁਈ ਵਾਲਾ ਕੰਮ ਬੰਦ ਹੋ ਗਿਆ ਹੋਣਾ। ਨਹੀਂ ਪਰਮੀਤ ਜੀ, ਜਿਵੇਂ ਮੈਂ ਤੁਹਾਨੂੰ ਕਿਹਾ, ਮੇਰਾ ਐਟਲੀਸਟ ਮੇਰੀ ਸੋਚ ਤੇ ਕੰਮ ਕਰਨ ਦਾ ਤਰੀਕਾ, ਜਿਹੜੀ ਤੁਸੀਂ ਸਫਾਈ ਵਾਲੀ ਗੱਲ ਕਰ ਰਹੇ ਹੋ, ਅੱਜ ਤੋਂ 2.5-1 ਸਾਲ ਪਹਿਲੇ ਇੱਕ ਉਹ ਸਰਵੇ ਹੋਇਆ ਸੀ, ਉਹ ਹਰ ਸਾਲ ਹੁੰਦਾ ਹੈ, ਮਤਲਬ ਭਾਰਤ ਸੁਰੱਖਿਅਨ ਸਰਵੇ ਉਹਨੂੰ ਕਹਿੰਦੇ ਹੈ, ਤੇ ਅਬੋਹਰ ਜਿਹੜਾ ਹੈ, ਮਤਲਬ ਪੰਜਾਬ ਦੇ ਵਿੱਚ 13 ਕਾਰਪੋਰੇਸ਼ਨਸ ਹੈ, ਤੇ ਅਬੋਹਰ 13ਵੇਂ ਨੰਬਰ ਤੇ ਆਇਆ ਸੀ ਸਫਾਈ ਦੇ ਮਸਲੇ 'ਚ, ਸਭ ਤੋਂ ਪਿੱਛੇ, ਸਭ ਤੋਂ ਲਾਸਟ। ਐਂਡ ਹਿੰਦੁਸਤਾਨ ਦੇ ਵਿੱਚ ਉਹ ਮਤਲਬ ਅਬੋਹਰ ਦਾ ਜਿਸ ਕੈਟੇਗਰੀ ਦਾ ਸ਼ਹਿਰ ਹੈ, ਮੇਰੇ ਖਿਆਲ 304 ਸ਼ਹਿਰ ਸੀ, ਅਸੀਂ 302ਵੇਂ ਨੰਬਰ ਤੇ ਆਏ ਸੀ ਥੱਲੋਂ। ਮਤਲਬ ਅੱਛਾ, ਐ ਨਹੀਂ ਸਿਰਾ ਹੀ ਲੱਗਾ ਸੀ, ਬਸ ਸਿਰਾ ਹੀ ਲੱਗ ਗਿਆ ਸੀਗਾ। ਤੇ ਉਸ ਦਿਨ ਜਦੋਂ ਮੈਂ ਵੇਖੀ, ਮੇਰੀ ਇੱਕਦਮ ਅੱਖਾਂ ਖੁੱਲ ਗਈ ਵੀ ਮੈਂ ਕਿਹਾ ਆਪਾਂ ਸਾਰੇ ਦਿਨ ਇੱਥੇ ਰਹਿੰਦੇ ਆ, ਇੰਨਾ ਆਪਾਂ ਕੋਸ਼ਿਸ਼ ਕਰ ਰਹੇ ਸ਼ਹਿਰ ਨੂੰ ਆਬਾਦ ਕਰਨ ਦੀ, ਤੇ ਆਪਾਂ ਨੂੰ ਗੰਦਗੀ ਦਿਖਣੀ ਬੰਦ ਹੋ ਗਈ। ਤੇ ਉਸ ਦਿਨ ਅਗੇਨ ਜਿਵੇਂ ਤੁਸੀਂ ਕਿਹਾ, ਮੈਨੂੰ ਪ੍ਰੈਸ ਵਾਲਿਆਂ ਨੇ ਪੁੱਛਿਆ ਵੀ ਕੀ ਦੀ ਗਲਤੀ ਹੈ ਜੀ, ਤੇ ਮੈਂ ਕਿਹਾ ਗਲਤੀ ਮੇਰੀ ਹੈ, ਮਤਲਬ ਵੀ ਮੈਨੂੰ ਗੰਦਗੀ ਦਿਖਣੀ ਬੰਦ ਹੋ ਗਈ। ਐਂਡ ਉਸ ਦਿਨ ਮੈਂ ਫੈਸਲਾ ਕੀਤਾ, ਮੈਂ ਕਿਹਾ ਐਜ਼ ਅਬੋਹਰ ਦੇ ਨਾਗਰਿਕ ਹੋਣ ਦੇ ਨਾਤੇ, ਯਾਰ ਸੰਦੀਪ ਤੇਰਾ ਉਹਦੇ ਵਿੱਚ ਕੀ ਰੋਲ ਹੈ, ਤੇਰੀ ਕੀ ਕੰਟਰੀਬਿਊਸ਼ਨ ਹੈ। ਉਸ ਦਿਨ ਅਸੀਂ ਇੱਕ ਮੂਵਮੈਂਟ ਸ਼ੁਰੂ ਕੀਤੀ, ਉਹਨੂੰ ਅਸੀਂ ਕਿਹਾ ਆਪਣਾ ਅਬੋਹਰ ਆਪਣੀ ਆਬਾ। ਠੀਕ ਹੈ। ਤੇ ਹਰ ਸ਼ਨੀਵਾਰ ਅਸੀਂ ਸ਼ੁਰੂਆਤ ਕੀਤੀ, ਅਸੀਂ ਇੱਕ 15 ਬੰਦੇ ਸ਼ੁਰੂਆਤ ਕੀਤੀ, ਇੱਕ ਗੰਦੇ ਸਪੌਟ ਤੇ ਗਏ, ਅਸੀਂ ਆਪ ਜਾ ਕੇ ਉੱਥੇ ਸਫਾਈ ਸਫੂਈ ਕੀਤੀ, ਇੱਕ ਮੈਸੇਜ ਦਿੱਤਾ ਵੀ ਆਓ ਆਪਾਂ ਰਲ ਮਿਲ ਕੇ ਆਪਣੇ ਸ਼ਹਿਰ ਨੂੰ ਸੁਧਾਰੀਏ। ਫਿਰ ਹੌਲੀ ਹੌਲੀ ਉੱਥੋਂ ਮੂਵਮੈਂਟ ਸ਼ੁਰੂ ਹੋਈ, ਹਰ ਸ਼ਨੀਵਾਰ ਅਸੀਂ ਜਾਂਦੇ ਸੀ। ਉਹਦੇ ਨਾਲ ਸ਼ਹਿਰ ਦੇ ਵਿੱਚ ਅਸੀਂ ਸਾਡੇ ਕਮਿਸ਼ਨਰ ਸਾਹਿਬ ਨਾਲ ਮਿਲ ਕੇ ਪਲੈਨਿੰਗ ਤਿਆਰ ਕੀਤੀ, ਅਸੀਂ ਸੈਂਟਰਲ ਗਵਰਨਮੈਂਟ ਦੀ ਸਕੀਮਾਂ ਲੱਭੀ, ਪੰਜਾਬ ਸਰਕਾਰ ਕੋਲੇ ਤਾਂ ਪੈਸੇ ਨਹੀਂ ਸੀ ਨੇ, ਅਸੀਂ ਮਤਲਬ 25 ਟਿੱਪਰਸ ਦਾ ਬੰਦੋਬਸਤ ਕੀਤਾ ਜੀ, ਅਸੀਂ ਡੰਪਸ ਜਿਹੜੇ ਖੁੱਲ੍ਹੇ ਹੁੰਦੇ ਸੀ ਉਹਨਾਂ ਨੂੰ ਕਵਰ ਕਰਾਇਆ, ਅਸੀਂ ਕੂੜੇ ਦੀ ਸੈਗਰੀਗੇਸ਼ਨ ਲੋਕਾਂ ਨੂੰ ਦੱਸਿਆ ਵੀ ਇਹਨੂੰ ਕੂੜੇ ਦੀ ਸੈਗਰੀਗੇਸ਼ਨ ਕਰੀਏ, ਨਵੇਂ ਬੰਦੇ ਭਰਤੀ ਕੀਤੇ, ਘਰ ਘਰ ਉਹ ਜਾਣ ਲੱਗੇ, ਕੂੜੇ ਦੀ ਕਲੈਕਸ਼ਨ ਸ਼ੁਰੂ ਹੋਈ। ਹਾਂਜੀ, ਸ਼ੁਰੂ ਹੁਣ ਚੱਲ ਰਹੀ ਹੈ, ਘਰ ਘਰ ਜਾ ਕੇ ਜਿਹੜਾ ਕੋਈ ਕੂੜੇ ਦੀ ਕਲੈਕਸ਼ਨ ਨਹੀਂ ਹੁੰਦੀ ਸੀ, ਉਹ ਸਰਕਾਰੀ ਪੈਸੇ ਤੇ ਹੁੰਦੀ ਹੈ। ਹਾਂ, ਉਹ ਸਰਕਾਰੀ, ਮਤਲਬ ਅਸੀਂ ਸੈਂਟਰ ਤੋਂ ਫੰਡਸ ਦਾ ਬੰਦੋਬਸਤ ਕਰਕੇ ਤੇ ਅਸੀਂ ਉਹ ਸਾਰਾ ਸਿਸਟਮ ਸ਼ੁਰੂ ਕੀਤਾ। ਮੈਂ ਰੋਕਣ ਲੱਗਿਆ, ਹਾਂਜੀ, ਉਹ ਸਾਰੇ ਪੰਜਾਬ 'ਚ ਹੁੰਦਾ ਕਿ ਤੁਹਾਡੇ ਹਲਕੇ 'ਚ ਹੁੰਦਾ? ਨਹੀਂ, ਬਹੁਤ ਸ਼ਹਿਰਾਂ 'ਚ ਹੁੰਦਾ, ਸਾਡੇ ਨਹੀਂ ਹੁੰਦਾ ਸੀ। ਤੁਹਾਡੇ ਨਹੀਂ ਹੁੰਦਾ ਸੀ? ਸਾਡੇ ਨਹੀਂ ਹੁੰਦਾ ਸੀ, ਘਰ ਘਰ ਕੂੜੇ ਦੀ ਕਲੈਕਸ਼ਨ ਨਹੀਂ ਹੁੰਦੀ ਸੀ। ਤੇ ਸੈਂਟਰ ਦੇ ਕੋਲ ਸਕੀਮ ਹੈਗੀ ਆ? ਨਹੀਂ, ਸੈਂਟਰ ਜਿਹੜਾ ਵੇਸਟ ਮੈਨੇਜਮੈਂਟ ਕਹਿੰਦੇ, ਉਹਦੇ ਵਾਸਤੇ ਉਹਨਾਂ ਕੋਲੇ ਬਹੁਤ ਸਕੀਮਾਂ ਹੈਗੀ ਹੈ,
ਹੁਣ ਆਪਣੇ ਤੇ ਹਿੰਮਤ ਚਾਹੀਦੀ ਹੈ ਵੀ ਆਪਾਂ ਉਹ ਲੱਭ ਕੇ ਉਹਦੇ ਮਗਰ ਲੱਗ ਕੇ ਕਿਵੇਂ ਕਰ ਸਕਦੇ ਜਦੋਂ ਆ ਰੈਂਕਿੰਗ ਆਈ ਉਹ ਸਕੀਮ ਤਾਂ ਉਸ ਤੋਂ ਪਹਿਲੇ ਵੀ ਸੀ ਤੇ ਪਹਿਲੇ ਤਾਂ ਅਸੀਂ ਨਾ ਕੋਈ ਸਾਡਾ ਧਿਆਨ ਸੀਗਾ ਨਾ ਕੋਈ ਕਿਸੇ ਨੇ ਕੁਝ ਇੰਟਰਸਟ ਲਿੱਤਾ ਜਦੋਂ ਰੈਂਕਿੰਗ ਆਈ ਮੇਰੀ ਤਾਂ ਅੱਖਾਂ ਉਸ ਟਾਈਮ ਖੁੱਲੀ ਤੇ ਜਿਵੇਂ ਅੱਜ ਮੈਂ ਕਹਿ ਰਿਹਾ ਵੀ 25 ਅਸੀਂ ਟਿੱਪਰ ਲੈ ਕੇ ਆਏ ਮਤਲਬ ਉੱਥੋਂ ਸੈਂਟਰ ਦੀ ਗ੍ਰਾਂਟ ਸੀਗੀ ਅਸੀਂ ਜਿਹੜੇ ਡੰਪਸ ਕਵਰ ਕੀਤੇ ਉਹ ਸਾਡੀ ਮੂਵਮੈਂਟ ਜਿਹੜੀ ਚਲਾਈ ਪਲਾਸਟਿਕ ਨੂੰ ਬੈਨ ਕੀਤਾ ਅੱਜ ਤਾਂ ਚਲੋ ਪੂਰੇ ਦੇਸ਼ ਦੇ ਵਿੱਚ ਪਲਾਸਟਿਕ ਬੈਨ ਹੈ ਅਸੀਂ 2 ਸਾਲ ਪਹਿਲੇ ਬੈਨ ਕਰਤਾ ਸੀ ਅਬੋਹਰ ਦੇ ਵਿੱਚ ਸਾਡੇ ਕਮਿਸ਼ਨਰ ਸਾਹਿਬ ਨਾਲ ਮਿਲ ਕੇ ਅਸੀਂ ਉਹਨਾਂ ਨੇ ਕਿਹਾ ਵੀ ਆਪਾਂ ਸਿੰਗਲ ਯੂਜ਼ ਪਲਾਸਟਿਕ ਨੂੰ ਬੈਨ ਕਰੀਏ ਸੀਵਰੇਜ ਸਿਸਟਮ ਦਾ ਸੁਧਾਰ ਕੀਤਾ ਹੁਣ ਤੁਸੀਂ ਮੰਨੋਗੇ ਨਹੀਂ ਪਰਮ ਜੀ ਮਗਰ ਮੀਂਹ ਆਇਆ ਸੀ ਗੰਗਾਨਗਰ ਜਿਹੜਾ ਸਾਡਾ ਨਾਲ ਵਾਲਾ ਸ਼ਹਿਰ ਹੈ ਉੱਥੇ ਫੌਜ ਨੂੰ ਬੁਲਾਉਣਾ ਪੈ ਗਿਆ ਇੰਨਾ ਮਤਲਬ ਇੱਕ ਪਾਣੀ ਇਕੱਠਾ ਹੋ ਗਿਆ ਸਾਰਾ ਕੁਝ ਸਿਸਟਮ ਫੇਲ ਹੋ ਗਿਆ ਸਾਡੇ 2 ਦਿਨਾਂ 'ਚ ਪਾਣੀ ਨਿਕਲ ਗਿਆ ਸੀ ਐਂਡ ਆ ਜਿਹੜੀ ਮੂਵਮੈਂਟ ਚੱਲ ਰਹੀ ਹੈ ਸਫਾਈ ਵਾਲੀ ਜੀ ਅੱਜ ਵੀ ਚੱਲ ਰਹੀ ਤੁਸੀਂ ਕਹਿਣਾ ਵੀ ਇਲੈਕਸ਼ਨਾਂ ਤੋਂ ਪਹਿਲੇ ਸ਼ੁਰੂ ਕੀਤੀ ਸੀ 2.5 ਸਾਲ ਤੋਂ ਜ਼ਿਆਦਾ ਹੋ ਗਏ ਹੁਣ ਥੋੜਾ ਜਿਹਾ ਅਸੀਂ ਆਲਟਰਨੇਟ ਸੈਟਰਡੇ ਕਰਤਾ ਕਿਉਂ ਮੈਂ ਥੋੜਾ ਜਿਹਾ ਵਿਅਸਤ ਰਹਿਣ ਲੱਗਿਆ ਜ਼ਿਆਦਾ ਤੇ ਆਲਟਰਨੇਟ ਸੈਟਰਡੇ ਅਸੀਂ ਜਾਂਦੇ ਹਾਂ ਅੱਜ ਵੀ ਜਾਂਦੇ ਹਾਂ ਕਦੇ ਅਸੀਂ ਨਹਿਰਾਂ ਦੀ ਸਫਾਈ ਕਰਦੇ ਜਦੋਂ ਨਹਿਰਾਂ ਦੀ ਬੰਦੀ ਆਉਂਦੀ ਹੈ ਅਸੀਂ ਅੰਦਰ ਵੜ ਕੇ ਨਹਿਰਾਂ ਦੇ ਲੋਕਾਂ ਨੂੰ ਦਿਖਾ ਰਹੇ ਵੀ ਆਹ ਕੁਝ ਨਹਿਰਾਂ ਦੇ ਵਿੱਚ ਆ ਰਿਹਾ ਤੁਸੀਂ ਕਿਨਾਰੇ ਤੇ ਖੜ ਜਾਂਦੇ ਹੋ ਤਾਂ ਲੋਕਾਂ ਤੋਂ ਸਫਾਈ ਕਰਾਉਂਦੇ ਹੋ ਆਹ ਤਾਂ ਤੁਸੀਂ ਹੁਣ ਵੇਖੋ ਸਾਡੀ ਮਤਲਬ ਅਗੇਨ ਲੋਕਾਂ ਤੋਂ ਪੁੱਛੋ ਪਰ ਨਹੀਂ ਮੈਂ ਕਿਨਾਰੇ ਨਹੀਂ ਖੜਦਾ ਮੈਂ ਆਪ ਮਤਲਬ ਉਹ ਜਿਹੜੇ ਸਾਡੇ 1.5-2 ਘੰਟੇ ਮਤਲਬ ਲਗਭਗ 1.5-2 ਘੰਟੇ ਦਾ ਪ੍ਰੋਗਰਾਮ ਹੁੰਦਾ ਅਸੀਂ ਸਫਾਈ ਕਰਦੇ ਹਾਂ ਫਿਰ ਉਹਦੇ ਬਾਅਦ ਅਸੀਂ ਪਿਕਨਿਕ ਮਨਾਉਂਦੇ ਹਾਂ ਇੰਜੋਏ ਕਰਦੇ ਹਾਂ ਐਂਡ ਟੋਟਲੀ ਵੋਲੰਟਰੀ ਮੂਵਮੈਂਟ ਹੈ ਤੇ ਸਾਡੇ ਜਿਹੜੇ ਵੋਲੰਟੀਅਰਸ ਹੈ ਉਹ ਸਫਾਈ ਵਾਲੇ ਦਿਨ ਜਿਹੜੇ ਆਉਂਦੇ ਆ ਸਬਜ਼ੀ ਵੇਚਣ ਵਾਲਾ ਵੀ ਹੈ ਵਕੀਲ ਵੀ ਹੈ ਡਾਕਟਰ ਵੀ ਹੈ ਪ੍ਰਿੰਸੀਪਲ ਵੀ ਹੈ ਫੌਜੀ ਵੀ ਹੈ ਹਰ ਟਾਈਪ ਦਾ ਬੰਦਾ ਸਮਾਜ ਨਾਲ ਜਿਹੜਾ ਮਤਲਬ ਜਿਹਦੇ ਪ੍ਰਤੀ ਸੁਸਾਇਟੀ ਦੇ ਵਿੱਚ ਪਿਆਰ ਹੈ ਵੋਰ ਨਾਲ ਪਿਆਰ ਹੈ ਉਹ ਕੁਝ ਬਦਲ ਕੇ ਦਿਖਾਣਾ ਚਾਹੁੰਦਾ ਆਪਣਾ ਯੋਗਦਾਨ ਪਾਣਾ ਚਾਹੁੰਦਾ ਉੱਥੇ ਪਹੁੰਚਦੇ ਸਿਰਫ ਕਾਂਗਰਸੀ ਨੇ ਨਹੀਂ ਇਹਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਹੈ ਇਸ ਕਰਕੇ ਅਸੀਂ ਮੂਵਮੈਂਟ ਦਾ ਨਾਂ ਰੱਖਿਆ ਸੀ ਆਪਣਾ ਵੋਰ ਆਪਣੀ ਆਵਾ ਉਹ ਮਤਲਬ ਸ਼ਹਿਰ ਦਾ ਕੰਮ ਹੈ ਸਫਾਈ ਦਾ ਕੰਮ ਹੈ ਐਂਡ ਅਸੀਂ ਮੈਸੇਜ ਭੇਜਦੇ ਵੀ ਆਓ ਆਪਣਾ ਯੋਗਦਾਨ ਤਾਂ ਪਾਈਏ ਆਪਾਂ ਅਕਸਰ ਹਮੇਸ਼ਾ ਬਲੇਮ ਕਰਦੇ ਹਾਂ ਵੀ ਆ ਪਰਮਵੀਰ ਜੀ ਨੇ ਕਰਤਾ ਸੰਦੀਪ ਨੇ ਕਰਤਾ ਫਲਾਣੇ ਨੇ ਕਰਤਾ ਵੀ ਆਪਾਂ ਗੰਦਗੀ ਦੇ ਵਿੱਚ ਜਿੰਨਾ ਆਪਾਂ ਕੰਟਰੋਲ ਕਰ ਸਕਦੇ ਕਰੀਏ ਐਂਡ ਜਦੋਂ ਰੈਂਕਿੰਗ ਪਿਛਲੀ ਆਈ ਸੀ ਅਸੀਂ 5ਵੇਂ ਨੰਬਰ 'ਚ ਆ ਗਏ ਸੀ ਬਾਏ ਦਾ ਵੇ ਪੰਜਾਬ ਦੇ ਵਿੱਚ ਕਾਰਪੋਰੇਸ਼ਨਸ 13 ਦੇ ਵਿੱਚ 5ਵੇਂ ਨੰਬਰ 'ਚ ਆ ਗਏ ਸੀ ਹਿੰਦੁਸਤਾਨ ਦੇ ਵਿੱਚ ਅਸੀਂ 100ਵੇਂ ਨੰਬਰ 'ਚ ਆ ਗਏ ਸੀ ਮਤਲਬ ਸੁਧਾਰ ਕੀਤਾ ਯਾਨੀ 302 ਤੋਂ 100ਵੇਂ ਨੰਬਰ 'ਚ ਆ ਗਏ ਸੀ ਉਹਨੇ ਬਹੁਤ ਕੰਮ ਕਰਨਾ ਬਾਕੀ ਹੈ ਲੇਕਿਨ ਵੀ ਆਰ ਐਟ ਇਟ ਮਤਲਬ ਇਹਨੂੰ ਅਸੀਂ ਛੱਡਿਆ ਨਹੀਂ ਤੇ ਕਰਦੇ ਰਵਾਂਗੇ ਅੱਛਾ ਜੇ ਪੰਜਾਬ ਦੇ ਕਿਸੇ ਸ਼ਹਿਰ ਦੇ ਵਿੱਚ ਅਜੇ ਵੀ ਉਹ ਜਿਹੜਾ ਕੂੜਾ ਇਕੱਠਾ ਕਰਨ ਦਾ ਉਹਨੂੰ ਵੱਖਰਾ ਕਰਨ ਦਾ ਪ੍ਰੋਜੈਕਟ ਨਹੀਂ ਚੱਲਦਾ ਜੇ ਉੱਥੋਂ ਦੇ ਨੁਮਾਇੰਦੇ ਹਿੰਮਤ ਕਰਨ ਤਾਂ ਕੇਂਦਰ ਤੋਂ ਗ੍ਰਾਂਟਾਂ ਆ ਸਕਦੀਆਂ ਯੈਸ ਡੈਫੀਨਿਟਲੀ ਗ੍ਰਾਂਟਾਂ ਆ ਸਕਦੀ ਹੈ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਵਾਸਤੇ ਤੇ ਬਾਕੀ ਈਵਨ ਸਫਾਈ ਵਿਵਸਥਾ ਦੇ ਪ੍ਰਤੀ ਇੰਨੀ ਸਕੀਮਾਂ ਹੈ ਸੈਂਟਰ ਕੋਲੇ ਹਿੰਮਤ ਵਾਲਾ ਬੰਦਾ ਚਾਹੀਦਾ ਜਿਹੜਾ ਪਰਸਿਊ ਕਰੇ ਉਹਨੂੰ ਲਓ ਜੀ ਮੈਂ ਤੁਹਾਡੇ ਨਾਲ ਇਸ ਕਰਕੇ ਰੂਬਰੂ ਹੋ ਰਿਹਾ ਭਾਈ ਜੇ ਤਾਂ ਤੁਹਾਡੇ ਸ਼ਹਿਰ ਦੇ ਵਿੱਚੋਂ ਕੂੜਾ ਇਕੱਠਾ ਹੁੰਦਾ ਵੱਖਰਾ ਹੁੰਦਾ ਤਾਂ ਬਹੁਤ ਵਧੀਆ ਨਹੀਂ ਤਾਂ ਆਪਣੇ ਵਿਧਾਇਕ ਸਾਹਿਬ ਨੂੰ ਜਾਂ ਆਪਣੀ ਪਾਰਟੀ ਦੇ ਹਲਕਾ ਇੰਚਾਰਜ ਸਾਹਿਬ ਨੂੰ ਜਾ ਕੇ ਬੇਨਤੀ ਕਰੋ ਕਿ ਭਾਈ ਕੇਂਦਰ ਤੋਂ ਲੈ ਲੂ ਆਓ ਕੁਛ ਉਹ ਇੱਕ ਵਾਰੀ ਸੀਗਾ ਨਾ ਨੋਟਾਂ ਦੇ ਟਰੱਕ ਆਉਣੇ ਸੀ ਨੋਟਾਂ ਦੇ ਸਕੀਮ ਦੀ ਫਾਈਲ ਜ਼ਰੂਰ ਪਾਸ ਹੋ ਕੇ ਆ ਸਕਦੀ ਹੈ ਮੈਂ ਨਹੀਂ ਕਹਿੰਦਾ ਜਾਖੜ ਸਾਹਿਬ ਕਹਿੰਦੇ ਨਹੀਂ ਉਹਦੇ ਵਿੱਚ ਮੈਂ ਇੱਕ ਹੋਰ ਪਰਮੀ ਜੀ ਮੈਂ ਥੋੜਾ ਮੈਂਸ਼ਨ ਇੱਥੇ ਕਰਨਾ ਚਾਹੂੰਗਾ ਉਸ ਟਾਈਮ ਜਿਹੜੇ ਸਾਡੇ ਕਮਿਸ਼ਨਰ ਸਾਹਿਬ ਆਏ ਸੀ ਅਭਿਜੀਤ ਕਪਲਿਸ਼ IAS ਅਫਸਰ ਸੀ ਬੜੇ ਯੰਗ ਸੀਗੇ ਐਂਡ ਇਹ ਰਸਤੇ ਉਹਨਾਂ ਨੇ ਸਾਨੂੰ ਦਿਖਾਏ ਬਿਲਕੁਲ ਐਂਡ ਅਸੀਂ ਉਹਨਾਂ ਨਾਲ ਜਿੱਥੇ ਅਸੀਂ ਮਦਦ ਕਰ ਸਕਦੇ ਸੀ ਅਸੀਂ ਕਰਦੇ ਸੀ ਜਿੱਥੇ ਉਹ ਕਰ ਸਕਦੀ ਉਹਨਾਂ ਨੇ ਕੀਤੀ ਬਟ ਯੈਸ ਤੁਸੀਂ ਯੂ ਆਰ ਡੈਫੀਨਿਟਲੀ ਰਾਈਟ ਬਹੁਤ ਸਕੀਮਾਂ ਹੈ ਜੀ ਟਾਈਮ ਕੱਢਣ ਦੀ ਜ਼ਰੂਰਤ ਹੈ ਐਂਡ ਪਰਸਿਊ ਕਰਨ ਦੀ ਤੇ ਫੋਲੋ ਅਪ ਕਰਨ ਦੀ ਜ਼ਰੂਰਤ ਹੈ ਹੁਣ ਜਾਖੜ ਸਾਹਿਬ ਨੂੰ ਦੱਸਿਓ ਹੁਣ MLA ਸਾਹਿਬ ਇਦਾਂ ਦੀਆਂ ਸਕੀਮਾਂ ਕੱਢਣ ਉੱਤੇ ਟਾਈਮ ਲਾਉਣ ਭੋਗ ਤੇ ਜਾਣ ਕੇ ਵਿਆਹ ਤੇ ਜਾਣਾ ਇੰਪੋਰਟੈਂਟ ਕੀ ਆ ਨਹੀਂ ਦੇਖੋ ਦੋਨੋਂ ਚੀਜ਼ਾਂ ਇੰਪੋਰਟੈਂਟ ਹੈ ਲੋਕ ਸੰਪਰਕ ਲੋਕਾਂ ਦੇ ਵਿੱਚ ਦੇਖੋ ਲੋਕਾਂ ਨੇ ਸਾਨੂੰ ਚੁਣਿਆ ਉਹ ਵੀ ਕੰਮ ਜ਼ਰੂਰੀ ਹੈ ਲੇਕਿਨ ਮਤਲਬ ਗਵਰਨੈਂਸ ਜਿਹਨੂੰ ਆਪਾਂ ਕਹਿੰਦੇ ਗਵਰਨੈਂਸ ਤਾਂ ਆਈ ਹੈ ਮਤਲਬ ਰੋਜ਼ ਟਾਈਮ ਕੱਢ ਕੇ ਆਪਾਂ ਕੋਈ ਚੀਜ਼ ਅਕੰਪਲਿਸ਼ ਕਰਨੀ ਹੈ ਉਹਦੇ ਮਗਰ ਲੱਗੀਏ ਪਰਸਿਊ ਕਰੀਏ ਫੋਲੋ ਅਪ ਕਰੀਏ ਜ਼ਰੂਰੀ ਨਹੀਂ ਵੀ ਸਾਰੇ ਕਾਮਯਾਬ ਹੋਵਾਂਗੇ ਬਦੇ 10 ਚੀਜ਼ਾਂ ਦੇ ਮਗਰ ਲੱਗਾਂਗੇ 5 ਦੇ ਵਿੱਚ ਤਾਂ ਕਾਮਯਾਬ ਹੋਵਾਂਗੇ ਅਰਵਿੰਦ ਕੇਜਰੀਵਾਲ ਹੋਰਾਂ ਦੀ ਪਾਰਟੀ ਦੀ ਪੰਜਾਬ 'ਚ ਸਰਕਾਰ ਹੈ ਤੁਸੀਂ ਕਿਹਾ ਕਿ 6 ਮਹੀਨੇ ਬਾਅਦ ਹੁਣ ਲੱਗਦਾ ਨਹੀਂ ਕਿ ਭਾਈ ਉਨੀ ਵਧੀਆ ਕੰਮ ਕਰ ਰਹੀ ਹੈ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਕਿਹਾ ਸੀ ਕਿ ਜੇ ਅਸੀਂ ਦਿੱਲੀ ਦੇ ਵਿੱਚ ਕੰਮ ਕੀਤਾ ਤਾਂ ਸਾਨੂੰ ਵੋਟਾਂ ਪਾ ਦਿਓ ਸੰਦੀਪ ਜਾਖੜ ਹੋਰਾਂ ਨੂੰ 6 ਮਹੀਨੇ ਹੋਏ MLA ਬਣਿਆ ਨੂੰ 4.5 ਸਾਲ ਬਾਅਦ ਜਦੋਂ ਵਿਧਾਨ ਸਭਾ ਦੀ ਚੋਣ ਆਉਣੀ ਹੈ ਜੇ ਤੁਸੀਂ ਦੁਬਾਰਾ ਚੋਣ ਲੜਨੀ ਹੋਈ ਕੀ ਹੱਥ ਖੜਾ ਕਰਕੇ ਕਹਿ ਦਿਓਗੇ ਕਿ ਭਾਈ ਜੇ ਮੇਰੇ ਕੰਮ ਚੰਗੇ ਲੱਗਦੇ ਤਾਂ ਵੋਟਾਂ ਪਾਇਓ ਨਹੀਂ ਡੈਫੀਨੇਟਲੀ ਮੈਂ ਪਿਛਲਾ ਜਿਹੜਾ ਮੇਰਾ ਚੋਣ ਸੀਗਾ ਉਹਦੇ ਵਿੱਚ ਵੀ ਜਿਹੜਾ ਪਿਛਲੇ ਦਿਨ ਜਿਹੜੀ ਐਡ ਲੱਗੀ ਸੀ ਆਮ ਆਦਮੀ ਸਰਕਾਰ ਨੇ ਐਡ ਲਾਈ ਸੀ ਕੰਮ ਬੋਲਦਾ ਤੇ
ਫਿਰ ਉਹਨਾਂ ਨੇ ਲਾਈ ਸੀ ਕਾਮ ਬੋਲਦਾ, ਉਹ ਸਪੈਲਿੰਗ ਵੀ ਥੋੜੇ ਜਿਹੇ ਗੜਬੜਾ ਗਏ ਸੀਗੇ। ਅਬੋਹਰ ਦੇ ਵਿੱਚ ਪਿਛਲੇ ਇਲੈਕਸ਼ਨ ਦੇ ਵਿੱਚ ਸਾਡਾ ਸਲੋਗਨ ਆਈ ਸੀ ਕੰਮ ਬੋਲਦਾ, ਠੀਕ ਹੈ। ਅਸੀਂ ਸਾਡੇ ਕੰਮ ਦੇ ਉੱਤੇ, ਜਿਵੇਂ ਮੈਂ ਕਹਿ ਰਿਹਾ, ਅਬੋਹਰ ਨੂੰ ਗੰਦਗੀ ਚੋਂ ਕੱਢਿਆ। ਇਹ ਜਿਹੜੇ ਮੈਂ ਪ੍ਰੋਜੈਕਟਸ ਤੁਹਾਨੂੰ ਦੱਸੇ ਅਸੀਂ ਕੰਮ ਕਰਕੇ ਦਿਖਾਇਆ। ਤੇ ਹੁਣ ਵਿਪਕਸ਼ 'ਚ ਆ, ਜਿੱਥੇ ਕੋਈ ਵਿਪਕਸ਼ ਦੇ ਮੁੱਦੇ ਉਠਾਣੇ ਹੈ ਉਹ ਉਠਾਵਾਂਗੇ, ਉਠਾ ਵੀ ਰਹੇ, ਤੇ ਜਿੱਥੇ ਫੋਲੋਅਪ ਕਰਨ ਦੀ ਜ਼ਰੂਰਤ ਹੈ, ਮਤਲਬ ਜਿਹੜੇ ਸਾਡੇ ਕੰਮ ਚੱਲ ਰਹੇ ਆਨਗੋਇੰਗ ਪ੍ਰੋਜੈਕਟਸ ਜਿਹੜੇ, ਉਹਨਾਂ ਦੇ ਮਗਰ ਲੱਗੇ ਰਵਾਂਗੇ। ਉਹਦੇ ਬਾਅਦ ਲੋਕਾਂ ਨੇ ਫੈਸਲਾ ਕਰਨਾ। ਛੋਟੇ ਛੋਟੇ ਸਵਾਲ ਨੇ ਦੋ। ਪਹਿਲਾ ਸਵਾਲ ਇਹ ਹੈ ਕਿ ਕੀ ਬੁੱਢੇ ਨਾਲੇ ਦੇ ਤੋਂ ਬਾਅਦ ਪਾਣੀ ਜਿਹੜਾ ਸਤਲੁਜ ਬਿਆਸ ਦੇ ਸੰਗਮ 'ਚ ਜਾਂਦਾ ਹੈ, ਉੱਥੋਂ ਕੁਝ ਨਹਿਰਾਂ ਨਿਕਲਦੀਆਂ, ਉਹ ਪਾਣੀ ਜੇ ਗੰਦਾ ਹੁੰਦਾ ਤਾਂ ਤੁਹਾਡੇ ਇਲਾਕੇ ਨੂੰ ਕੋਈ ਫਰਕ ਪੈਂਦਾ ਹੈ? ਨਹੀਂ, ਪ੍ਰਮੀ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ, ਜਿਸ ਬਾਰੇ ਆਪਾਂ ਨੂੰ ਹੋਰ ਗੱਲ ਕਰਨੀ ਚਾਹੀਦੀ ਹੈ। ਸਪੀਕਰ ਸਾਹਿਬ ਨੇ ਮੈਨੂੰ ਇੱਕ ਬੁੱਢਾ ਨਾਲਾ ਗੱਗਰ ਕਮੇਟੀ ਹੈ ਵਿਧਾਨ ਸਭਾ ਦੇ ਵਿੱਚ, ਉਹਦਾ ਮੈਨੂੰ ਮੈਂਬਰ ਬਣਾਇਆ। ਆਮ ਵੈਰੀ ਗ੍ਰੇਟਫੁਲ, ਉਹਨਾਂ ਨੇ ਮੈਨੂੰ ਉਹਦਾ ਮੈਂਬਰ ਬਣਾਇਆ। ਐਂਡ ਜਿਵੇਂ ਤੁਸੀਂ ਕਿਹਾ, ਸਾਡਾ ਜਿਹੜਾ ਏਰੀਆ ਟੋਟਲ ਕੈਨਾਲ ਫੈਡ ਹੈ, ਠੀਕ ਹੈ, ਮਤਲਬ ਸਾਡੀ ਸਿੰਚਾਈ ਤੇ ਸਾਡਾ ਪੀਣ ਦਾ ਪਾਣੀ, ਠੀਕ ਹੈ, ਟੋਟਲੀ ਅਸੀਂ ਉਹਦੇ ਨਹਿਰਾਂ ਦੇ ਉੱਤੇ ਨਿਰਭਰ ਕਰਦਾ ਹੈ। ਜਦੋਂ ਨਹਿਰਾਂ ਬੰਦ ਹੋ ਜਾਂਦੀ ਹੈ, ਸਫਾਈ ਵਾਸਤੇ ਰੂਟੀਨ ਦੇ ਵਿੱਚ ਜਦੋਂ ਬੰਦੀ ਆਉਂਦੀ, ਬਹੁਤ ਦਿੱਕਤ ਆਉਂਦੀ ਹੈ। ਐਂਡ ਆ ਜਿਹੜਾ ਪਾਣੀ ਹੈ ਬੁੱਢੇ ਨਾਲੇ ਦਾ, ਸਤਲੁਜ ਦਰਿਆ ਤੇ ਉਹਦੇ ਬਾਅਦ ਨਹਿਰਾਂ ਦੇ ਮਤਲਬ ਪਾਣੀ ਤਾਂ ਉੱਥੋਂ ਹੀ ਆ ਰਿਹਾ, ਤੇ ਉਹ ਡੈਫੀਨਿਟਲੀ ਸਾਡੇ ਉੱਥੇ ਕਈ ਪਿੰਡ ਹੈ ਜਿੱਥੇ ਮਤਲਬ ਹਰ ਪਰਿਵਾਰ ਦੇ ਵਿੱਚ ਕੋਈ ਹੈਪੇਟਾਈਟਸ ਦਾ, ਕੋਈ ਕੈਂਸਰ ਦਾ, ਇਹ ਜਿਹੇ ਵੀ ਪਿੰਡ ਹੈਗੇ। ਸੋ ਇਹਨੂੰ ਬਹੁਤ ਵੱਡੇ ਪੱਧਰ ਤੇ ਇਹਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ। ਐਂਡ ਮੇਨ ਸਮੱਸਿਆ ਕੀ ਹੈ? ਆਰਗੈਨਿਕ ਵੇਸਟ ਤਾਂ ਹੈ ਹੀ ਹੈ, ਜਿਹੜਾ ਸ਼ਹਿਰਾਂ ਦਾ ਮਤਲਬ ਅਨਟ੍ਰੀਟਡ ਪਾਣੀ ਜਿਹੜਾ ਆ ਰਿਹਾ, ਲੇਕਿਨ ਇੰਡਸਟਰੀਅਲ ਵੇਸਟ ਜਿਹੜਾ ਉਹਦੇ ਨਾਲ ਬਹੁਤ ਵੱਡੀ ਦਿੱਕਤ ਆ ਰਹੀ ਹੈ, ਜਿਹੜੀ ਮਤਲਬ ਡਾਈਜ਼ ਹੈ ਜਾਂ ਜਿਹੜੇ ਹੋਰ ਵੀ ਇੰਡਸਟਰੀਅਲ ਵੇਸਟ ਹੈ। ਐਂਡ ਇਸ ਕਮੇਟੀ ਦੇ ਵਿੱਚ ਮੈਂ ਲਗਾਤਾਰ ਅਸੀਂ ਮੀਟਿੰਗ ਜਿਹੜੀ ਹੋ ਰਹੀ ਹੈ, ਮੈਨੂੰ ਉਮੀਦ ਹੈ ਕਿ ਸਪੈਸ਼ਲੀ ਮੇਨ ਸਾਨੂੰ ਲੁਧਿਆਣੇ ਸ਼ਹਿਰ ਦਾ ਜਿਹੜਾ ਵੇਸਟ ਦਾ ਇੰਡਸਟਰੀਅਲ ਵੇਸਟ ਹੈ, ਉਹਦੇ ਨਾਲ ਅਸੀਂ ਬੜੇ ਮਤਲਬ ਸਾਡਾ ਨੁਕਸਾਨ ਹੁੰਦਾ ਹੈ। ਲੇਕਿਨ ਨਵੇਂ ਜਿਹੜੇ ਪਲਾਂਟਸ ਬਣ ਰਹੇ ਹੈ, ਸੋ ਆਈ ਐਮ ਹੋਪਫੁਲ ਵੀ 2 ਸਾਲਾਂ 'ਚ ਜਿੰਨਾ ਸਾਡੀ ਮੀਟਿੰਗਸ ਦੇ ਵਿੱਚ ਇਨਫੋਰਮੇਸ਼ਨ ਨਿਕਲ ਕੇ ਆਈ ਹੈ, ਵੀ ਜਦੋਂ ਆਪਰੇਸ਼ਨਲ ਹੋ ਜਾਣਗੇ ਸੁਧਾਰ ਹੋਣਾ ਚਾਹੀਦਾ। ਜਾਖੜ ਸਾਹਿਬ, ਮੈਂ ਇਹ ਸਵਾਲ ਨਾ ਬਸ ਬੇਸ ਹੀ ਬਣਾਇਆ, ਤੁਸੀਂ ਫੋਲੋ ਅਪ ਸ਼ਬਦ ਵਰਤਿਆ ਸੀ ਪਹਿਲਾਂ, ਹੁਣ ਮੈਂ ਫੋਲੋ ਅਪ ਕਰਨ ਲੱਗਾ। ਮੈਨੂੰ ਐਂ ਲੱਗਦਾ ਸੀ ਕਿ ਜੇ ਬੁੱਢੇ ਨਾਲੇ ਦੇ ਵਿੱਚ ਸਾਰਿਆਂ ਨੂੰ ਪਤਾ ਇੰਡਸਟਰੀ ਦਾ ਪਾਣੀ ਪੈਂਦਾ ਹੈ, ਹਾਂਜੀ, ਬਿਨਾਂ ਟਰੀਟ ਕੀਤਿਆਂ ਪੈਂਦਾ ਹੈ। ਜਿਹੜੇ ਅੱਜ ਕੱਲ੍ਹ ਰਾਜ ਸਭਾ ਦੇ ਮੈਂਬਰ ਨੇ ਬਾਬਾ ਬਲਵੀਰ ਸਿੰਘ ਸੀਚੇਵਾਲ, ਉਹਨਾਂ ਨੇ ਇੱਕ ਵਾਰੀ ਇੱਕ ਫਾਈਲ ਬਣਾਈ ਸੀ ਕਿ ਇੱਥੇ ਨੂੰ ਜਾਓਗੇ ਤਾਂ ਇੰਨੇ ਕਿਲੋਮੀਟਰ ਤੇ ਇੱਕ ਪਾਈਪ ਹੈ ਇਸ ਇੰਡਸਟਰੀ ਦਾ ਪਾਣੀ ਹੈ, ਕੱਲਾ ਪੁਆਇੰਟ ਮਾਰਕ ਕਰਕੇ ਦਿੱਤਾ। ਕਾਰਵਾਈ ਨਹੀਂ ਹੋਈ ਸੀ ਬਹੁਤੀ। ਮੈਨੂੰ ਐਂ ਲੱਗਦਾ ਕਿ ਜੇ ਤੁਹਾਡੇ ਇਲਾਕੇ ਦੇ ਵਿੱਚ ਇੰਨੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਸਾਲ ਕੁ ਪਹਿਲਾਂ ਚਾਚਾ ਜੀ ਨੂੰ ਕਹਿ ਕੇ, ਉਦੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਸੀ, ਉਹਨਾਂ ਦੀ ਉਹ ਸਰਕਾਰ ਸੀ, ਉਹਨੇ ਕੁ ਮੋਗੇ 'ਚ ਤਾਂ ਬੰਦ ਕਰਾਈ ਸਕਦੇ ਸੀ, ਕਦੇ ਯਤਨ ਨਹੀਂ ਕੀਤਾ? ਨਹੀਂ, ਡੈਫੀਨੇਟਲੀ ਕਦੇ ਯਤਨ ਵੀ ਨਹੀਂ ਕੀਤਾ ਤੇ ਨਾ ਕੋਈ ਇਸ ਪਾਸੇ ਧਿਆਨ ਗਿਆ। ਠੀਕ ਹੈ, ਮਤਲਬ ਬਿਲਕੁਲ ਹਕੀਕਤ ਹੈ ਜੀ। ਕਿਸੇ ਦੇ ਇੱਕ ਮੇਰਾ ਸਵਾਲ ਠੀਕ ਸੀ? ਨਹੀਂ, ਬਿਲਕੁਲ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਪ੍ਰਮੀ ਜੀ। ਪਿਛਲੇ 30 ਸਾਲਾਂ ਤੋਂ ਕਿਸੇ ਇੱਕ ਪੱਤਰਕਾਰ ਨੇ ਮੈਨੂੰ ਕਿਹਾ ਵੀ ਸੰਦੀਪ 30 ਸਾਲਾਂ ਤੋਂ ਮਤਲਬ ਬੁੱਢੇ ਨਾਲੇ ਦਾ ਮਤਲਬ ਉਵੇਂ ਹੀ ਚੱਲ ਰਿਹਾ, 30 ਸਾਲਾਂ ਦੇ ਵਿੱਚ ਕਿੰਨੀ ਸਰਕਾਰਾਂ ਆ ਗਈ, ਕਿੰਨੀ ਚਲੀ ਗਈ ਜੀ। ਐਂਡ ਤੁਸੀਂ ਮੰਨੋਗੇ ਨਹੀਂ, ਸਾਡੀ ਇੱਕ ਕਮੇਟੀ ਮੀਟਿੰਗ ਦੇ ਵਿੱਚ ਇੱਕ ਆਪਣੇ ਰਿਮੋਟ ਸੈਂਸਿੰਗ ਜਿਹੜਾ ਸੈਟੇਲਾਈਟ ਦੇ ਰਾਹੀਂ ਡਿਪਾਰਟਮੈਂਟ ਹੈ, ਤੇ ਉਹ ਡਿਪਾਰਟਮੈਂਟ ਵਾਲੇ ਅਫਸਰ ਨੇ ਮੈਨੂੰ ਕਿਹਾ ਜੀ ਸਾਡੇ ਕੋਲੇ ਸੈਟੇਲਾਈਟਸ ਤੇ ਸਾਰੇ ਡੇਟਾ ਹੈ, ਪਰ ਸਾਨੂੰ ਕੋਈ ਨਾ ਕੋਈ ਸਾਡੇ ਤੋਂ ਮੰਗਦਾ, ਨਾ ਕੋਈ ਸਾਨੂੰ ਮਤਲਬ ਕੋਈ ਪੁੱਛਦਾ। ਤੇ ਇੰਟਰਸਟ ਲੈਣ ਦੀ ਜ਼ਰੂਰਤ ਹੈ, ਪ੍ਰਯਾਸ ਕਰਨ ਦੀ ਜ਼ਰੂਰਤ ਹੈ, ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ, ਕਿਉਂਕਿ ਅਲਟੀਮੇਟਲੀ ਇਹ ਆਪਾਂ ਸਾਡੀ ਫਸਲਾਂ, ਤੁਸੀਂ ਕਿੰਨੂ ਦੀ ਗੱਲ ਕੀਤੀ ਸੀ, ਸਾਡੇ ਉੱਥੇ ਕਿੰਨੂ ਦੇ ਬਾਗ ਜਿਹੜੇ ਹੈ, ਮਤਲਬ ਜਦੋਂ ਅਸੀਂ ਬੂਟਾ ਲਾਉਂਦੇ ਆ 7 ਸਾਲ ਤਾਂ ਅਸੀਂ ਉਹਦੀ ਪਰਵਰਿਸ਼ ਕਰਦੇ ਹਾਂ ਬੂਟੇ ਦੀ, ਐਂਡ ਇਸ ਪਾਣੀ ਦੀ ਵਜ੍ਹਾ ਨਾਲ ਸਾਡੇ ਨੁਕਸਾਨ ਹੋ ਰਿਹਾ ਬਹੁਤ। ਮਤਲਬ ਬਾਗ ਲੋਕੀ ਪੱਟ ਰਹੇ ਬਾਗ, ਸਾਡੇ ਵਾਟਰ ਲੌਗਿੰਗ ਦੀ ਪ੍ਰੋਬਲਮ ਹੈ, ਫਸਲਾਂ, ਸਾਡੀ ਜ਼ਮੀਨ, ਕਿਉਂਕਿ ਟੋਟਲੀ ਜਿਵੇਂ ਮੈਂ ਕਿਹਾ ਸਾਡਾ ਕੈਨਾਲ ਫੈਡ ਇਰੀਗੇਸ਼ਨ ਸਾਡੀ ਇਹ ਨਹਿਰਾਂ ਦੇ ਥਰੂ ਹੈ, ਤੇ ਇਹਦੇ ਉੱਤੇ ਵੱਡੇ ਪੱਧਰ ਤੇ ਕੰਮ ਕਰਨ ਦੀ ਜ਼ਰੂਰਤ ਹੈ। ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਉਣ ਦੀ ਜ਼ਰੂਰਤ ਹੈ ਤੇ ਲਗਾਤਾਰ ਫੋਲੋ ਅਪ ਕਰਨ ਦੀ ਜ਼ਰੂਰਤ ਹੈ ਜੀ। ਤੇ ਮਤਲਬ ਮੈਂ ਹੁਣ ਪਹਿਲੀ ਵਾਰ ਵਿਧਾਇਕ ਬਣਿਆ, ਜਿਵੇਂ ਤੁਸੀਂ ਮੈਨੂੰ ਫੇਰ ਸਵਾਲ ਪੁੱਛ ਲੋਗੇ ਵੀ ਸੰਦੀਪ, ਮੇਰੀ ਬੇਟੀ ਨੇ ਮੈਨੂੰ ਪੁੱਛਿਆ, ਉਹਨੇ ਕਿਹਾ ਮੈਂ ਇਹ ਜਿਹੜੀ ਚਰਚਾ ਹੋ ਰਹੀ ਸੀ ਪਾਣੀ ਦੀ ਸਾਰਾ ਕੁਝ, ਤੇ ਉਹਨੇ ਕਿਹਾ ਵੀ ਹੁਣ ਪਿਤਾ ਜੀ ਤੁਸੀਂ ਲਾਅ ਮੇਕਰ ਹੋ, ਤੁਸੀਂ ਕੀ ਕਰ ਰਹੇ ਹੋ, ਮਤਲਬ ਵਾਟ ਵਿਲ ਯੂ ਡੂ। ਤੇ ਉਹ ਮਤਲਬ ਮੇਰੇ ਬਹੁਤ ਗੱਲ
ਮਤਲਬ ਦਿਲ ਦੇ ਵਿੱਚ ਵੱਜੀ ਵੀ ਹਾਂ ਵੀ ਆਪਾਂ ਕੀ ਕਰ ਰਹੇ ਤੇ ਲਗਾਤਾਰ ਇਹਦੇ ਉੱਤੇ ਪ੍ਰਯਾਸ ਕਰਾਂਗੇ, ਆਵਾਜ਼ ਉਠਾਵਾਂਗੇ ਵੀ ਆਹ ਇੱਕ ਪੰਜਾਬ ਦਾ ਮੁੱਦਾ ਹੈ, ਸਾਰਿਆਂ ਦਾ ਸਾਂਝਾ ਮੁੱਦਾ ਹੈ ਤੇ ਇਹਦੇ ਉੱਤੇ ਬੜੇ ਵੱਡੇ ਪੱਧਰ ਤੇ ਆਪਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੈ। ਲੇਕਿਨ ਮੈਂ ਨਾਲ ਸੀਐਮ ਸਾਹਿਬ ਨੂੰ ਅਪੀਲ ਕਰਦਾ, ਭਗਵੰਤ ਮਾਨ ਜੀ ਨੂੰ, ਉਹਨਾਂ ਨੇ ਵੀ ਬਹੁਤ ਇਸ ਗੱਲ ਦੇ ਉੱਤੇ ਪਹਿਲੀ ਵਾਰ ਜਦੋਂ ਗਵਰਨਰਸ ਐਡਰੈਸ ਹੋਇਆ ਸੀਗਾ ਜੀ, ਮੈਂ ਬਹੁਤ ਪੁਰਾਣੇ ਲੀਡਰਾਂ ਨੂੰ ਪੁੱਛਿਆ, ਇਨਵਾਇਰਨਮੈਂਟ ਦੇ ਪ੍ਰਤੀ ਪਹਿਲੀ ਵਾਰ ਮਤਲਬ ਗਵਰਨਰ ਐਡਰੈਸ ਦੇ ਉੱਤੇ ਕਾਫੀ ਉਹਨਾਂ ਨੇ ਗੱਲਾਂ ਕੀਤੀ ਵੀ ਪੰਜਾਬ ਦੀ ਮਤਲਬ ਗੰਦਗੀ, ਪਾਣੀ, ਪੰਜਾਬ ਦਾ ਪਾਣੀ, ਵਾਤਾਵਰਣ ਆਪਾਂ ਖਰਾਬ ਕਰ ਰਹੇ ਹਾਂ ਤੇ ਉਮੀਦ ਹੈ ਵੀ ਇਹਦੇ ਉੱਤੇ ਅਸੀਂ ਰਲ ਮਿਲ ਕੇ ਕੰਮ ਕਰਾਂਗੇ। ਸੰਦੀਪ ਜਾਖੜ ਹੋਰੀ ਪਹਿਲੀ ਟਰਮ ਮੰਨ ਲਓ ਪੂਰੀ ਕਰ ਗਏ, ਤੁਸੀਂ ਮੰਨ ਲਓ ਦੂਜੀ ਵਾਰੀ ਵੀ ਜਿੱਤ ਗਏ, ਅਸੀਂ ਤੁਹਾਨੂੰ ਤੀਜੀ ਵਾਰੀ ਵੀ ਜਿਤਾਤਾ ਗੱਲੀ ਬਾਤੀਆਂ 'ਚ, ਤੁਸੀਂ 3 ਵਾਰੀ ਦੇ ਐਮਐਲਏ ਬਣ ਗਏ, ਤੁਸੀਂ ਮੁੜ ਕੇ ਇਲੈਕਸ਼ਨ ਨਹੀਂ ਲੜੀ ਜਾਂ ਤੁਸੀਂ ਹਾਰ ਗਏ, ਕੁਝ ਵੀ ਹੋ ਗਿਆ। ਸੰਦੀਪ ਜਾਖੜ ਹੋਰਾਂ ਦੇ ਸਾਹਮਣੇ ਇੱਕ ਫਾਈਲ ਆਉਂਦੀ ਹੈ ਕਿ ਦਸਤਖਤ ਕਰ ਦਿਓ ਕਿ 3 ਟਰਮਾਂ ਦੀ ਪੈਨਸ਼ਨ ਲੈਣੀ ਹੈ ਕਿ 1 ਦੀ ਲੈਣੀ ਹੈ, ਕਿਉਂਕਿ ਪੰਜਾਬ ਦੇ ਲੋਕਾਂ ਦੇ ਲਈ ਸਰਕਾਰੀ ਖਜ਼ਾਨੇ 'ਚ ਪੈਸੇ ਥੋੜ੍ਹੇ ਹੈ। ਸਾਨੂੰ ਐਂ ਲੱਗਦਾ ਕਿ ਜੇ 5000 ਦੇ ਉੱਤੇ ਅਧਿਆਪਕ ਆਪਣਾ ਗੁਜ਼ਾਰਾ ਕਰ ਸਕਦਾ ਤੇ ਮੁੜ ਕੇ ਉਹਦੇ ਕੋਲੇ ਪੈਨਸ਼ਨ ਨਹੀਂ, ਤੇ ਜਿਹੜੇ ਸਾਬਕਾ ਐਮਐਲਏ ਨੇ 1 ਪੈਨਸ਼ਨ ਨਾਲ ਗੁਜ਼ਾਰਾ ਕਰ ਸਕਦੇ ਆ। ਸੰਦੀਪ ਜਾਖੜ ਕਿੱਧਰਲੇ ਪਾਸੇ ਖੜੇ ਆ? ਨਹੀਂ, ਮੈਂ 1 ਪੈਨਸ਼ਨ ਨਾਲ ਬਿਲਕੁਲ ਮੈਂ ਸਹਿਮਤ ਹੈਗਾ। ਠੀਕ ਹੈ ਜੀ। ਇਹਦੇ ਵਿੱਚ ਕੋਈ ਮਤਲਬ 1 ਪੈਨਸ਼ਨ ਹੀ ਹੋਣੀ ਚਾਹੀਦੀ, 1 ਪੈਨਸ਼ਨ ਹੀ ਹੋਣੀ ਚਾਹੀਦੀ। ਸਰ ਜੇ ਬਾਕੀ ਲੋਕਾਂ ਦਾ ਸਰਦਾ ਸਾਰੇ ਹੀ ਜਾਣਾ ਚਾਹੀਦਾ ਨਾ। ਡੈਫੀਨਿਟਲੀ। ਠੀਕ ਹੈ ਜੀ, ਮੈਨੂੰ ਸੀ ਵੀ ਇਹ ਗੱਲਾਂ ਜਿਹੜੀਆਂ ਕਲੀਅਰ ਹੋ ਜਾਣ। ਬਿਲਕੁਲ। ਠੀਕ ਹੈ ਜੀ। ਅੱਛਾ ਜਾਖੜ ਸਾਹਿਬ, ਮੈਂ ਚਾਹੁੰਦਾ ਨਹੀਂ ਸੀ ਕਿ ਬਹੁਤਾ ਰਾਜਨੀਤਿਕ ਗੱਲਾਂ ਕਰਾਂ, ਪਰ 2 ਕਰ ਲੈਂਦੇ ਹਾਂ, ਕਿਉਂਕਿ ਫਿਰ ਕਈ ਵਾਰੀ ਜਿਹਨਾਂ ਨੇ ਸਵਾਦ ਲੈਣਾ ਹੁੰਦਾ ਰਾਜਨੀਤਿਕ ਲੀਡਰਾਂ ਨਾਲ ਗੱਲਬਾਤ ਦੇ ਵਿੱਚ ਉਹਨਾਂ ਨੂੰ ਵੀ ਆ ਜਾਵੇ। ਮੰਨ ਲਓ ਭਲਕ ਨੂੰ ਕਾਂਗਰਸ ਪਾਰਟੀ, ਕਿਉਂਕਿ ਜਿੱਦਾਂ ਭਾਰਤ ਜੋੜੋ ਯਾਤਰਾ ਨੇੜੇ ਆਈ ਜਾਂਦੀ ਹੈ ਨਾ, ਪਾਰਟੀ ਖਿਲਰੀ ਜਾਂਦੀ ਹੈ, ਕਿਉਂਕਿ ਉਧਰਲੇ ਪਾਸੇ ਭਾਰਤ ਜੋੜੋ ਯਾਤਰਾ ਸ਼ੁਰੂ ਹੋਈ ਤੇ ਉਧਰਲੇ ਪਾਸੇ ਗੋਆ ਦੇ ਵਿੱਚ ਜੋੜ ਖੁੱਲ ਗਿਆ। ਹਾਂਜੀ। ਫਿਰ ਬਿਸ਼ਨੋਈ ਸਾਹਿਬ ਚਲੇ ਗਏ, ਕੁਲਦੀਪ ਬਿਸ਼ਨੋਈ ਸਾਹਿਬ। ਇੱਧਰ ਪੰਜਾਬ ਵਾਲੇ ਪਾਸਿਓਂ ਵੀ ਜਿੱਦਣ ਕੈਪਟਨ ਸਾਹਿਬ ਗਏ ਤੇ ਉਹਨਾਂ ਦੇ ਨਾਲ 5-7 ਬੰਦੇ ਗਏ ਨੇ, ਕਈ ਤਿਆਰੀ 'ਚ ਨੇ। ਜੇ ਸੰਦੀਪ ਜਾਖੜ ਹੋਰਾਂ ਨੂੰ ਪਾਰਟੀ ਬਹੁਤਾ ਲੰਬਾ ਸਮਾਂ ਨਹੀਂ ਚੱਲਦੀ, ਕਿਉਂਕਿ ਜਿੱਦਾਂ ਦੇ ਹਾਲਾਤ ਬਣੇ ਆ, ਕਿੱਧਰ ਜਾਓਗੇ? ਨਹੀਂ ਪਰਮੀਨ ਜੀ, ਮੈਂ ਕੋਈ ਨਾ ਕੋਈ ਜਗ੍ਹਾ ਤਾਂ ਬਣਾਉਂਗਾ। ਠੀਕ ਹੈ, ਕੋਈ ਨਾ ਕੋਈ ਤਾਂ ਜਗ੍ਹਾ ਬਣਾਉਂਗਾ। ਐਂਡ ਅਲਟੀਮੇਟਲੀ ਜੇ ਲੋਕਾਂ ਵਾਸਤੇ ਕੰਮ ਕਰਨਾ ਜੀ, ਅਬੋਹਰ ਹਲਕੇ ਵਾਸਤੇ ਕੰਮ ਕਰਨਾ ਹੈ, ਜੇ ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ ਪੰਜਾਬ ਦੇ ਜਿਹੜੇ ਮਸਲੇ ਹੈ, ਜੇ ਕੋਈ ਹੱਲ ਕਰਨੇ ਹੈ, ਉਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ, ਕੋਈ ਪਲੇਟਫਾਰਮ ਤਾਂ ਚਾਹੀਦਾ ਹੈ ਮੈਨੂੰ ਜੀ। ਤੇ ਜੇ ਮੇਰੀ ਪਾਰਟੀ ਮੈਨੂੰ ਨਹੀਂ ਕੋਈ ਮੇਰੀ ਗੱਲਾਂ ਦੇ ਉੱਤੇ ਗੌਰ ਕਰੂਗੀ ਤੇ ਕੋਈ ਨਾ ਕੋਈ ਜਗ੍ਹਾ ਮੈਂ ਬਣਾਉਂਗਾ। ਨਹੀਂ, ਗੱਲ ਠੀਕ ਹੈ ਤੁਹਾਡੀ ਕਿ ਕਿਸੇ ਨਾ ਕਿਸੇ ਪਾਸੇ ਚੰਗਾ ਹੋਇਆ ਤੁਸੀਂ ਇਹ ਵੀ ਸਾਫ਼ ਹੀ ਕਰ ਦਿੱਤਾ ਕਿ ਭਾਈ ਕਿਸੇ ਪਾਸੇ ਜਾਣਾ ਪੈਣਾ। ਨਹੀਂ, ਡੈਫੀਨਿਟਲੀ ਜੇ ਆਹ ਕੰਮ ਕਰਨਾ ਹੈ, ਸਿਆਸਤ ਕਰਨੀ ਹੈ, ਲੋਕ ਸੇਵਾ ਕਰਨੀ ਹੈ, ਪੰਜਾਬ ਦੇ ਮਸਲੇ, ਅਬੋਹਰ ਦੇ ਮਸਲੇ ਹੱਲ ਕਰਨੇ ਹੈ ਤਾਂ ਪਲੇਟਫਾਰਮ ਤਾਂ ਚਾਹੀਦਾ। ਠੀਕ ਹੈ ਜੀ। ਇੱਕ ਸੰਦੀਪ ਜੀ ਜ਼ਰੂਰ ਦੱਸਿਓ, ਕਿਉਂਕਿ ਭਲਕੇ ਹੁਣ ਵਿਧਾਨ ਸਭਾ ਦਾ ਸੈਸ਼ਨ ਹੈ, ਉਹਦੇ ਵਾਸਤੇ ਵੀ ਤਿਆਰੀਆਂ ਸ਼ਿਆਰੀਆਂ ਚੱਲਦੀਆਂ ਹੋਣੀਆਂ। ਵਿਧਾਨ ਸਭਾ ਦੇ ਵਿੱਚ ਬੋਲਣ ਦਾ ਸਮਾਂ ਮਿਲ ਜਾਂਦਾ ਇੱਕ ਆਮ ਵਿਧਾਇਕ ਨੂੰ, ਜਾਣੀ ਕਿ ਉਹ ਕਿੰਨੇ ਕਮੈਂਟ ਹੁੰਦੇ ਆ, ਜੇ ਤੁਹਾਨੂੰ ਸਮਾਂ ਮਿਲਦਾ ਤੁਸੀਂ ਕੀ ਤਰਜੀਹ ਦਿੰਦੇ ਹੋ? ਕਿਉਂਕਿ ਮੈਨੂੰ ਚੇਤਾ ਹੈ, ਚਾਹੇ ਉਹ ਮੁੱਦਾ ਅੰਤ ਤੱਕ ਨਹੀਂ ਸੀ ਪਹੁੰਚਿਆ, ਕਰੀ ਪਾਰਲੀਮੈਂਟ ਦੇ ਵਿੱਚ ਪੈਸੇ ਲੈ ਕੇ ਸਵਾਲ ਪੁੱਛਣ ਦਾ ਮੁੱਦਾ ਚੱਲਿਆ ਸੀ। ਫਿਰ ਤੁਸੀਂ ਇੰਡਸਟਰੀ ਵਾਲਿਆਂ ਦੇ ਸਵਾਲ ਪੁੱਛਦੇ ਹੋ, ਆਮ ਲੋਕਾਂ ਦੇ ਸਵਾਲ ਪੁੱਛਦੇ ਹੋ, ਜਾਂ ਜਿਹੜਾ ਤੁਹਾਨੂੰ ਨਿੱਜੀ ਤੌਰ ਤੇ ਫਾਇਦਾ ਦਿੰਦੇ ਉਹ ਸਵਾਲ ਪੁੱਛਦੇ ਹੋ? ਨਹੀਂ ਪਰਮੀ ਜੀ, ਉਹ ਤਾਂ ਜਿਹੜਾ ਮੇਰਾ ਤਾਂ ਪਹਿਲਾ ਸੈਸ਼ਨ ਸੀਗਾ ਜੀ, ਬਟ ਇਹਦੇ ਵਿੱਚ ਜਿਹੜਾ ਸਵਾਲ ਦੀ ਤੁਸੀਂ ਗੱਲ ਕਰ ਰਹੇ ਹੋ, ਇੱਕ ਤਾਂ ਜਿਹੜੇ ਵੀ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ ਉਹ ਸੈਸ਼ਨ ਤੋਂ 1 ਮਹੀਨੇ ਪਹਿਲੇ ਤੁਹਾਨੂੰ ਲਿਖ ਕੇ ਭੇਜਣੇ ਪੈਂਦੇ ਆ ਸਪੀਕਰ ਸਾਹਿਬ ਨੂੰ। ਉਹਦੇ ਵਿੱਚ ਜਿਹੜਾ 0R ਹੁੰਦਾ ਹੈ, ਉਹਦੇ ਵਿੱਚ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ। ਜਿਵੇਂ ਪਿਛਲੀ ਵਾਰੀ ਜਿਹੜਾ 0R ਦੇ ਜਿੰਨਾ ਕੁ ਮੌਕਾ ਸਪੀਕਰ ਸਾਹਿਬ ਨੇ ਮੈਨੂੰ ਦਿੱਤਾ, ਉਹਦੇ ਵਿੱਚ ਮੈਂ ਕਿਸਾਨਾਂ ਦੀ ਗੱਲ ਕੀਤੀ ਸੀ, ਮੈਂ ਅਬੋਹਰ ਦੇ ਕੁਝ ਸਾਂਝੇ ਜਿਹੜੇ ਮਸਲੇ ਉਹਦੀ ਗੱਲ ਕੀਤੀ, ਇੰਡਸਟਰੀ ਦੀ ਗੱਲ ਕੀਤੀ, ਐਂਡ ਜਿੰਨਾ ਕੁ ਸਮਾਂ ਮਿਲਿਆ ਮੈਂ ਕੋਈ ਵੀ ਗੱਲ ਕਰ ਸਕਦੇ ਹੋ। ਐਂਡ ਜਿਹੜੇ ਕਿ ਇਹਨਾਂ ਨੇ ਲਾਈਵ ਰਿਕਾਰਡਿੰਗ ਜਿਹੜੀ ਉਹ ਕਰ ਰਹੇ, ਉਹ ਵੀ ਇਟ ਇਜ਼ ਅ ਗੁੱਡ ਸਟੈਪ। ਐਟਲੀਸਟ ਲੋਕਾਂ ਨੂੰ ਪਤਾ ਤਾਂ ਚੱਲੇ ਅੰਦਰ ਹੋ ਕੀ ਰਿਹਾ, ਇੱਕ ਦੂਜੇ ਨਾਲ ਕਿਵੇਂ ਅਸੀਂ ਬਿਹੇਵ ਕਰ ਰਹੇ, ਕਿਉਂਕਿ ਅਲਟੀਮੇਟਲੀ 117 ਜਿਹੜੇ ਬੰਦੇ ਹੈ ਉਹ ਸਾਰੇ ਲੀਡਰ ਹੈ, ਪੰਜਾਬ ਦੇ ਲੀਡਰ। ਲੋਕਾਂ ਨੇ ਉਹਨਾਂ ਨੂੰ ਨੁਮਾਇੰਦਾ ਆਪਣਾ ਬਣਾ ਕੇ ਚੁਣ ਕੇ ਭੇਜਿਆ, ਤੇ ਉਹ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਅਸੀਂ ਕੀ, ਸਾਡਾ ਬਿਹੇਵੀਅਰ ਕੀ ਹੈ, ਕਿਉਂ ਲੋਕੀ ਸਾਨੂੰ ਵੇਖ ਕੇ ਹੀ ਸ਼ੁੱਡ ਵਾਕ ਦਾ ਟਾਕ। ਅੱਜ ਵਾਲੀ ਇੰਟਰਵਿਊ ਦੇ ਵਿੱਚੋਂ ਨਾ ਕਈ ਚੀਜ਼ਾਂ ਕੱਟ ਕੇ ਤੁਹਾਡੀਆਂ ਕਈਆਂ ਨੇ ਹਾਈ ਕਮਾਂਡ ਨੂੰ ਭੇਜ ਦੇਣੀਆਂ ਜੀ, ਇਹ ਤਾਂ ਜੋੜੇ ਮਾਜਰਾ ਸਾਹਿਬ ਦਾ ਧੰਨਵਾਦ ਕਰ ਦਿੱਤਾ, ਇਹਨਾਂ ਨੇ ਤਾਂ ਕਹਿ ਦਿੱਤਾ ਜੀ ਇੱਕੋ ਹੀ ਪੈਨਸ਼ਨ ਲੈਣੀ ਆ, ਇਹਨਾਂ ਨੇ ਤਾਂ ਕਹਿ ਦਿੱਤਾ ਜੀ ਕਿ ਉਹ ਸਪੋਰਟਸ ਵਾਲਾ ਵੀ ਉਹ ਗੁੱਡ ਸਟੈਪ, ਇਨੀਸ਼ੀਏਟਿਵ ਚੰਗਾ, ਉਹਨਾਂ ਨੇ ਇਹ ਵੀ ਕਹਿ ਦੇਣਾ ਕਿ ਭਾਈ ਆ 3-4-5 ਚੀਜ਼ਾਂ, ਬਾਕੀ ਸਾਰੀਆਂ ਗੱਲਾਂ ਨਹੀਂ ਕਰਨੀਆਂ, ਇੰਨੀਆਂ ਕੱਟ ਕੇ ਭੇਜਣੀਆਂ ਕਿਤੇ ਕਾਰਵਾਈ ਨਾ ਕਰਾ ਲਿਓ। ਨਹੀਂ, ਮੋਸਟ ਵੈਲਕਮ ਪਰਮੀ ਜੀ, ਮੇਰਾ ਮੰਨਣਾ ਹੈ ਜੇ ਲੋਕ ਮਗਰ ਹੋਣ ਤੇ ਇਹ ਜੀ ਚੀਜ਼ਾਂ ਤੋਂ ਮਤਲਬ ਲੀਡਰ ਨੂੰ ਨਹੀਂ ਘਬਰਾਉਣਾ ਚਾਹੀਦਾ। ਮਤਲਬ ਜਿਹੜੀ ਆਪਣੀ ਗੱਲ ਹੈ ਠੋਕ ਕੇ ਰੱਖਣੀ ਚਾਹੀਦੀ ਹੈ। ਐਂਡ ਜਿਵੇਂ ਮੈਂ ਕਿਹਾ, ਮੈਂ ਹਮੇਸ਼ਾ ਸੁਨੀਲ ਜੀ ਤੋਂ ਸਿੱਖੀ ਹੈ, ਅੱਜ ਵੀ ਚਾਹੇ ਕੋਈ ਵੀ ਹੈ, ਪ੍ਰੈਸ ਵਾਲੇ ਸਾਥੀ ਹੈ, ਵਿਪਕਸ਼ ਵਾਲੇ ਹੈ। ਮੈਂ ਛੋਟਾ ਜਿਹਾ ਉਦਾਹਰਨ ਦਿੰਦਾ ਤੁਹਾਨੂੰ। ਜਦੋਂ ਮੈਂ ਪਹਿਲੀ ਵਾਰ MLA ਬਣਿਆ, ਮੈਂ ਸਾਰੇ ਜਿਹਨੇ ਮੇਰੇ
MLAs ਕਲੀਗਸ ਹੈ ਸਾਰਿਆਂ ਨੂੰ ਮੈਂ ਫੋਨ ਕੀਤਾ ਜੀ ਐਂਡ ਮੈਂ ਉਹਨਾਂ ਨੂੰ ਥੈਂਕ ਯੂ ਕੀਤਾ ਜੀ ਵੀ ਮੈਂ MLA ਬਣਿਆ ਪਹਿਲੀ ਵਾਰ ਐਂਡ ਤੁਹਾਡੀ ਬਲੇਸਿੰਗਸ ਚਾਹੀਦੀ ਹੈ। ਰਾਣਾ ਗੁਰਜੀਤ ਜੀ ਨੇ ਮੈਨੂੰ ਇੱਕ ਗੱਲ ਕਹੀ ਜੀ, ਉਹਨਾਂ ਨੇ ਕਿਹਾ ਸੰਦੀਪ ਮੇਰੀ ਤੇਰੇ ਚਾਚੇ ਨਾਲ ਕਦੇ ਵੀ ਨਹੀਂ ਬਣੀ, ਡਿਫਰੈਂਸਸ ਸੀਗੇ ਬਟ ਹੀ ਇਜ਼ ਅ ਫਾਈਨ ਮੈਨ ਐਂਡ ਸੰਦੀਪ ਯੂ ਆਰ ਆਲਵੇਜ਼ ਵੈਲਕਮ, ਤੂੰ ਕਦੋਂ ਵੀ ਮਤਲਬ ਆਈ ਐਮ ਆਲਵੇਜ਼ ਦੇਅਰ ਫॉर ਯੂ। ਬਾਜਵਾ ਸਾਹਿਬ ਨੇ ਮੈਨੂੰ ਆਹ ਗੱਲ ਕਹੀ ਵੀ ਸੰਦੀਪ ਆਈ ਹੈਡ ਡਿਫਰੈਂਸਸ, ਤੇਰੇ ਚਾਚੇ ਨਾਲ ਡਿਫਰੈਂਸਸ ਸੀਗੇ ਬਟ ਮਤਲਬ ਤੂੰ ਕਦੇ ਵੀ ਮਤਲਬ ਡੋਂਟ ਫੀਲ ਕਿ ਉਹਨਾਂ ਦੇ ਸਾਡੇ ਡਿਫਰੈਂਸਸ ਸੀਗੇ ਯੂ ਨੋ। ਸੋ ਪ੍ਰਗਟ ਸਿੰਘ ਜੀ ਨੇ, ਸੁਖ ਸਰਕਾਰ ਜੀ ਹੈਗੇ ਹੈ, ਜਿੰਨੇ ਵੀ ਸੀਨੀਅਰ ਸਾਡੇ ਲੀਡਰ ਸਾਰਿਆਂ ਨੇ ਮੈਨੂੰ ਕਿਹਾ ਵੀ ਹੀ ਵਾਜ਼ ਅ ਫਾਈਨ ਮੈਨ। ਮਤਲਬ ਚਲੋ ਠੀਕ ਹੈ ਹੁਣ ਉਹ ਵੱਖਰੀ ਪਾਰਟੀ ਦੇ ਵਿੱਚ ਚਲੇ ਗਏ ਤਾਂ ਕੋਈ ਮਤਲਬ ਕੋਈ ਵੱਡੀ ਗੱਲ ਨਹੀਂ, ਬਟ ਯੂ ਨੋ ਦੈਟ ਇਜ਼ ਦ ਲੈਗੇਸੀ। ਉਹ ਮਤਲਬ ਉਹਨਾਂ ਨੇ ਹਮੇਸ਼ਾ ਗੱਲ ਨੂੰ ਗੱਲ ਕਹਿੰਦੇ ਸੀ, ਤੱਥਾਂ ਦੇ ਉੱਤੇ ਗੱਲ ਕਰਦੇ ਸੀ, ਕੋਈ ਅਨਨੈਸੈਸਰੀ ਬਿਆਨਬਾਜ਼ੀ ਨਹੀਂ ਕਰਦੇ ਸੀ। ਸੋ ਉਹਨਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਤੇ ਐਂਡ ਆਈ ਆਲਵੇਜ਼ ਟਰਾਈ ਟੂ ਫੋਲੋ ਇਨ ਹਿਸ ਫੁੱਟਸਟੈਪਸ। ਠੀਕ ਹੈ ਜੀ। ਜਾਖੜ ਸਾਹਿਬ ਮੈਨੂੰ ਇੱਕ ਚੀਜ਼ ਹੋਰ ਜ਼ਰੂਰ ਦੱਸਿਓ, ਤੁਸੀਂ ਨੌਜਵਾਨ ਹੋ, ਯੰਗ ਹੋ ਅਜੇ, ਤੇ ਸਾਡੇ ਕੋਲੇ ਨਾ ਇੱਕ ਗੈਂਗਸਟਰ ਸ਼ਬਦ ਬੜਾ ਆ ਗਿਆ ਪਿਛਲੇ ਕੁਝ ਸਾਲਾਂ 'ਚ ਕਹਿ ਲਓ ਜਾਂ ਮਹੀਨਿਆਂ 'ਚ ਕਹਿ ਲਓ। ਮੌਜੂਦਾ ਸਰਕਾਰ ਕਹਿੰਦੀ ਹੈ ਜੀ ਸਾਨੂੰ ਪਿਛਲਿਆਂ ਦਿੱਤਾ, ਪਿਛਲੇ ਕਹਿੰਦੇ ਆ ਜੀ ਸਾਨੂੰ ਉਹਨਾਂ ਤੋਂ ਪਿਛਲਿਆਂ ਦਿੱਤਾ, ਪਿਛਲੇ ਕਹਿੰਦੇ ਆ ਜੀ ਹੁਣ ਵਾਲੇ ਕੰਟਰੋਲ ਕਰ ਲਓ, ਇਹਨਾਂ ਤੋਂ ਕੰਟਰੋਲ ਨਹੀਂ ਹੁੰਦੇ। ਇੱਕ ਦੂਜੇ ਤੋਂ ਸੁੱਟੀ ਜਾਂਦੇ ਆ ਸਾਰੇ। ਪਿਸ ਕੌਣ ਰਿਹਾ? ਪੰਜਾਬ ਦਾ ਆਮ ਬੰਦਾ, ਆਮ ਲੋਕ ਪਿਸ ਰਹੇ ਨੇ, ਛੋਟਾ ਵਪਾਰੀ ਪਿਸ ਰਿਹਾ। ਤੀਸਰੇ ਦਿਨ ਟੈਲੀਫੋਨ ਆ ਜਾਂਦਾ, ਲੱਖ ਰੁਪਈਆ ਫੜਾ ਦੇ, 2 ਲੱਖ ਫੜਾ ਦੇ, ਫਰੌਤੀਆਂ ਮੰਗੀ ਜਾਂਦੇ ਆ, ਜੇਲ੍ਹਾਂ ਦੇ ਵਿੱਚੋਂ ਕੰਮ ਖਰਾਬ ਹੋਈ ਜਾਂਦਾ। ਇਹ ਜਾਣੀ ਵੀ ਕਿੱਥੋਂ ਲੀਡਰਾਂ ਨੂੰ ਕਿੱਥੋਂ ਸਿੱਖਿਆ ਮਿਲਦੀ ਹੈ, ਕਿੱਥੋਂ ਟ੍ਰੇਨਿੰਗ ਲੈ ਕੇ ਆਉਂਦੇ ਆ ਲੀਡਰ ਕਿ ਭਾਈ ਇੱਕ ਦੂਜੇ ਦੇ ਸਿੱਟ ਦਿਓ, ਜ਼ਿੰਮੇਵਾਰੀ ਨਿਭਾਓ ਨਾ? ਨਹੀਂ ਪਰਮੇਸ਼ ਜੀ, ਆਈ ਮੈਂ ਕਹਿ ਰਿਹਾ ਵੀ ਆਮ ਆਦਮੀ ਪਾਰਟੀ ਕੋਲ ਇੱਕ ਵਧੀਆ ਮੌਕਾ ਹੈ ਵੀ ਹੁਣ ਸਲੇਟ ਤੁਹਾਡੀ ਸਾਫ਼ ਹੈ। ਠੀਕ ਹੈ। ਜੇ ਇਹ ਵਾਪਸ ਅਗੇਨ ਇਹ ਜੀ ਮਤਲਬ ਵੀ ਉਹਨੇ ਕੀਤਾ ਮਤਲਬ ਦਿੱਕਤ ਹੈਗੀ ਹੈ, ਕੋਈ ਰਾਤੋਂ ਰਾਤ ਤਾਂ ਨਹੀਂ ਗੈਂਗਸਟਰ ਪੈਦਾ ਹੋਏ ਜੀ। ਤੇ ਹੁਣ ਆਪਾਂ ਉਹ ਗੱਲਾਂ ਛੱਡੀਏ ਐਂਡ ਸੋਲੂਸ਼ਨ ਮਤਲਬ ਮੇਰਾ ਬਾਰ-ਬਾਰ ਮੈਂ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਕਮੇਟੀਜ਼ ਦੀ ਸਾਡੀ ਜਦੋਂ ਮੀਟਿੰਗਸ ਹੁੰਦੀ ਹੈ, ਮੈਂ ਤਾਂ ਜਿੰਨੇ ਵੀ ਕਲੀਗਸ ਹੈ ਜ਼ਿਆਦਾਤਰ ਆਮ ਆਦਮੀ ਦੇ ਹੀ ਹੁੰਦੇ ਆ, ਮੈਂ ਉਹਨਾਂ ਨੂੰ ਆਹੀ ਗੱਲ ਕਹਿੰਦਾ ਵੀ ਯਾਰ ਤੁਸੀਂ ਲੈਟਸ ਵਰਕ ਟੁਵਰਡਸ ਅ ਸੋਲੂਸ਼ਨ। ਆਪਾਂ ਹੁਣ ਬਾਰ-ਬਾਰ ਮਤਲਬ ਕਰੀਏ ਵੀ ਉਹਨੇ ਕਰਤਾ, ਇਹ ਗੱਲਾਂ ਛੱਡੋ, ਸੋਲੂਸ਼ਨ। ਬਿਕੋਜ਼ ਲੋਕਾਂ ਨੇ ਅਲਟੀਮੇਟਲੀ 5 ਸਾਲ ਬਾਅਦ ਉਹਨਾਂ ਨੇ ਸੋਲੂਸ਼ਨ ਦੇ ਉੱਤੇ ਫੈਸਲਾ ਕਰਨਾ ਹੈ ਵੀ ਤੁਸੀਂ ਸੋਲੂਸ਼ਨ ਦਿੱਤੀ ਜਾਂ ਨਹੀਂ ਜੀ। ਤੇ ਉਹ ਮੇਰੀ ਸੋਚ ਹੈ ਵੀ ਆਪਾਂ ਸੋਲੂਸ਼ਨ ਦੇ ਉੱਤੇ ਵਰਕ ਕਰੀਏ। ਬਾਕੀ ਜਾਖੜ ਸਾਹਿਬ ਮੈਂ ਇੱਕ ਚੀਜ਼ ਤੁਹਾਡੇ ਤੋਂ ਆਖਰੀ ਸਵਾਲ ਹੀ ਮੰਨ ਕੇ ਚੱਲਦੇ ਹਾਂ, ਕਿਉਂਕਿ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਕਰ ਲਈਆਂ ਕਿ ਹਰ ਇੱਕ ਚੀਜ਼ ਦਾ ਗ੍ਰਾਫ ਡਿੱਗ ਰਿਹਾ, ਸਿਆਸਤ ਦਾ ਡਿੱਗ ਰਿਹਾ, ਸਾਡਾ ਮੀਡੀਆ ਵਾਲਿਆਂ ਦਾ ਡਿੱਗ ਰਿਹਾ। ਡੈਫੀਨਿਟਲੀ ਹਾਂ, ਨਹੀਂ ਮੈਂ ਵਿੱਚੇ ਅਸੀਂ ਸਾਰੇ ਅੱਜਕੱਲ ਪਰਮੇਸ਼ ਜੀ ਸਭ ਤੋਂ ਜ਼ਿਆਦਾ ਬਦਨਾਮ ਹੈ ਜਾਂ ਪ੍ਰੈਸ ਵਾਲੇ ਜਾਂ ਲੀਡਰ ਹੈ। ਤੁਸੀਂ ਵੀ ਪ੍ਰੈਸ ਵਾਲੇ ਪਹਿਲਾਂ ਕਹਤੇ, ਲੀਡਰ ਸ਼ਬਦ ਬਾਅਦ ਚਲੋ ਲੀਡਰ ਪ੍ਰੈਸ ਵਾਲੇ ਮਤਲਬ ਦੋਨੋਂ ਹੀ ਬਦਨਾਮ ਹੈ ਜੀ। ਲੋਕਾਂ ਦਾ ਵਿਸ਼ਵਾਸ ਉੱਠ ਗਿਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਭਾਈ ਮੀਡੀਆ ਦੇ ਉੱਤੇ ਯਕੀਨ ਬਣਾਏ, ਤੁਸੀਂ ਕੋਸ਼ਿਸ਼ ਕਰਿਓ ਕਿ ਭਾਈ ਲੀਡਰਾਂ ਤੇ ਜਿਹੜਾ ਉਹ ਵਿਸ਼ਵਾਸ ਲੋਕਾਂ ਦਾ ਬਹਾਲ ਹੋਵੇ, ਕਿਉਂਕਿ ਜ਼ਰੂਰੀ ਹੈ। ਇੱਕ ਪਾਸੇ ਤਾਂ ਅਸੀਂ ਦੇਸ਼ ਦੀ ਏਕਤਾ ਦੀ ਗੱਲ ਕਰਦੇ ਹਾਂ, ਜਦੋਂ ਸੁਨੀਲ ਜਾਖੜ ਸਾਹਿਬ ਦੇ ਮੁੱਖ ਮੰਤਰੀ ਬਣਨ ਦੀ ਗੱਲ ਚੱਲੀ ਸੀ ਨਾ, ਉਦੋਂ ਇੱਕ ਚਰਚਾ ਚੱਲਦੀ ਸੀ ਜੀ ਕਿ ਇਹ ਤਾਂ ਸਾਂਝ ਹੁੰਦੀ ਹੈ ਵੀ ਸਾਰੇ ਇੱਕੋ ਨੇ, ਧਰਮ ਦੇ ਆਧਾਰ ਦੇ ਉੱਤੇ, ਜਾਤੀ ਦੇ ਆਧਾਰ ਦੇ ਉੱਤੇ ਵੰਡੋਗੇ ਤਾਂ ਕੰਮ ਔਖਾ ਹੋ ਜਾਊਗਾ। ਹੁਣ ਉਹ ਸਾਰੀਆਂ ਚੀਜ਼ਾਂ ਨੇ। ਪੰਜਾਬ ਦੇ ਵਿੱਚ ਭਾਈਚਾਰਕ ਏਕਤਾ ਦੀ ਸਾਨੂੰ ਬਹੁਤ ਲੋੜ ਹੈ। ਮੈਂ ਤਾਂ ਇਹ ਵੀ ਕਹਿਣਾ ਹੁੰਦਾ ਕਿ ਭਾਈ ਸੜਕਾਂ ਲੇਟ ਬਣ ਜਾਣਗੀਆਂ, ਪੁਲ ਲੇਟ ਬਣ ਜਾਣਗੇ, ਲੋਕ ਇਕਮੁੱਠ ਰਹਿਣੇ ਚਾਹੀਦੇ ਆ। ਕਦੇ ਇਦਾਂ ਦੀ ਰਾਜਨੀਤੀ ਤਾਂ ਨਹੀਂ ਕਰੋਗੇ ਕਿ ਭਾਈ ਧੜੇ ਬਣਾ ਕੇ ਵੋਟਾਂ ਲੈ ਜਾਓ ਮੁੜ ਕੇ? ਨਹੀਂ, ਦੇਖੋ ਭਾਈਚਾਰੇ ਦੀ ਜਿਹੜੀ ਤੁਸੀਂ ਗੱਲ ਕੀਤੀ, ਮੇਰੇ ਖਿਆਲ ਤਾਂ ਪੰਜਾਬ ਇੱਕ ਮਾਡਲ ਸਟੇਟ ਹੋਣਾ ਚਾਹੀਦਾ ਆਪਣੇ ਦੇਸ਼ ਵਾਸਤੇ। ਸਭ ਤੋਂ ਜੇ ਸੈਕੂਲਰ ਮਤਲਬ ਧਰਮ ਨਿਰਪੇਖ ਸੂਬਾ ਕੋਈ ਹੈ ਹਿੰਦੁਸਤਾਨ ਦੇ ਵਿੱਚ, ਪੰਜਾਬ ਹੈ। ਜਦੋਂ ਔਖੇ ਸਮੇਂ ਦੇ ਵਿੱਚ ਵੀ, ਜਦੋਂ ਕਾਲਾ ਦੌਰ ਸੀ, ਉਸ ਟਾਈਮ ਵੀ ਆਪਣੇ ਧਰਮ ਦੇ ਉੱਤੇ ਕਿਸੇ ਦੇ ਉੱਤੇ ਮਤਲਬ ਜਿੰਨਾ ਹੋ ਸਕਦਾ ਸੀ ਮਤਲਬ ਨੁਕਸਾਨ ਨਹੀਂ ਹੋਇਆ ਪੰਜਾਬ ਦੇ ਵਿੱਚ, ਭਾਈਚਾਰਾ ਕਾਇਮ ਰਿਹਾ। ਤੇ ਕਿਉਂਕਿ ਆਪਣੇ ਜਿਹੜੇ ਪੰਜਾਬ ਦਾ ਸੂਬਾ ਹੈ, ਜਦੋਂ ਆਪਣਾ ਕਿਸਾਨੀ ਮੂਵਮੈਂਟ ਚੱਲੀ, ਉਹਦੇ ਵਿੱਚ ਸਾਰੇ ਇੱਕ ਸੀਗੇ, ਮਤਲਬ ਸਾਰੇ, ਉਹਦੇ ਕੋਈ ਧਰਮ ਵਾਲੀ ਗੱਲ ਨਹੀਂ ਸੀ, ਸਾਰਾ ਮਤਲਬ ਕਿਸਾਨ ਇਕਜੁੱਟਤਾ ਸੀ, ਹਰਿਆਣਾ ਦੇ ਕਿਸਾਨ, ਯੂਪੀ ਵਾਲੇ, ਪੰਜਾਬ ਵਾਲੇ। ਤੇ ਇਹ ਕੁਛ ਮਤਲਬ ਲੋਕ ਹੁੰਦੇ ਆ ਜਿਹੜੇ ਭੜਕਾਉਣ ਦੀ ਕੋਸ਼ਿਸ਼ ਕਰਦੇ, ਲੇਕਿਨ ਪੰਜਾਬ ਦੇ ਉੱਤੇ, ਪੰਜਾਬ ਦੇ ਲੋਕਾਂ ਉੱਤੇ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਇਸ ਟਾਈਪ ਦਾ ਮਾਹੌਲ ਨਾ ਤਾਂ ਕਦੇ ਸੀਗਾ, ਨਾ ਅੱਗੇ ਆਊਗਾ। ਜੇ ਤੁਹਾਡੇ ਕੋਲੇ 5 ਲੱਖ ਰੁਪਈਆ ਜੀ ਗ੍ਰਾਂਟ ਦੇਣ ਨੂੰ ਮੰਨ ਲਓ, ਸਪੋਜ਼ ਪਿੰਡ ਵਾਲੇ ਕਹਿੰਦੇ ਆ ਜੀ ਅਸੀਂ ਸ਼ਮਸ਼ਾਨ ਘਾਟ ਦੀ 4 ਦੀਵਾਰੀ ਵੀ ਕਰਨੀ, ਉੱਥੇ ਫਰਸ਼ ਵੀ ਲਾਉਣੀ ਆ ਤੇ ਸਕੂਲ ਦਾ ਕਮਰਾ ਵੀ ਬਣਾਉਣਾ, ਤੁਸੀਂ ਇੱਕ ਚੀਜ਼ ਨੂੰ ਦੇ ਸਕਦੇ ਹੋ, ਕਿਹਨੂੰ ਦਿਓਗੇ? ਬਹੁਤ ਔਖਾ ਸਵਾਲ ਹੈ, ਲੇਕਿਨ ਮੇਰੇ ਹਿਸਾਬ ਨਾਲ ਸਕੂਲ ਜਿਹੜੀ ਐਜੂਕੇਸ਼ਨ ਹੈ ਜੀ, ਉਹਦੇ ਉੱਤੇ ਆਪਾਂ ਨੂੰ ਮਤਲਬ ਪ੍ਰੈਫਰੈਂਸ ਦੇਣੀ ਚਾਹੀਦੀ ਹੈ। ਕਿਉਂਕਿ ਮੈਂ ਅਗੇਨ ਆਮ ਆਦਮੀ ਪਾਰਟੀ ਨੇ ਜਿਹੜੀ ਗੱਲ ਕੀਤੀ ਸਕੂਲ ਹੈਲਥ ਕੇਅਰ ਜੀ,
ਤੇ ਦੂਜੀ ਉਹਨਾਂ ਨੇ ਗੱਲ ਕੀਤੀ ਐਜੂਕੇਸ਼ਨ। ਮੈਂ ਬਿਲਕੁਲ ਉਹਨਾਂ ਦੇ ਮਤਲਬ ਸੋਚ ਤੇ ਸਹਿਮਤ ਹਾਂ ਜੀ। ਬਟ ਹੁਣ ਸਮਾਂ ਆ ਗਿਆ ਵੀ ਆਪਾਂ ਜਿਵੇਂ ਕਹਿੰਦੇ ਨਾ ਵਾਕ ਦ ਟਾਕ, ਕਿਉਂਕਿ ਸਕੂਲਾਂ ਦੇ ਉੱਤੇ 5 ਸਾਲਾਂ ਦੇ ਵਿੱਚ ਸੁਧਾਰ ਬਹੁਤ ਹੋਇਆ। ਪਿਛਲੇ 5 ਸਾਲਾਂ ਦਾ ਜੇ ਮੈਂ ਗੱਲ ਕਰਾਂ, ਮੈਂ ਆਪ ਜਿਹੜੀ ਮੈਂ ਮੇਰੇ ਅੱਖਾਂ ਨਾਲ ਜਿਹੜੀ ਮੈਂ ਵੇਖੀ ਹੈ ਅਬੋਹਰ ਹਲਕੇ ਦੇ ਵਿੱਚ ਮੈਂ ਗੱਲ ਕਰ ਸਕਦਾ, ਬਹੁਤ ਵੱਡੇ ਪੱਧਰ ਤੇ ਸੁਧਾਰ ਹੋਇਆ, ਲੇਕਿਨ ਬਹੁਤ ਸੁਧਾਰ ਕਰਨ ਦੀ ਜ਼ਰੂਰਤ ਹੈ। ਐਂਡ ਮਤਲਬ ਇਟ ਇਜ਼ ਅ ਮਸਟ, ਕਿਉਂਕਿ ਆਪਣੇ ਬੱਚੇ ਜਿਸ ਤਰੀਕੇ ਨਾਲ ਤੁਸੀਂ ਕਿਹਾ ਆਪ ਬਾਹਰ ਜਾ ਰਹੇ ਹੈ, ਐਵੇਨਿਊਜ਼ ਨਹੀਂ ਹੈ, ਜੇ ਆਪਾਂ ਪੜ੍ਹਾਈ ਦੇ ਉੱਤੇ ਕੰਮ ਕਰਾਂਗੇ, ਆਪਣੇ ਬੱਚਿਆਂ ਨੂੰ ਜਿਵੇਂ ਸਪੋਰਟਸ ਵਾਲੀ ਗੱਲ ਹੈ, ਉਹਨਾਂ ਕੋਲੇ ਸਪਿਰਿਟ ਹੈ, ਦਿਮਾਗ ਹੈ, ਕਰਨਾ ਚਾਹੁੰਦੇ ਹੈ, ਲੇਕਿਨ ਇਨਫਰਾਸਟ੍ਰਕਚਰ ਦੀ ਤੇ ਥੋੜੀ ਕੋਚਿੰਗ ਦੀ ਕਮੀ ਹੈ। ਉਹ ਜੇ ਸਰਕਾਰ ਪ੍ਰੋਵਾਈਡ ਕਰਾ ਸਕੇ ਤਾਂ ਵੀ ਕੈਨ ਡੂ ਵੰਡਰਸ। ਸਾਲ ਕੁ ਬਾਅਦ ਤੁਹਾਨੂੰ ਫੇਰ ਇੱਕ ਵਾਰੀ ਸੱਦਾ ਦੇਣਾ ਜੀ, ਉਦੋਂ ਫਿਰ ਸਾਲ ਦੀ ਤੁਹਾਡੀ ਪ੍ਰੋਗਰੈਸ ਰਿਪੋਰਟ ਜਿਹੜੀ ਉਹਦੇ ਤੇ ਚਰਚਾ ਕਰਾਂਗੇ। ਸੰਦੀਪ ਜਾਖੜ ਜੀ, ਤੁਸੀਂ ਜੁੜੇ, ਮੈਨੂੰ ਲੱਗਿਆ ਕਿ ਤੁਸੀਂ ਬੇਬਾਕੀ ਦੇ ਨਾਲ ਹੀ ਸਵਾਲਾਂ ਦੇ ਜਵਾਬ ਦਿੱਤੇ ਆ, ਬਹੁਤੀ ਗੱਲ ਗੋਲ ਮੋਲ ਨਹੀਂ ਕੀਤੀ। ਬਾਕੀ ਆਪਾਂ ਪਰਿਵਾਰ ਦੇ ਮੈਂਬਰਾਂ ਤੋਂ, ਦਰਸ਼ਕਾਂ ਤੋਂ ਪੁੱਛ ਲੈਣਾ। ਬਹੁਤ ਸ਼ੁਕਰੀਆ। ਥੈਂਕ ਯੂ ਪਰਮੀਤ ਜੀ, ਮਿਹਰਬਾਨੀ ਜੀ। ਸੋ ਅਬੋਹਰ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ ਸੰਦੀਪ ਜਾਖੜ ਸਾਹਿਬ, ਉਹਨਾਂ ਦੇ ਨਾਲ ਅੱਜ ਜਿਹੜੀ ਆ ਉਹ ਚਰਚਾ ਚੱਲੀ। ਬਹੁਤ ਕੋਈ ਤੱਤਾ ਸਵਾਲ ਨਹੀਂ ਕੀਤਾ ਕਿ ਉਹ ਤੁਹਾਡੇ ਬਾਰੇ ਆ ਕਹਿੰਦਾ, ਹਾਂ ਉਹਨਾਂ ਦਾ ਪਿਛੋਕੜ ਕੀ ਹੈ, ਪੜ੍ਹੇ ਕੀ ਨੇ, ਕੰਮ ਕਿੱਥੇ ਕੀਤਾ ਹੈ, ਪਰਿਵਾਰ ਦੇ ਵਿੱਚ ਕਿੱਦਾਂ ਪਲੇ ਨੇ। ਉਹਦੇ ਤੋਂ ਬਾਅਦ ਉਹਨਾਂ ਦੀ ਸਫਾਈ ਮੁਹਿੰਮ ਦਾ ਚਰਚਾ, ਸਰਕਾਰ ਨੇ ਕਿਹੜਾ ਕੰਮ ਮਾੜਾ ਕੀਤਾ, ਕਿਹੜਾ ਚੰਗਾ ਕੀਤਾ, ਲੋਕਾਂ ਨੇ ਉਹਨਾਂ ਨੂੰ ਵੋਟਾਂ ਕਿਉਂ ਪਾਈਆਂ, ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਕਿਵੇਂ ਦੀ ਹੋਣੀ ਚਾਹੀਦੀ, ਉਹ ਸਾਰੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕੀਤੀ ਅੱਜ ਦੇ ਪ੍ਰਾਈਮ ਟਾਈਮ ਦੇ ਵਿੱਚ। ਤੁਹਾਨੂੰ ਇਹ ਚਰਚਾ ਕਿੱਦਾਂ ਦੀ ਲੱਗੀ? ਅਬੋਹਰ ਦੇ ਵਿੱਚ ਰਹਿੰਦੇ ਹੋ, ਜੇ ਜਾਖੜ ਸਾਹਿਬ ਕੋਈ ਗੱਲ ਗੋਲ ਕਰ ਗਏ ਤਾਂ ਤੁਸੀਂ ਟਿੱਪਣੀ ਦੇ ਰੂਪ 'ਚ ਲਿਖ ਲਿਓ, ਆਪਾਂ ਟੈਲੀਫੋਨ ਤੇ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਚੰਗਾ ਲੱਗਿਆ ਪ੍ਰੋਗਰਾਮ ਤਾਂ ਲਾਈਕ ਸ਼ੇਅਰ ਕਰ ਦੇਣਾ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆ ਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।